ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਸਤਵਿੰਦਰ ਸਿੰਘ ਤੇ ਆਪਾਂ ਅੱਜ ਤੋਂ ਸ਼ੁਰੂ ਕਰਦੇ ਹਾਂ ਜੀ ਸੈਗਰੀਗੇਟਿਡ ਫੰਡਸ ਤੇ ਐਨੂਟੀਜ਼ ਵਾਲਾ ਜਿਹੜਾ ਸਾਡਾ ਮੌਜੂਲ ਹੈਗਾ ਤੇ ਉਹਦੇ ਚੈਪਟਰ 1 ਦੀ ਆਪਾਂ ਅੱਜ ਗੱਲ ਕਰਾਂਗੇ, ਜਿਹਦੇ ਵਿੱਚ ਇਨਵੈਸਟਮੈਂਟ ਅਤੇ ਸੇਵਿੰਗ ਬਾਰੇ ਗੱਲ ਕੀਤੀ ਹੈਗੀ ਆ। ਤੇ ਹੋਪ ਕਿ ਤੁਸੀਂ ਜਿਹੜੇ ਲਾਈਫ ਵਾਲੇ ਚੈਪਟਰ ਸੀ ਉਹ ਤੁਹਾਨੂੰ ਵਧੀਆ ਲੱਗੇ ਹੋਣਗੇ ਤੇ ਤੁਸੀਂ ਉਹ ਤੋਂ ਕੁਛ ਨਾ ਕੁਛ ਜ਼ਰੂਰ ਗੇਨ ਕੀਤਾ ਹੋਏਗਾ, ਤੁਹਾਨੂੰ ਹੈਲਪਫੁਲ ਹੋਏ ਹੋਣਗੇ। ਤੁਹਾਡੇ ਕਮੈਂਟ ਵੀ ਉੱਥੇ ਆਉਂਦੇ ਰਹਿੰਦੇ ਨੇ ਤੇ ਥੈਂਕ ਯੂ ਫॉर ਟੇਕਿੰਗ ਹੈਲਪ ਐਂਡ ਗਿਵਿੰਗ ਫੀਡਬੈਕ। ਤੇ ਅੱਜ ਆਪਾਂ ਗੱਲ ਕਰਾਂਗੇ ਇਨਵੈਸਟਮੈਂਟ ਤੇ ਸੇਵਿੰਗ ਦੀ। ਇਹ ਮੈਂ ਵੀ ਚੈਪਟਰ ਤੁਹਾਡੇ ਨਾਲ ਆਪਾਂ ਰਿਵਿਊ ਕਰਦੇ ਹੈਗੇ ਆ ਤੇ ਨਾਲ ਮੈਂ ਵੀ ਸਮਝਦਾ ਤੇ ਨਾਲ ਤੁਹਾਨੂੰ ਸਮਝਾਉਂਦਾ ਹੈਗਾ। ਤੇ ਇਹ ਸਿੰਪਲ ਹੈਗਾ, ਕੋਈ ਬਹੁਤਾ ਜ਼ਿਆਦਾ ਫਾਰਮੂਲੇ ਜਾਂ ਬਹੁਤੀ ਟੈਕਨੀਕਲੀ ਨਹੀਂ ਹੈਗੀਆਂ ਚੀਜ਼ਾਂ, ਪਰ ਜਿਵੇਂ ਜਿਵੇਂ ਤੁਸੀਂ ਇਹਨੂੰ ਜੇ ਬਰੀਕੀ ਨਾਲ ਇੱਕ ਵਾਰੀ ਪੜ੍ਹ ਲਓਗੇ ਤੇ ਉਨਾ ਹੀ ਸੌਖਾ ਤੁਹਾਨੂੰ ਅੰਡਰਸਟੈਂਡਿੰਗ ਹੋਏਗੀ। ਕੁਛ ਕੁ ਟਰਮਸ ਦੀ ਆਪਾਂ ਪੰਜਾਬੀ ਦੇ ਵਿੱਚ ਗੱਲ ਕਰਾਂਗੇ ਤੇ ਤੁਹਾਡੇ ਦਿਮਾਗ ਦੇ ਵਿੱਚ ਛੇਤੀ ਬਹਿ ਜਾਣਗੀਆਂ। ਇਨਵੈਸਟਮੈਂਟਸ ਦਾ ਮਤਲਬ ਹੁੰਦਾ ਕਿ ਜਦੋਂ ਆਪਾਂ ਇਨਵੈਸਟ ਕਰਦੇ ਹਾਂ ਪੈਸੇ ਤੇ ਉਹਦੇ ਤੋਂ ਰਿਟਰਨ ਦੀ ਆਸ ਕਰਦੇ ਹਾਂ, ਪਰ ਰਿਟਰਨ ਜਿਹੜੀ ਹੈਗੀ ਆ ਵੀ ਉਹ ਘੱਟ ਵੱਧ ਹੋ ਸਕਦੀ ਹੈ, ਵੇਰੀਏਬਲ ਹੋ ਸਕਦੀ ਹੈਗੀ ਆ। ਸੇਵਿੰਗ ਦਾ ਮਤਲਬ ਕਿ ਆਪਣੇ ਪੈਸੇ ਆਪਾਂ ਜੋੜਦੇ ਹੈਗੇ ਆ ਤੇ ਕਈ ਵਾਰੀ ਆਪਣੀ ਸੇਵਿੰਗ ਦੇ ਉੱਤੇ ਰਿਟਰਨ ਕੋਈ ਆਉਂਦੀ ਹੈ, ਕਈ ਵਾਰੀ ਨਹੀਂ ਵੀ ਆਉਂਦੀ ਹੈਗੀ। ਤੋ ਇਨਵੈਸਟਮੈਂਟਸ ਪਿਓਰਲੀ ਆਪਾਂ ਉਸ ਇੰਟੈਂਸ਼ਨ ਨਾਲ ਕਰਦੇ ਹਾਂ ਕਿ ਸਾਨੂੰ ਉਹਦੇ ਤੇ ਕੁਛ ਨਾ ਕੁਛ ਗੇਨ ਹੋਵੇ। ਤੇ ਸੇਵਿੰਗਸ ਦੇ ਮਤਲਬ ਆਪਾਂ ਆਪਣੀ ਗੋਲਕ ਦੇ ਵਿੱਚ ਵੀ ਸੇਵ ਕਰ ਸਕਦੇ ਹਾਂ ਜਾਂ ਆਪਣੇ ਚੈਕਿੰਗ ਅਕਾਊਂਟ ਵਿੱਚ ਵੀ ਪੈਸੇ ਜਮ੍ਹਾਂ ਕਰਾ ਸਕਦੇ ਹਾਂ ਜੇ ਤੇ ਕੋਈ ਇੰਟਰਸਟ ਨਹੀਂ ਆਉਂਦਾ ਹੈਗਾ। ਸੋ ਕਿਉਂਕਿ ਜੇ ਤੁਸੀਂ ਸ਼ਬਦਾਂ ਨੂੰ ਸਮਝੋਗੇ, ਵਰਡਸ ਨੂੰ ਸਮਝੋਗੇ ਤੇ ਉਨੇ ਹੀ ਜ਼ਿਆਦਾ ਤੁਹਾਨੂੰ ਇਹ ਚੀਜ਼ਾਂ ਸਮਝ ਲੱਗਣਗੀਆਂ ਕਿ ਇਹ ਕੀ ਕਹਿੰਦੀਆਂ ਹੈਗੀਆਂ ਤੇ ਇਹਨਾਂ ਨੂੰ ਕਿਸ ਤਰ੍ਹਾਂ ਅੰਡਰਸਟੈਂਡ ਕਰਨਾ ਹੈਗਾ। ਤੋ ਸੈਗਰੀਗੇਟਿਡ ਫੰਡਸ ਦੀ ਇਹਦੇ ਵਿੱਚ ਮੇਨਲੀ ਗੱਲ ਹੈਗਾ, ਕਿਉਂਕਿ ਚੈਪਟਰ ਦਾ ਕਿਤਾਬ ਦਾ ਨਾਂ ਹੀ ਹੈ ਸੈਗਰੀਗੇਟਿਡ ਫੰਡਸ। ਸੈਗਰੀਗੇਟਿਡ ਫੰਡ ਐਕਚੁਅਲੀ ਕੀ ਹੈਗਾ ਕਿ ਇੱਕ ਇਨਵੈਸਟਮੈਂਟ ਟੂਲ ਹੀ ਹੈਗਾ ਜਿੱਥੇ ਅਸੀਂ ਪੈਸੇ ਜਮ੍ਹਾਂ ਕਰਦੇ ਹੈਗੇ ਆ। ਤੇ ਜਿਵੇਂ ਬਹੁਤ ਸਾਰੇ ਲੋਕਾਂ ਨੇ ਮਿਊਚੁਅਲ ਫੰਡ ਬਾਰੇ ਸੁਣਿਆ ਹੁੰਦਾ ਤੇ ਸਟਾਕਸ ਬਾਰੇ ਸੁਣਿਆ, ਆਪਾਂ ਜਨਰਲ ਜੀ ਥੋੜੀ ਜਿਹੀ ਗੱਲ ਕਰ ਲੈਂਦੇ 2 ਮਿੰਟ। ਸਟਾਕਸ ਕੀ ਹੁੰਦੇ ਨੇ, ਜਿਹਨੂੰ ਇਕੁਇਟੀ ਵੀ ਕਹਿ ਦਿੰਦੇ ਜਾਂ ਜਿਹਨੂੰ ਸ਼ੇਅਰਸ ਵੀ ਕਹਿ ਦਿੰਦੇ ਹੈਗੇ ਆ। ਤੋ ਸ਼ੇਅਰ ਮਾਰਕੀਟ ਦੇ ਵਿੱਚ ਜਦੋਂ ਆਪਾਂ ਪੈਸੇ ਜਮ੍ਹਾਂ ਕਰਾਉਂਦੇ ਆ ਤੇ ਅੱਛੀ ਰਿਟਰਨ ਆ ਸਕਦੀ ਹੈਗੀ ਆ, ਪਰ ਉਹਦੇ 'ਚ ਰਿਸਕ ਵੀ ਹੁੰਦਾ ਹੈਗਾ। ਪਰ ਅਸੀਂ ਫਿਰ ਵੀ ਚਾਹੁੰਦੇ ਹੈਗੇ ਆ ਕਿ ਕਿਉਂ ਨਾ ਆਪਾਂ ਇਸ ਜਿਹੜੀ ਸ਼ੇਅਰ ਮਾਰਕੀਟ ਇਹਦਾ ਫਾਇਦਾ ਉਠਾਇਆ ਜਾਵੇ ਤੇ ਉਹਦੇ ਵਿੱਚ ਫਿਰ ਨਿਕਲ ਕੇ ਆਉਂਦਾ ਡਾਇਵਰਸੀਫਿਕੇਸ਼ਨ, ਵੀ ਮੈਂ ਇੱਕ ਕੰਪਨੀ 'ਚ ਪੈਸੇ ਨਾ ਲਗਾਵਾਂ, ਮੈਂ ਜ਼ਿਆਦੀਆਂ ਕੰਪਨੀਆਂ ਵਿੱਚ ਪੈਸੇ ਲਗਾਵਾਂ ਤੇ ਜ਼ਿਆਦਾ ਸੈਕਟਰਸ ਦੀ, ਮਤਲਬ ਵੀ ਆਇਲ ਕੰਪਨੀਆਂ, ਐਨਰਜੀ ਕੰਪਨੀਆਂ, ਆਈਟੀ ਕੰਪਨੀਆਂ, ਬੈਂਕਿੰਗ ਸੈਕਟਰ ਦੀਆਂ ਕੰਪਨੀਆਂ, ਫਿਰ ਅਲੱਗ-ਅਲੱਗ ਕੰਪਨੀਆਂ 'ਚ ਪੈਸੇ ਲਗਾਵਾਂ ਕਿ ਜੇ ਇੱਕ ਸੈਕਟਰ ਥੱਲੇ ਹੋਵੇ ਤੇ ਦੂਸਰਾ ਉੱਪਰ ਹੋਏਗਾ। ਸੋ ਇਸ ਤਰ੍ਹਾਂ ਮੇਰਾ ਜਿਹੜਾ ਰਿਸਕ ਹੈ ਉਹ ਡਿਵਰਸੀਫਾਈ ਹੋ ਜਾਏਗਾ, ਵੰਡਿਆ ਜਾਏਗਾ। ਤੇ ਉਹਦੇ ਵਿੱਚੋਂ ਨਿਕਲ ਕੇ ਆਏ ਮਿਊਚੁਅਲ ਫੰਡ। ਤੇ ਠੀਕ ਹੈ ਕਿ ਆਪਾਂ ਮਿਊਚੁਅਲ ਫੰਡ 'ਚ ਪੈਸੇ ਜਮ੍ਹਾਂ ਕਰਾ ਦਿੰਦੇ ਹਾਂ। ਇੱਕ ਮੰਨ ਲਓ 10,000 ਜਮ੍ਹਾਂ ਮੈਂ ਦੇਤਾ ਕਿਸੇ ਮਿਊਚੁਅਲ ਫੰਡ ਕੰਪਨੀ ਨੂੰ, ਤਾਂ ਉਹਨੇ ਅੱਗੇ ਜਾ ਕੇ ਸ਼ੇਅਰ ਮਾਰਕੀਟ 'ਚ ਪੈਸੇ ਲਗਾ ਦਿੱਤੇ ਤੇ ਉਹਦੇ ਤੇ ਜਿਹੜੀ ਆ ਮੈਨੂੰ ਉਹ ਰਿਟਰਨ ਆ ਰਹੀ ਹੈਗੀ ਆ। ਮੇਰਾ ਰਿਸਕ ਡਿਵਰਸੀਫਾਈ ਹੋ ਰਿਹਾ ਕਿਉਂਕਿ ਅਲੱਗ-ਅਲੱਗ ਜਿਹੜਾ ਹੈ ਉਹ ਕੰਪਨੀਜ਼ ਦੇ ਵਿੱਚ ਪੈਸੇ ਲੱਗ ਰਹੇ ਹੈਗੇ ਨੇ। ਸੋ ਇਸ ਕਰਕੇ ਉਹਦਾ ਜਿਹੜਾ ਡਿਵਰਸੀਫਿਕੇਸ਼ਨ ਹੋ ਜਾਂਦਾ, ਰਿਸਕ ਥੋੜ੍ਹਾ ਜਿਹਾ ਘੱਟ ਜਾਂਦਾ ਹੈਗਾ। ਪਰ ਹੁਣ ਕੀ ਹੈਗਾ ਕਿ ਉਹੀ ਚੀਜ਼ ਨੂੰ ਇੰਸ਼ੋਰੈਂਸ ਕੰਪਨੀਆਂ ਨੇ ਚੱਕ ਲਿਆ। ਬੇਸਿਕਲੀ ਜਿਹੜੇ ਸੈਗਰੀਗੇਟਿਡ ਫੰਡਸ ਹੈਗੇ ਨੇ ਉਹ ਜਸਟ ਲਾਈਕ ਮਿਊਚੁਅਲ ਫੰਡ ਹੀ ਕੰਮ ਕਰਦੇ ਨੇ, ਜਾਂ ਇਹਨਾਂ ਨੂੰ ਫੰਡਸ ਆਫ ਫੰਡ ਵੀ ਕਹਿ ਦਿੰਦੇ ਹੈਗੇ ਆ ਕਿ ਇੰਸ਼ੋਰੈਂਸ ਕੰਪਨੀਆਂ ਪੈਸੇ ਲੈਂਦੀਆਂ, ਉਹ ਮੁੜ ਕੇ ਜਾ ਕੇ ਇੱਕ ਤਰ੍ਹਾਂ ਦੇ ਮਿਊਚੁਅਲ ਫੰਡ ਦੇ ਵਿੱਚ ਜਿਹੜੇ ਪੈਸੇ ਇਨਵੈਸਟ ਕਰਦੀਆਂ, ਜਾਂ ਮਿਊਚੁਅਲ ਫੰਡ ਵਾਂਗੀ ਫੰਡ ਬਣੇ ਹੁੰਦੇ ਨੇ ਤਾਂ ਉਹਨਾਂ ਵਿੱਚ ਜਾ ਕੇ ਇਨਵੈਸਟ ਕਰਦੀਆਂ। ਤਾਂ ਉਹਨੂੰ ਆਪਾਂ ਸੈਗਰੀਗੇਟਿਡ ਫੰਡਸ ਕਹਿੰਦੇ ਹੈਗੇ ਆ। ਤੇ ਮਿਊਚੁਅਲ ਫੰਡ ਦੇ ਬਰਾਬਰ ਹੀ ਇਹਨਾਂ ਦਾ ਪੈਰਲਲ ਚੱਲਦਾ ਦੋਨਾਂ ਦਾ। ਤੇ ਉਹਨਾਂ ਸੈਗਰੀਗੇਟਿਡ ਫੰਡ ਦੇ ਆਪਣੇ ਕੁਝ ਫਾਇਦੇ ਨੇ, ਮਿਊਚੁਅਲ ਫੰਡ ਦੇ ਆਪਣੇ ਫਾਇਦੇ ਨੇ। ਕੀ ਫਾਇਦੇ ਨੇ, ਕੀ ਨੁਕਸਾਨ ਨੇ, ਇਹ ਆਪਾਂ ਅੱਗੇ ਜਾ ਕੇ ਇਹਦੇ ਵਿੱਚ ਸਟੱਡੀ ਕਰਾਂਗੇ ਚੈਪਟਰ ਦੇ ਵਿੱਚ। ਤੇ ਬੇਸਿਕ ਪਰਪਸ ਇਸ ਚੈਪਟਰ ਦਾ ਹੈਗਾ ਕਿ ਤੁਹਾਨੂੰ ਇਹ ਦੱਸਣਾ ਕਿ ਇਨਵੈਸਟਮੈਂਟਸ ਕਿੱਥੇ ਕਿੱਥੇ ਹੋ ਸਕਦੀਆਂ ਹੈਗੀਆਂ ਤੇ ਉਹਦੇ ਕੀ ਫਾਇਦੇ ਨੇ ਤੇ ਕੀ ਉਹਦੇ ਨੁਕਸਾਨ ਹੋ ਸਕਦੇ ਨੇ, ਕੀ ਉਹਦੇ ਐਡਵਾਂਟੇਜਸ ਨੇ ਤੇ ਕੀ ਉਹਦੇ ਡਿਸਐਡਵਾਂਟੇਜਸ ਹੈਗੇ ਆ। ਤੋ ਆਓ ਆਪਾਂ ਇਹਦੇ ਵਿੱਚ ਘੋਖ ਕਰਦੇ ਹੈਗੇ ਆ ਵੀ ਕੀ ਕੀ ਇਹਦੇ ਵਿੱਚ ਦਿੱਤਾ ਹੋਇਆ। ਤੇ ਉਹ ਕੰਸੈਪਟ ਆਫ ਇਨਵੈਸਟਿੰਗ ਦਾ ਮਤਲਬ ਕੀ ਹੈਗਾ ਕਿ ਆਪਾਂ ਪੈਸੇ ਲਗਾਉਣੇ ਤੇ ਉਹਦੇ ਉੱਤੇ ਕੋਈ ਨਾ ਕੋਈ ਆਪਾਂ ਰਿਟਰਨ ਜਿਹੜੀ ਹੈਗੀ ਕਰਨੀ ਹੈ, ਭਾਵੇਂ ਉਹ ਇੰਟਰਸਟ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਕੈਪੀਟਲ ਗੇਨ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਉਹ
ਇੰਟਰਸਟ ਦੇ ਰੂਪ ਦੇ ਵਿੱਚ ਹੋਵੇ ਤੇ ਡਿਫਰੈਂਟ ਤਰੀਕੇ ਦੇ ਨਾਲ ਜਿਹੜੇ ਸਾਨੂੰ ਉਹਦੀ ਰਿਟਰਨ ਆਉਂਦੀ ਹੈਗੀ ਆ। ਤੇ ਇਸੇ ਕਰਕੇ ਉਹਨੂੰ ਆਪਾਂ ਜਿਹੜਾ ਹੈ ਇਨਵੈਸਟ ਕਰਦੇ ਹੈਗੇ ਆ ਪੈਸੇ ਨੂੰ, ਠੀਕ ਹੈ। ਤੇ ਉਹ ਕਹਿੰਦਾ ਕਿ ਇਨਵੈਸਟਿੰਗ ਅਕਰਸ ਵੈਨ ਮਨੀ ਇਜ਼ ਯੂਜ਼ਡ ਫਾਰ ਦਾ ਗੋਲ ਆਫ ਮੇਕਿੰਗ ਮੋਰ ਮਨੀ। ਮਨੀ ਆਪਾਂ ਇਨਵੈਸਟ ਕੀਤੀ ਤੇ ਉੱਥੇ ਆਪਾਂ ਪਰਪਸ ਸਾਡਾ ਕੀ ਹੈਗਾ ਕਿ ਉਹਦੇ ਤੇ ਸਾਨੂੰ ਹੋਰ ਪੈਸੇ ਆਉਣ, ਵੀ ਪੈਸਾ ਪੈਸੇ ਨੂੰ ਕਮਾਵੇ, ਤੇ ਉਹਨੂੰ ਆਪਾਂ ਇਨਵੈਸਟਮੈਂਟ ਕਹਿ ਦਿੰਦੇ ਹੈਗੇ ਆ। ਸੋ ਇਹਦੀ ਅੱਗੇ ਡਿਟੇਲ ਦੇ ਵਿੱਚ ਜਿਹੜੀ ਗੱਲ ਹੋਏਗੀ ਹਨ। ਤੇ ਮੈਨੀ ਇਨਵੈਸਟਮੈਂਟ ਆਪਸ਼ਨਸ ਆਰ ਅਵੇਲੇਬਲ ਫਾਰ ਇੰਡੀਵਿਜੂਅਲ ਇਨਵੈਸਟਰ। ਸਮ ਇਨਵੈਸਟਮੈਂਟ ਗਰੰਟੀ that the full amount invested will repaid plus a profit। ਵੀ ਇੱਕ ਗਰੰਟੀਡ ਮਤਲਬ ਇਨਵੈਸਟਮੈਂਟ ਹੁੰਦੀ ਵੀ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਊਂਟ ਹੈਗਾ, ਜਿਹੜਾ ਤੁਸੀਂ ਆਪਣੀ ਜੇਬ 'ਚ ਪੈਸੇ ਜਮ੍ਹਾਂ ਕਰਾਏ ਨੇ, ਜਿਵੇਂ ਆਪਾਂ 10,000 ਦੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ, 10,000 ਤੁਸੀਂ ਜਮ੍ਹਾਂ ਕਰਾਇਆ ਤੇ ਉਹ ਗਰੰਟੀਡ ਹੈਗਾ ਵੀ ਉਹਦੇ ਤੋਂ ਘੱਟ ਨਹੀਂ ਤੁਹਾਡੇ ਪੈਸੇ ਮਿਲਦੇ, ਉਹਦੇ ਤੋਂ ਥੋੜੇ ਪਲੱਸ ਮਿਲਣਗੇ, ਭਾਵੇਂ ਥੋੜੇ ਜਿਹੇ ਪਲੱਸ ਮਿਲਣ ਜਾਂ ਜ਼ਿਆਦਾ ਪਲੱਸ ਮਿਲਣ, ਉਹਦੇ 'ਚ ਵੇਰੀ ਹੋ ਸਕਦਾ ਹੈਗਾ, ਪਰ ਜਿਹੜਾ ਤੁਹਾਡਾ ਆਪਣਾ ਪ੍ਰਿੰਸੀਪਲ ਅਮਾਊਂਟ ਹੈ, ਜਿਹੜੇ ਤੁਸੀਂ ਆਪਣੀ ਪਾਕਟ 'ਚ ਜਮ੍ਹਾਂ ਕਰਾਏ ਨੇ, ਉਹ ਗਰੰਟਿਡ ਹੈਗੇ ਨੇ। ਤੋ ਇਸ ਤਰ੍ਹਾਂ ਦੀ ਇਨਵੈਸਟਮੈਂਟਸ ਨੂੰ ਆਪਾਂ ਕਹਿ ਦਿੰਦੇ ਹਾਂ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟਸ ਕਹਿ ਦਿੰਦੇ ਹੈਗੇ ਆ। ਜਾਂ ਕੁਝ ਬੌਂਡਸ ਵੀ ਹੁੰਦੇ ਨੇ, ਬੌਂਡਸ ਵੀ ਅੱਗੇ ਗੱਲ ਆਏਗੀ ਤੇ ਉਹ ਵੀ ਆਪਾਂ ਸਟੱਡੀ ਕਰਾਂਗੇ ਕਿ ਉਹਦਾ ਕੀ ਮਤਲਬ ਹੈਗਾ। ਸੋ ਇਸ ਤਰ੍ਹਾਂ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟਸ ਦਾ ਮਤਲਬ GICs ਆਪਾਂ ਕਹਿ ਦਿੰਦੇ, ਆਮ ਸੁਣਿਆ ਹੋਣਾ ਕੈਨੇਡਾ ਦੇ ਵਿੱਚ ਲੋਕਾਂ ਨੇ, ਬੈਂਕਾਂ ਦੇ ਵਿੱਚ ਆਉਂਦੇ ਨੇ ਗਰੰਟੀ। GIC ਦਾ ਮਤਲਬ ਵੀ ਇਹ 'ਚ ਤੁਹਾਡਾ ਪ੍ਰਿੰਸੀਪਲ ਗਰੰਟਡ ਹੈ, ਉੱਦਾਂ 1-2% 2% ਤੁਹਾਨੂੰ ਉਹਦੀ ਰਿਟਰਨ ਮਿਲਦੀ ਹੈਗੀ ਹੈ। ਕੁਛ ਨਾਨ ਗਰੰਟਿਡ ਇਨਵੈਸਟਮੈਂਟਸ ਵੀ ਹੁੰਦੀਆਂ, ਜਿਵੇਂ ਸਟਾਕਸ ਦੀ ਜਿਵੇਂ ਪਹਿਲਾਂ ਗੱਲ ਕੀਤੀ, ਸਟਾਕਸ ਦਾ ਮਤਲਬ ਹੁੰਦਾ ਸ਼ੇਅਰ ਮਾਰਕੀਟ, ਠੀਕ ਹੈ। ਸ਼ੇਅਰਸ, ਕੰਪਨੀਆਂ ਦੇ ਸ਼ੇਅਰਸ ਜਿਹੜੇ ਹੈਗੇ ਨੇ ਉਹਦੀ ਆਪਾਂ ਗੱਲ ਕਰ ਰਹੇ ਹੈਗੇ ਆ। ਮਿਊਚੁਅਲ ਫੰਡਸ ਵੀ ਆਪਾਂ ਡਿਵਰਸੀਫਾਈ ਕਰਨ ਵਾਸਤੇ ਪਰ ਲਗਾਉਣੇ ਤੇ ਪੈਸੇ ਸਟਾਕ ਵਿੱਚ, ਪਰ ਥਰੂ ਮਿਊਚੁਅਲ ਫੰਡ ਲਗਾਉਣੇ ਹੈਗੇ। ਤੇ ਜਾਂ ਆਪਾਂ ਰੀਅਲ ਐਸਟੇਟ, ਆਪਣੀ ਕੋਈ ਪ੍ਰੋਪਰਟੀ ਵੀ ਆਪਾਂ ਖਰੀਦ ਸਕਦੇ ਹੈਗੇ ਆ ਟੂ ਗੈਟ ਮੋਰ ਗਰੋਥ ਫਾਰ ਆਵਰ ਇਨਵੈਸਟਮੈਂਟ। ਫਾਰ ਐਗਜ਼ਾਮਪਲ ਆਪਾਂ ਇਹਦੇ 'ਚ ਐਗਜ਼ਾਮਪਲਸ ਕੋਸ਼ਿਸ਼ ਕਰਾਂਗੇ ਸਾਰੀਆਂ ਇਨਕਲੂਡ ਕਰਨਾ, ਭਾਵੇਂ ਥੋੜੀ ਵੀਡੀਓ ਲੰਬੀ ਵੀ ਹੋ ਜਾਏ। Jean is 78 years old and depends on the returns from her investment to generate income to support her retirement। 78 ਸਾਲ ਦਾ ਬੰਦਾ ਹੈਗਾ ਤੇ ਉਹ ਚਾਹੁੰਦਾ ਹੈਗਾ ਕਿ ਜਿਹੜੇ ਮੇਰੇ ਪੈਸੇ ਨੇ ਉਹਨਾਂ ਤੋਂ ਜਿਹੜੀ ਰਿਟਰਨ ਆਵੇ ਉਹਦੇ ਨਾਲ ਹੀ ਮੇਰਾ ਜਿਹੜਾ ਗੁਜ਼ਾਰਾ ਚੱਲਦਾ ਰਹੇ। ਵੀ ਉਹਦਾ ਇਨਕਮ ਸੋਰਸ ਕੀ ਹੈਗਾ? ਇਨਵੈਸਟਮੈਂਟਸ ਹੈਗੀਆਂ। ਹਰ ਇਨਵੈਸਟਮੈਂਟਸ, ਬੰਦਾ ਨਹੀਂ ਜਨਾਨੀ ਹੈ, ਹਰ ਇਨਵੈਸਟਮੈਂਟਸ ਕੰਬਾਈਨਡ ਵਿਦ ਹਰ ਪੈਨਸ਼ਨਸ ਅਲਾਓ ਹਰ ਟੂ ਲਿਵ ਕੰਫਰਟੇਬਲੀ। ਵੀ ਉਹਦੀ ਪੈਨਸ਼ਨ ਵੀ ਆਉਂਦੀ ਹੈ, ਪਲੱਸ ਉਹਨੂੰ ਜਿਹੜੇ ਉਹਨੇ ਪੈਸੇ ਇਨਵੈਸਟ ਕੀਤੇ ਨੇ ਉਹ 'ਤੇ ਰਿਟਰਨ ਆਉਂਦੀ ਹੈ, ਤਾਂ ਉਹਦੇ ਨਾਲ ਕੀ ਹੈਗਾ, ਉਹਦੀ ਲਾਈਫ ਕੰਫਰਟੇਬਲੀ ਚੱਲਦੀ ਹੈ। So she feels that she cannot afford to risk her invested money in an investment that would not pay both her principal plus stated return। Therefore, Jean chooses guaranteed investments to ensure that she will not experience losses। ਕਿਉਂਕਿ ਉਹ ਬਜ਼ੁਰਗ ਹੈਗੀ ਆ ਤੇ ਉਹ ਨਹੀਂ ਚਾਹੁੰਦੀ ਹੈਗੀ ਕਿ ਜਿਹੜੀ ਮੇਰੀ ਇਨਵੈਸਟਮੈਂਟ ਆ ਉਹ ਕਿਸੇ ਰਿਸਕ ਦੇ ਵਿੱਚ ਪਵੇ, ਉਹ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਕਰਕੇ ਉਹ ਫਿਰ ਕਿੱਥੇ ਪੈਸੇ ਲਗਾਉਂਦੀ ਹੈ? GIC 'ਚ ਲਗਾਉਂਦੀ ਹੈ, ਗਰੰਟਿਡ ਇਨਵੈਸਟਮੈਂਟਸ ਦੇ ਵਿੱਚ ਉਹ ਆਪਣੇ ਪੈਸੇ ਇਨਵੈਸਟ ਕਰੇਗੀ, ਕਿਉਂਕਿ ਉਹ ਲਾਸ ਨਹੀਂ ਕਰਨਾ ਚਾਹੁੰਦੀ ਹੈਗੀ। ਤੋ ਇਸੇ ਚੈਪਟਰ ਦੇ ਵਿੱਚ ਫਿਰ ਅੱਗੇ ਹੋਰ ਇਹਦੀ ਡਿਟੇਲ ਜੋ ਤੁਸੀਂ ਸਮਝੋਗੇ ਤੇ ਫਿਰ ਤੁਹਾਨੂੰ ਵੀ ਜਿਹੜਾ ਹੈਗਾ ਤੁਸੀਂ ਐਡਵਾਈਸ ਕਰ ਸਕਦੇ ਹੈਗੇ ਹੋ, ਜਾਂ ਪੇਪਰ ਦੇ ਵਿੱਚ ਆਏ ਕੁਐਸਚਨ ਨੂੰ ਜਿਹੜਾ ਹੈਗਾ, ਜੇ ਕੋਈ ਤੁਹਾਨੂੰ ਇਹਦਾ ਕੁਐਸਚਨ ਪਾਇਆ ਜਾਂਦਾ, ਕੇਸ ਪੁੱਟ ਕੀਤਾ ਜਾਂਦਾ, ਉਹਦਾ ਤੁਸੀਂ ਪ੍ਰੋਪਰਲੀ ਆਨਸਰ ਦੇ ਪਾਓਗੇ। ਤੋ ਇਨਵੈਸਟਮੈਂਟ ਬੇਸਿਕਸ ਕੀ ਹੈਗੇ ਨੇ? ਕੁਛ ਇਨਵੈਸਟਮੈਂਟਸ ਹੁੰਦੇ ਨੇ ਸਿੰਪਲ, ਉਹਨਾਂ 'ਚ ਰਿਟਰਨ ਆਉਂਦੀ ਹੈਗੀ ਹੈ। ਕੁਛ ਹੁੰਦਾ ਕਿ ਰਿਟਰਨ ਦੇ ਉੱਤੇ ਫਿਰ ਰਿਟਰਨ ਆਉਂਦੀ ਹੈਗੀ ਆ। ਸਮਝ ਵਾਸਤੇ ਮੈਂ ਜਿਵੇਂ ਕੰਪਾਊਂਡ ਜਿਹੜੀ ਹੈਗੀ ਆ, ਉਹ ਇਹ ਇੱਕ ਬੜੀ, ਇਹਨੂੰ ਮਤਲਬ ਕੰਪਾਊਂਡਿੰਗ ਨੂੰ 8th ਵੰਡਰ ਆਫ ਦਾ ਵਰਲਡ ਕਹਿੰਦੇ ਹੈਗੇ। ਕਿ ਜਦੋਂ ਪੈਸੇ ਨੂੰ ਪੈਸਾ ਜਿਵੇਂ ਉੱਤੇ ਲੱਗੀ, ਵਿਆਜ ਨੂੰ ਵਿਆਜ ਲੱਗੀ ਜਾਂਦਾ ਹੈਗਾ, ਤੇ ਇੱਕ ਵੱਡੀ ਅਮਾਊਂਟ ਜਿਹੜੀ ਹੈਗੀ ਆ ਫਿਰ ਬਣ ਜਾਂਦੀ ਹੈਗੀ ਆ। ਤਾਂ ਕੰਪਾਊਂਡਿੰਗ ਦਾ ਮਤਲਬ ਕਿ ਜਿਹੜਾ ਤੁਹਾਡਾ ਪ੍ਰਿੰਸੀਪਲ ਹੈਗਾ ਉਹ ਤੇ ਜਿਹੜਾ ਇੰਟਰਸਟ ਲੱਗਣਾ, ਅਗਲੇ ਸਾਲ ਫਿਰ ਉਹਦੇ ਤੇ ਜਿਹੜਾ ਇੰਟਰਸਟ ਲੱਗਦਾ ਹੈਗਾ, ਫਿਰ ਤੀਜੇ ਸਾਲ ਫਿਰ 2 ਸਾਲਾਂ ਦੇ ਪੈਸੇ ਉੱਤੇ ਇੰਟਰਸਟ ਲੱਗਦਾ। ਤਾਂ ਇਦਾਂ ਕੰਪਾਊਂਡ ਹੁੰਦਾ ਜਿਹੜਾ ਹੈਗਾ, ਇਹ ਬਹੁਤ ਵੱਡੀ ਜਿਹੜੀ ਰਕਮ ਬਣ ਜਾਂਦਾ ਹੈਗਾ। ਇਸ ਕਰਕੇ ਉਹਨੂੰ ਕੰਪਾਊਂਡਿੰਗ ਕਹਿ ਦਿੰਦੇ ਹੈਗੇ ਆਪਾਂ। ਤੇ ਜੇ ਆਪਾਂ ਗ੍ਰਾਫ ਦੇ ਵਿੱਚ ਵੇਖੀਏ ਤੇ ਜਿੰਨਾ ਆਪਾਂ ਜ਼ਿਆਦਾ ਟਾਈਮ ਰੱਖਦੇ ਉਨੀ ਤੇਜ਼ੀ ਨਾਲ ਬਾਅਦ 'ਚ ਉਹ ਫੈਲ ਹੈਗਾ। ਉਹ ਕਿਉਂ ਇੰਨੀ ਤੇਜ਼ੀ ਨਾਲ ਬਾਅਦ 'ਚ ਜਾ ਰਿਹਾ ਹੈਗਾ? ਉਹਦਾ ਕਾਰਨ ਇਹ ਹੈਗਾ ਕਿ ਉਹਨੂੰ ਵਿਆਜ ਨੂੰ ਵੀ ਵਿਆਜ ਰੀਇਨਵੈਸਟ ਅਮਾਊਂਟ ਹੋ ਰਹੀ ਹੈਗੀ ਹੈ। ਮੰਨ ਲਓ ਅੱਜ ਤੁਸੀਂ 10,000 ਮਿਊਚੁਅਲ ਫੰਡ 'ਚ ਲਗਾਇਆ ਸੀ, ਅਗਲੇ ਸਾਲ 11 ਹੋ ਗਿਆ,
ਤੇ ਅਗਲੇ ਸਾਲ ਤੁਹਾਡਾ 11 ਇਨਵੈਸਟ ਹੋ ਗਿਆ, 11 ਤੋਂ ਉੱਤੇ ਫਿਰ ਉਹਨੇ ਜਿਹੜੀ ਰਿਟਰਨ ਆਉਣੀ ਹੈਗੀ ਆ, ਫਿਰ ਮੰਨ ਲਓ ਅਗਲੇ ਸਾਲ 12,000 ਹੋ ਗਿਆ ਜਾਂ 12,200 ਹੋ ਗਿਆ, ਹਨਾ। ਤੇ ਉਹਦੇ ਤੇ ਫਿਰ ਤੁਹਾਨੂੰ ਫਿਰ ਰਿਟਰਨ ਏਦਾਂ ਕਰਕੇ ਜਿੰਨਾ ਟਾਈਮ ਜ਼ਿਆਦਾ ਉਹਦੇ ਬਾਅਦ 'ਚ ਫਾਸਟ ਗਰੋ ਜਿਹੜੇ ਤੁਹਾਡੇ ਪੈਸੇ ਕਰਦੇ ਹੈਗੇ ਨੇ, ਉਹ ਇਹਨੂੰ ਆਪਾਂ ਕੰਪਾਊਂਡਿੰਗ ਇੰਪੈਕਟ ਕਹਿੰਦੇ ਹੈਗੇ ਆ। ਇਨਵੈਸਟਮੈਂਟ ਰਿਟਰਨਸ ਦੀ ਗੱਲ ਕਰਦੇ ਹੈਗੇ ਆ, ਤੇ ਜ਼ਿਆਦਾ ਕਰਕੇ ਰਿਟਰਨ ਆਪਾਂ ਐਕਸਪੈਕਟ ਤੇ ਪੋਜ਼ਿਟਿਵ ਕਰਦੇ ਹਾਂ, ਪਰ ਕਈ ਵਾਰੀ ਨੈਗੇਟਿਵ ਵੀ ਹੋ ਜਾਂਦੀ ਹੈਗੀ ਹੈ। ਆਪਾਂ ਐਗਜ਼ਾਮਪਲ ਪੜ੍ਹਦੇ ਹੈਗੇ ਆ। ਸਲੀਮ ਨੇ ਪੈਸੇ ਇਨਵੈਸਟ ਕੀਤੇ ਜੀ 10,000, ਤੇ ਉਹਨੂੰ ਜਿਹੜੇ ਹੈਗੇ ਨੇ ਉਹ 11,000 ਰਿਟਰਨ ਮਿਲੇ। ਇਹਦਾ ਮਤਲਬ ਕੀ ਹੈਗਾ ਕਿ 1,000 ਜਿਹੜਾ ਹੈਗਾ ਉਹਨੂੰ ਪ੍ਰੋਫਿਟ ਹੋਇਆ, 1,000 ਪ੍ਰੋਫਿਟ ਹੋਇਆ, ਤਾਂ ਦੈਟ ਮੀਨਸ 10% ਉਹਨੂੰ ਜਿਹੜਾ ਰਿਟਰਨ ਆਈ। ਠੀਕ ਹੈ, ਇਹ 'ਚ ਟਾਈਮ ਨਹੀਂ ਦਿੱਤਾ ਹੈਗਾ ਵੀ ਕਿੰਨੇ ਚਿਰ 'ਚ ਉਹਨੇ ਇਨਵੈਸਟ ਕੀਤੇ। ਸਿੰਪਲੀ ਉਹਨਾਂ ਨੇ ਸਮਝਾਉਣਾ ਚਾਹਿਆ ਹੈਗਾ ਕਿ 10,000 ਜੇ ਉਹਨੇ ਇਨਵੈਸਟ ਕੀਤੇ ਸੀ ਤੇ 11,000 ਉਹਨੂੰ ਵਾਪਸ ਮਿਲੇ, ਦੈਟ ਮੀਨਸ ਕਿ 1,000 ਉਹਨੂੰ ਪ੍ਰੋਫਿਟ ਹੋਇਆ, ਤੇ ਜੇ ਆਪਾਂ ਪਰਸੈਂਟੇਜ ਕਰੀਏ ਤੇ 10,000 ਦੇ ਪਿੱਛੇ ਉਹਨੂੰ 10% ਦੀ ਰਿਟਰਨ ਮਿਲੀ। ਤੋ ਕਈਆਂ ਦੇ ਵਿੱਚ ਕੀ ਹੈਗਾ ਕਿ ਉਹ ਨੈਗੇਟਿਵ ਵੀ ਜਾ ਸਕਦੀ ਹੈਗੀ ਆ, ਠੀਕ ਆ। ਤੋ ਇਹ ਤੁਸੀਂ ਮਤਲਬ ਸਾਰਾ ਜਦੋਂ ਵੀ ਤੁਸੀਂ ਇਨਵੈਸਟ ਕਰਨੇ ਨੇ ਪੈਸੇ, ਤੇ ਤੁਸੀਂ ਇਹ ਵੇਖਣਾ ਕਿ ਉਹਦੇ 'ਚ ਰਿਸਕ ਕਿੰਨਾ ਹੈਗਾ, ਰਿਟਰਨ ਦਾ ਪੋਟੈਂਸ਼ੀਅਲ ਕਿੰਨਾ ਹੈਗਾ, ਤੇ ਰਿਸਕ ਕਿੰਨਾ ਹੈਗਾ, ਦੋਨੋਂ ਚੀਜ਼ਾਂ ਜਿਹੜੀਆਂ ਦੇਖਣੀਆਂ ਪੈਂਦੀਆਂ ਹੈਗੀਆਂ। ਤੋ ਇਹ ਤੁਸੀਂ ਪੜ੍ਹ ਲੈਣਾ ਹੈਗਾ, ਕੁਛ ਇੰਨਾ ਉਹ ਨਹੀਂ ਹੈਗਾ ਵੀ ਟੈਕਨੀਕਲ, ਕਿ ਕਿਉਂਕਿ ਤੁਸੀਂ ਰਿਸਕ ਜ਼ਰੂਰ ਵੇਖਣਾ ਹੈਗਾ। ਫਿਰ ਆਪਣਾ ਇਹ ਵੀ ਦੇਖਣਾ ਹੈਗਾ ਕਿ ਇਹ 'ਚ ਪੈਸੇ ਲਗਾਉਣੇ ਨੇ, ਰੋਜ਼ ਰਿਸਕ ਹੈਗਾ ਜਾਂ ਹਾਈ ਰਿਸਕ ਹੈਗਾ। ਆਪਾਂ ਐਗਜ਼ਾਮਪਲ ਪੜ੍ਹਦੇ ਹਾਂ, ਕੰਸੈਪਟ ਕਲੀਅਰ ਹੋ ਜਾਏਗਾ। ਇੱਕ ਵੱਡਾ ਰਿਸਕ ਇਹ ਵੀ ਹੁੰਦਾ ਕਿ ਇਨਫਲੇਸ਼ਨ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਬਿਗ ਇੰਪੈਕਟ ਪਾਉਂਦਾ ਹੈਗਾ ਤੁਹਾਡੀ ਰਿਟਰਨ ਦੇ ਉੱਤੇ। ਮੰਨ ਲਓ ਕਿ ਅੱਜ ਤੁਸੀਂ $100 ਲਗਾਉਂਦੇ ਹੈਗੇ ਹੋ, ਜੇ 2 ਸਾਲਾਂ 1 ਸਾਲ ਬਾਅਦ 'ਚ ਜੇ ਤੁਹਾਨੂੰ ਮਤਲਬ $4 ਨਾਲ ਇੰਟਰਸਟ ਦੇ ਮਿਲ ਜਾਂਦੇ ਨੇ, ਪਰ ਜਿਹੜੀ ਚੀਜ਼ ਸੀ $100 ਦੀ ਆਉਂਦੀ, ਉਹ ਹੁਣ $102 ਦੀ ਹੋ ਗਈ। ਦੈਟ ਮੀਨ ਕਿ ਐਕਚੁਅਲੀ ਰਿਟਰਨ ਤਾਂ ਤੁਹਾਨੂੰ $2 ਹੀ ਹੋਇਆ। ਤੋ ਕਹਿਣ ਦਾ ਭਾਵ ਕਿ ਜਿਹੜਾ ਇਨਫਲੇਸ਼ਨ ਹੈਗਾ ਉਹ ਵੀ ਤੁਹਾਡੀ ਰਿਟਰਨ ਨੂੰ ਈਟ ਆਊਟ ਕਰ ਦਿੰਦਾ ਹੈਗਾ, ਖਾ ਜਾਂਦਾ ਹੈਗਾ। ਇਹ ਬੜਾ ਵੱਡਾ ਜਿਵੇਂ ਮੈਂ ਕਿਹਾ ਨਾ ਕਿ ਜਿਹੜਾ ਕੰਪਾਊਂਡਿੰਗ ਹੈਗਾ, ਉਹ 8th ਵੰਡਰ ਆਫ ਵਰਲਡ ਆਪਾਂ ਉਹਨੂੰ ਮੰਨਦੇ ਹੈਗੇ ਆ। ਸੇਮ ਹੀ ਜਿਹੜਾ ਹੈਗਾ ਕਿ ਇਨਫਲੇਸ਼ਨ ਜਿਹੜਾ ਹੈਗਾ ਇਹ ਵੱਡਾ ਦੈਂਤ ਹੈਗਾ, ਜਿਹੜੀ ਤੁਹਾਡੀ ਪੈਸੇ ਨੂੰ ਖਾ ਜਾਂਦਾ ਹੈਗਾ। ਜਾਂ ਤੁਹਾਡੀ ਜੇ ਪੈਸਾ ਤੁਸੀਂ ਇਨਵੈਸਟ ਨਹੀਂ ਕੀਤਾ, ਪਏ ਪੈਸੇ ਨੂੰ ਇਹ ਖਾ ਜਾਂਦਾ ਹੈਗਾ। ਜਾਂ ਜੇ ਪੈਸਾ ਤੁਹਾਡਾ ਗਰੋ ਵੀ ਕਰ ਰਿਹਾ ਹੈਗਾ, ਤੇ ਉਹਦੀ ਜਿਹੜੀ ਗਰੋਥ ਹੋ ਰਹੀ ਹੈਗੀ ਆ, ਉਹਦੇ ਵਿੱਚੋਂ ਕੁਝ ਪੋਰਸ਼ਨ ਇਨਫਲੇਸ਼ਨ ਜਿਹੜਾ ਖਾ ਜਾਂਦਾ ਹੈਗਾ। ਜਿਵੇਂ ਮੰਨ ਲਓ ਕਿ ਕਿਸੇ ਨੇ 3% ਦੇ ਉੱਤੇ ਉਹਨੇ ਜਮ੍ਹਾਂ ਕਰਾਏ ਸੀ ਰਿਟਰਨ ਦੇ, ਤਾਂ 3 ਦੇ 'ਚੋਂ ਉਹਨੇ ਇਨਫਲੇਸ਼ਨ ਉਸ ਸਾਲ ਦੀ ਰਹੀ 1.8%। ਤੋ ਦੈਟ ਮੀਨਸ 3 ਦੇ ਵਿੱਚੋਂ ਜੇ ਅਸੀਂ 1.8% ਕੱਢ ਦਿਆਂਗੇ ਤੇ 1.2% ਹੀ ਰਹਿ ਗਈ। ਸੋ ਦੈਟ ਮੀਨ ਐਕਚੁਅਲੀ ਰਿਟਰਨ ਕਿੰਨੀ ਹੋਈ, 1.2% ਸਾਡੀ ਰਹੀ। ਉਹ ਇਹ ਇਨਫਲੇਸ਼ਨ, ਜਦੋਂ ਵੀ ਤੁਹਾਨੂੰ ਕੁਐਸਚਨ ਕੋਈ ਆਵੇ, ਇਨਫਲੇਸ਼ਨ ਨੂੰ ਆਪਾਂ ਮਾਈਨਸ ਕਰਨਾ, ਐਕਚੁਅਲੀ ਰਿਟਰਨ ਜਿਹੜੀ ਹੈਗੀ ਉਹ ਇਨਫਲੇਸ਼ਨ ਮਾਈਨਸ ਕਰਕੇ ਹੀ ਉਹਨੂੰ ਆਪਾਂ ਮੰਨਦੇ ਹੈਗੇ ਆ। ਤੇ ਹੁਣ ਅਸੀਂ ਪੈਸੇ ਆਪਣੇ ਜਮ੍ਹਾਂ ਕਰਾਣੇ ਨੇ ਕਿਤੇ ਨਾ ਕਿਤੇ, ਤੇ ਉਹਦੇ ਵਿੱਚ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿਹੜੇ ਐਸਟਸ ਕਲਾਸ ਹੈਗੀਆਂ। ਤੋ ਐਸਟਸ ਕਲਾਸ ਕਿਹੜੀਆਂ ਹੈਗੀਆਂ ਬੇਸਿਕਲੀ, ਇੱਕ ਤੇ ਹੈਗਾ ਕਿ ਸਟਾਕਸ, ਜਿਵੇਂ ਪਹਿਲਾਂ ਵੀ ਗੱਲ ਕੀਤੀ, ਸ਼ੇਅਰ ਮਾਰਕੀਟ, ਤੇ ਦੂਜਾ ਬਾਉਂਡਸ ਮਾਰਕੀਟ ਹੈਗੀ ਹੈ, ਫਿਕਸਡ ਇਨਕਮ ਇਹਦੇ ਤੇ ਮਿਲਦੀ ਹੈਗੀ ਆ। ਜਾਂ ਇੱਕ ਤਰ੍ਹਾਂ ਦਾ ਜਿਹੜਾ ਡੈਟ ਕੋਈ ਵੀ ਤੁਹਾਡੇ ਕੋਲੋਂ ਲੈਂਦਾ ਹੈਗਾ, ਤਾਂ ਉੱਥੇ ਤੁਹਾਨੂੰ ਕਹਿੰਦਾ ਵੀ 5% 7% ਜੋ ਵੀ ਦੇਣਾ ਹੈਗਾ, ਤੇ ਗਰੰਟਿਡ ਹੁੰਦਾ ਵੈਸੇ। ਤੇ ਇਹ ਬਾਉਂਡਸ ਹੁੰਦੇ ਨੇ, ਜਾਂ ਕੈਸ਼ ਜਿਵੇਂ ਆਪਾਂ ਆਪਣੇ ਅਕਾਊਂਟ ਵਗੈਰਾ ਦੇ ਵਿੱਚ ਰੱਖ ਦਿੰਦੇ ਹੈਗੇ ਆ। ਤੇ ਜਾਂ ਕੁਝ ਹੋਰ ਵੀ ਮਨੀ ਮਾਰਕੀਟ ਵੀ ਹੁੰਦੀ ਹੈ ਜਿਹਦੇ 'ਚ ਸਿਰਫ ਕੈਸ਼ ਦਾ ਹੀ ਲੈਣ ਦੇਣ ਹੁੰਦਾ। ਉਹ ਇੱਕ ਡਿਫਰੈਂਟ ਚੈਪਟਰ ਹੈਗਾ, ਫਿਰ ਆਪਾਂ ਲੇਟਰ ਔਨ ਜਾ ਕੇ ਉਹਦੇ 'ਤੇ ਗੱਲ ਕਰਾਂਗੇ। ਪਰ ਮੇਨ ਮੋਟੇ ਤੌਰ 'ਤੇ ਸਾਨੂੰ ਕੀ ਲੱਗਿਆ ਕਿ ਇੱਕ ਤਾਂ ਸਟਾਕਸ ਹੈਗੇ ਨੇ, ਸ਼ੇਅਰ ਮਾਰਕੀਟ 'ਚ ਬਾਉਂਡਸ ਹੈ, ਕੈਸ਼ ਹੈ, ਤੇ ਕੁਛ ਲੋਕੀ ਜਿਹੜੇ ਹੈਗੇ ਨੇ ਰੀਅਲ estate ਦੇ ਵਿੱਚ ਵੀ ਕੰਮ ਕਰਦੇ ਨੇ, ਕੁਛ ਕਮੋਡਿਟੀਜ਼, ਮਤਲਬ ਜਿਵੇਂ ਚੀਨੀ ਖਰੀਦ ਲਈ, ਫਿਰ ਹੋਲਡ ਕਰ ਲਈ, ਫਿਰ ਵੇਚ ਦਿੱਤੀ, ਜਾਂ ਕੋਈ ਏਦਾਂ ਸੋਨਾ ਖਰੀਦ ਲਿਆ, ਜਾਂ ਚਾਂਦੀ ਖਰੀਦ ਲਈ, ਜਾਂ ਕੁਛ ਆਇਲ ਖਰੀਦ ਲਿਆ, ਏਦਾਂ ਉਹਨੂੰ ਕਮੋਡਿਟੀਜ਼ ਆਪਾਂ ਕਹਿ ਦਿੰਦੇ ਹੈਗੇ ਆ। ਤੇ ਉਹਦੇ ਵਿੱਚ ਵੀ ਲੋਕੀ ਜਿਹੜੇ ਹੈਗੇ ਨੇ, ਫੂਡ ਗ੍ਰੇਨਸ ਹੈਗੇ ਨੇ, ਉਹਨਾਂ 'ਚ ਲੋਕੀ ਦਾਲਾਂ ਦੇ ਵਿੱਚ ਜਿਹੜਾ ਵਪਾਰ ਕਰਦੇ ਹੈਗੇ ਨੇ। ਤੇ ਉੱਥੇ ਵੀ ਤੁਸੀਂ ਆਪਣੇ ਪੈਸੇ ਇਨਵੈਸਟ ਕਰ ਸਕਦੇ ਹੈਗੇ ਹੋ। ਤੇ ਹਰ ਇੱਕ ਕਲਾਸ ਦੇ ਆਪਣੇ ਆਪਣੇ ਇਹਦੇ ਫਾਇਦੇ ਨੇ, ਤੇ ਆਪਣੇ ਆਪਣੇ ਇਹਦੇ ਰਿਸਕ ਨੇ, ਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਅੱਗੇ ਜਾ ਕੇ।
ਡਿਵਰਸੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਕਿ ਆਪਾਂ ਫਿਰ ਇੱਕ ਜਗ੍ਹਾ ਤੇ ਨਹੀਂ ਪੈਸੇ ਲਗਾਉਂਦੇ, ਡਿਵਰਸੀਫਾਈ ਕਰਦੇ ਨੇ ਵੀ ਅਲੱਗ-ਅਲੱਗ ਸੈਕਟਰਸ ਦੇ ਵਿੱਚ, ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਆਪਾਂ ਆਪਣੇ ਪੈਸੇ ਲਗਾਉਂਦੇ ਆ, ਤਾਂ ਕਿ ਸਾਡਾ ਜਿਹੜਾ ਰਿਸਕ ਡਿਵਰਸੀਫਾਈ ਹੋ ਜਾਵੇ, ਵੰਡਿਆ ਜਾਵੇ ਰਿਸਕ। ਠੀਕ ਹੈ ਜੀ। ਤੋ ਇਹ ਡਿਵਰਸੀਫਿਕੇਸ਼ਨ ਦੀ ਤੁਹਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਵੀ ਕੀ ਹੈਗਾ। ਤੋ ਡਿਵਰਸੀਫਿਕੇਸ਼ਨ ਵਾਸਤੇ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈਗੀ ਆ ਕਿ ਜੇ ਤੁਸੀਂ ਡਿਵਰਸੀਫਾਈ ਕਰਨਾ ਚਾਹੁੰਦੇ ਹੈਗੇ ਤਾਂ ਮਿਊਚੁਅਲ ਫੰਡ ਵਿੱਚ ਪੈਸੇ ਲਗਾ ਦਿਓ, ਜਾਂ ਐਕਸਚੇਂਜ ਟ੍ਰੇਡਡ ਫੰਡਸ, ETF ਫੰਡ, ਇਹ ਵੀ ਮਤਲਬ ਇੱਕ ਤਰ੍ਹਾਂ ਦੇ ਮਿਊਚੁਅਲ ਫੰਡ ਹੀ ਹੁੰਦੇ ਨੇ ETF। ਤੇ ਉਹ 'ਚ ਵੀ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਅਲੱਗ-ਅਲੱਗ ਸੈਕਟਰਸ ਵਿੱਚ ਪੈਸੇ ਲਗਾਏ ਜਾਂਦੇ, ਉਹਨੂੰ ਆਪਾਂ ਡਿਵਰਸੀਫਾਈ ਕਰਨ ਵਾਸਤੇ ਕਹਿੰਦੇ ਹੈਗੇ ਆ। ਲਿਕੁਇਡਿਟੀ ਦਾ ਕੀ ਮਤਲਬ ਹੈਗਾ ਕਿ ਕੋਈ ਵੀ ਸਾਡੇ ਕੋਲ ਐਸਟ ਹੈ, ਪ੍ਰਾਪਰਟੀ ਹੈ, ਜਾਂ ਮੇਰੇ ਕੋਲ ਬੌਂਡਸ ਨੇ, ਜਾਂ ਮੇਰੇ ਕੋਲ FD ਹੈ, ਜਾਂ ਮੇਰੇ ਕੋਲ ਬੈਂਕ 'ਚ ਪੈਸੇ ਹੈਗੇ ਨੇ, ਤੇ ਉਹ ਕੈਸ਼ ਦੇ ਵਿੱਚ, ਮੇਰੇ ਹਾਰਡ ਕੈਸ਼ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਕਨਵਰਟ ਕਿੰਨੀ ਛੇਤੀ ਹੁੰਦੇ ਨੇ, ਉਹਨੂੰ ਆਪਾਂ ਲਿਕੁਇਡਿਟੀ ਕਹਿ ਦਿੰਦੇ ਹੈਗੇ ਆ। ਕੁਛ ਐਸਟਸ ਹੈਗੇ ਨੇ ਜਿਹੜੇ ਈਜ਼ੀਲੀ ਲਿਕੁਇਡੇਟ ਹੋ ਜਾਂਦੇ ਨੇ। ਮੰਨ ਲਓ ਕਿ ਬੈਂਕ 'ਚ ਤੁਹਾਡੇ ਪੈਸੇ ਨੇ, ਜਦੋਂ ਮਰਜ਼ੀ ਜਾ ਕੇ ਕਢਾ ਸਕਦੇ ਹੈਗੇ ਹੋ। ਬੈਂਕ ਦੇ ਵਿੱਚ ਤੁਹਾਡੀ FD ਹੈਗੀ ਹੈ, ਜਦੋਂ ਮਰਜ਼ੀ ਤੁਸੀਂ ਕਢਾ ਸਕਦੇ ਹੈਗੇ ਹੋ। ਮੰਨ ਲਓ ਬੌਂਡਸ ਹੈਗੇ ਨੇ, ਉਹ ਲਿਕੁਇਡੇਟ ਤੇ ਹੋ ਜਾਂਦੇ ਨੇ, ਥੋੜਾ ਜਿਹਾ ਟਾਈਮ ਲੱਗ ਸਕਦਾ, 2-4 ਦਿਨ। ਠੀਕ ਹੈ। ਮਿਊਚੁਅਲ ਫੰਡ ਹੈਗਾ, ਲਿਕੁਇਡਿਟੀ ਤੇ ਹੈਗੀ ਹੈ, ਪਰ ਹੋ ਸਕਦਾ 2-4 ਦਿਨ ਤੁਹਾਨੂੰ ਟਾਈਮ ਲੱਗ ਜਾਵੇ ਉਹਦਾ। ਤੇ ਹੁਣ ਮੰਨ ਲਓ ਕਿ ਤੁਸੀਂ ਖਰੀਦੇ ਹੈਗੇ ਨੇ ਸ਼ੇਅਰ, ਤੇ ਸ਼ੇਅਰ ਖਰੀਦਣ ਦੇ ਵਿੱਚ ਵੀ ਜਿਹੜਾ ਹੈਗਾ ਟ੍ਰੇਡਿੰਗ ਤੇ ਸੇਮ ਡੇ ਹੋ ਜਾਂਦੀ, ਪਰ ਹੋ ਸਕਦਾ ਕੈਸ਼ ਆਉਣ ਨੂੰ 2-4 ਦਿਨ ਤੁਹਾਡੇ ਅਕਾਊਂਟ ਦੇ ਵਿੱਚ ਲੱਗ ਜਾਣ। ਮੰਨ ਲਓ ਕਿ ਹੁਣ ਰੀਅਲ ਸਟੇਟ ਹੈਗਾ, ਤੇ ਤੁਸੀਂ ਕੋਈ ਪ੍ਰਾਪਰਟੀ ਲਈ ਸੀ, ਕਮਰਸ਼ੀਅਲ ਜਾਂ ਕੋਈ ਸੈਕੰਡਰੀ ਹੋਮ ਲਿਆ ਸੀ, ਉਹਨੂੰ ਜੇ ਤੁਸੀਂ ਵੇਚਣਾ ਚਾਹੋ ਤਾਂ ਹੋ ਸਕਦਾ ਉਹਨੂੰ ਸਾਲ ਲੱਗ ਜਾਏ, 2 ਸਾਲ ਲੱਗ ਜਾਏ, ਜਾਂ ਹੋ ਸਕਦਾ ਕਿ ਵਿਕੇ ਵੀ ਨਾ। ਸੋ ਇਸ ਤਰ੍ਹਾਂ ਦੀਆਂ ਵੀ ਕੁਛ ਐਸੈਟਸ ਹੁੰਦੇ ਨੇ ਜਿਨ੍ਹਾਂ ਦੇ ਵੀ ਲਿਕੁਇਡਿਟੀ ਈਜ਼ੀਲੀ ਨਹੀਂ ਹੁੰਦੀ ਹੈਗੀ, ਤੇ ਇਹ ਵੀ ਆਪਾਂ ਵੇਖਣਾ ਹੁੰਦਾ ਕਿ ਸਾਨੂੰ ਪੈਸੇ ਕਦੋਂ ਚਾਹੀਦੇ ਨੇ, ਜਦੋਂ ਚਾਹੀਦੇ ਨੇਗੇ ਉਹ ਕੈਸ਼ ਦੇ ਵਿੱਚ ਕਨਵਰਟ ਹੋਣਗੇ ਕਿ ਨਹੀਂ ਹੋਣਗੇ। ਤੋ ਦਿਸ ਇਜ਼ ਵੈਰੀ ਗ੍ਰੇਟ ਫੈਕਟਰ ਹੈਗਾ ਜਦੋਂ ਵੀ ਆਪਾਂ ਕੋਈ ਵੀ ਇਨਵੈਸਟਮੈਂਟ ਡਿਸਾਈਡ ਕਰਦੇ ਹੈਗੇ ਕਿ ਆਪਣੇ ਪੈਸੇ ਕਿੱਥੇ ਲਗਾਉਣੇ ਹੈਗੇ ਨੇ। ਤੇ ਜਿੰਨਾ ਟਾਈਮ ਤੁਸੀਂ ਲੰਬਾ ਠਹਿਰੋਗੇ, ਇਨਵੈਸਟਮੈਂਟ ਰਹੇਗੀ ਤੁਹਾਡੀ, ਉਹ ਕੰਪਾਊਂਡ ਇਫੈਕਟ ਜਿਹੜਾ ਹੈਗਾ ਤੁਹਾਡੀ ਮਨੀ ਦੇ ਉੱਤੇ ਪਏਗਾ। ਤੋ ਪ੍ਰੈਜ਼ੈਂਟ ਵੈਲਿਊ ਦਾ ਮਤਲਬ ਕਿਸੇ ਵੀ ਚੀਜ਼ ਦੀ ਅੱਜ ਵੈਲਿਊ ਕੀ ਹੈਗੀ ਤੇ ਫਿਊਚਰ 'ਚ ਵੈਲਿਊ ਕੀ ਹੈਗੀ ਹੈ, ਉਹਨੂੰ ਆਪਾਂ ਪ੍ਰੈਜ਼ੈਂਟ ਵੈਲਿਊ ਕਹਿੰਦੇ ਹੈਗੇ ਆ। ਮੰਨ ਲਓ ਕਿ ਮੈਨੂੰ ਕਿਸੇ ਮੰਨ ਲਓ ਬੱਚੇ ਦਾ ਵਿਆਹ ਹੈਗਾ, ਮੈਨੂੰ ਉਹਦੇ $1 ਲੱਖ ਚਾਹੀਦਾ ਹੈਗਾ, ਤੇ ਮੈਨੂੰ ਇਹ ਨਹੀਂ ਪਤਾ ਕਿ ਮੈਂ ਅੱਜ ਪੈਸੇ ਜਮ੍ਹਾਂ ਕਰਾਵਾਂ ਤੇ ਮੈਨੂੰ 7 ਸਾਲਾਂ ਨੂੰ ਵੀ ਜਿਹੜਾ 1 ਲੱਖ ਮਿਲ ਜਾਏਗਾ, ਜੇ ਉਹਦਾ ਰੇਟ ਆਫ ਇੰਟਰਸਟ ਜਿਹੜਾ ਮੈਨੂੰ ਪਤਾ ਹੋਵੇ। ਮੰਨ ਲਓ ਮੈਨੂੰ ਪਤਾ ਕਿ ਅੱਜ 5% ਰੇਟ ਆਫ ਰਿਟਰਨ ਜਿਹੜਾ ਚੱਲਦਾ ਪਿਆ ਹੈਗਾ, ਤੇ ਮੈਨੂੰ $1 ਲੱਖ 5 ਸਾਲਾਂ ਬਾਅਦ ਚਾਹੀਦਾ ਹੈਗਾ, ਤੇ ਦੈਟ ਮੀਨਸ ਕਿ ਮੈਂ ਕਿੰਨੇ ਪੈਸੇ ਅੱਜ ਜਮ੍ਹਾਂ ਕਰਾਵਾਂ। ਤੇ ਦੈਟ ਮੀਨਸ ਕਿ ਇਹ ਤਾਂ ਮੈਨੂੰ ਪਤਾ, ਐਂਡ ਵੈਲਿਊ ਤਾਂ ਪਤਾ ਮੈਨੂੰ $1 ਲੱਖ ਚਾਹੀਦਾ, ਪਰ ਅੱਜ ਦੀ ਵੈਲਿਊ ਨਹੀਂ ਪਤਾ, ਪ੍ਰੈਜ਼ੈਂਟ ਵੈਲਿਊ ਨਹੀਂ ਪਤਾ ਹੈਗਾ ਵੀ ਕਿੰਨੀ ਚਾਹੀਦੀ ਹੈਗੀ ਹੈ। ਤੇ ਉਹਨੂੰ ਕੈਲਕੂਲੇਟ ਕਰਨ ਵਾਸਤੇ ਇੱਕ ਫਾਰਮੂਲਾ ਹੈਗਾ ਜਿਹਨੂੰ ਕਹਿੰਦੇ ਆ ਪ੍ਰੈਜ਼ੈਂਟ ਵੈਲਿਊ ਇਜ਼ ਇਕੁਅਲ ਟੂ ਫਿਊਚਰ ਵੈਲਿਊ ਡਿਵਾਈਡਡ ਬਾਈ 1 ਪਲੱਸ ਇੰਟਰਸਟ ਰੇਟ। ਠੀਕ ਹੈ। ਹੁਣ ਇਹਨੂੰ ਨਾ ਆਪਾਂ ਐਗਜ਼ਾਮਪਲ ਦੇ ਵਿੱਚ ਸਮਝਦੇ ਹਾਂ, ਤਾਂ ਫਾਰਮੂਲਾ ਤੁਹਾਨੂੰ ਯਾਦ ਕਰਨਾ ਪੈਣਾ, ਯਾਦ ਨਹੀਂ ਕਰਨਾ ਪੈਣਾ, ਕਿਉਂਕਿ ਓਪਨ ਬੁੱਕ ਤੁਹਾਡਾ ਐਗਜ਼ਾਮ ਹੁੰਦਾ, ਤੇ ਤੁਸੀਂ ਬੁੱਕ 'ਚ ਵੇਖ ਸਕਦੇ ਹੈਗੇ ਹੋ। ਤੇ ਜਦੋਂ ਵੀ ਤੁਹਾਨੂੰ ਫਿਊਚਰ ਵੈਲਿਊ ਜਾਂ ਪ੍ਰੈਜ਼ੈਂਟ ਵੈਲਿਊ ਕੋਈ ਕੱਢਣ ਨੂੰ ਕਹਿੰਦਾ ਹੈਗਾ, ਤੇ ਤੁਸੀਂ ਕੀ ਕਰਨਾ ਕਿ PDF ਦੇ ਵਿੱਚ Ctrl+F ਦੱਬ ਕੇ ਤੇ ਫਾਈਂਡ ਕਰਨਾ ਹੈਗਾ, ਤੇ ਉੱਥੇ ਲਿਖ ਦੇਣਾ ਪ੍ਰੈਜ਼ੈਂਟ ਵੈਲਿਊ, ਤੇ ਇਹ ਫਾਰਮੂਲਾ ਦੇ ਨੇੜੇ ਤੇੜੇ ਪੇਜ ਤੁਹਾਡਾ ਖੁੱਲ ਜਾਏਗਾ, ਤੇ ਤੁਸੀਂ ਇਹ ਫਿਰ ਵੇਖ ਕੇ ਈਜ਼ੀਲੀ ਕੈਲਕੂਲੇਟ ਕਰ ਸਕਦੇ ਹੈਗੇ ਹੋ। ਤੇ ਵੈਸੇ ਵੀ ਸੌਖਾ ਹੀ ਹੈਗਾ, ਪ੍ਰੈਜ਼ੈਂਟ ਵੈਲਿਊ ਇਜ਼ ਇਕੁਅਲ ਟੂ ਫਿਊਚਰ ਵੈਲਿਊ ਡਿਵਾਈਡਡ ਬਾਈ ਇਨ ਬ੍ਰੈਕਟ ਪਾ ਕੇ 1 ਪਲੱਸ ਇੰਟਰਸਟ ਰੇਟ ਮਲਟੀਪਲਾਈ ਜਿੰਨੇ ਸਾਲਾਂ ਦੇ ਵਾਸਤੇ ਉਹਨੇ ਟੂ ਦਾ ਪਾਵਰ ਆਫ n ਕੀ ਹੈਗਾ, ਟਾਈਮ ਹੈਗਾ ਵੀ ਕਿੰਨੇ ਸਾਲਾਂ ਵਾਸਤੇ ਜਮ੍ਹਾਂ ਕਰਨੇ ਹੈਗੇ ਪੈਸੇ। ਐਗਜ਼ਾਮਪਲ ਲੈਣੇ ਆਪਾਂ, ਐਗਜ਼ਾਮਪਲ ਤੋਂ ਸੌਖਾ ਸਮਝ ਲੱਗ ਜਾਏਗਾ। ਜੂਲੀ ਕਹਿੰਦੀ ਹੈਗੀ ਕਿ ਉਹ ਸਮਝਣਾ ਚਾਹੁੰਦੀ ਹੈਗੀ ਕਿ ਅੱਜ ਮੈਂ ਕਿੰਨੇ ਪੈਸੇ ਜਮ੍ਹਾਂ ਕਰਾਵਾਂ ਕਿ 5 ਸਾਲਾਂ ਬਾਅਦ ਉਹ ਮੇਰੇ 5000 ਹੋ ਜਾਣ, ਮਤਲਬ ਅੱਜ ਕਿੰਨੇ ਜਮ੍ਹਾਂ ਕਰਾਵਾਂ ਕਿ 5 ਸਾਲਾਂ ਬਾਅਦ ਉਹ 5000 ਹੋ ਜਾਣ। ਤਾਂ ਕਰੰਟ ਐਨੂਅਲ ਇੰਟਰਸਟ ਰੇਟ ਕਿੰਨਾ ਹੈਗਾ ਕਿ 3% ਹੈਗਾ। ਠੀਕ ਹੈ। ਤੇ ਹੁਣ ਇਹ ਦੇਖਣਾ ਹੈਗਾ ਕਿ ਪ੍ਰੈਜ਼ੈਂਟ ਵੈਲਿਊ ਆਪਾਂ ਉਹਦੀ ਕੱਢਣੀ ਹੈਗੀ ਹੈ 5 years ਵਿੱਚ, ਤੇ ਉਹ ਕਿੱਦਾਂ ਕੱਢਾਂਗੇ। ਤੇ ਉਹ ਇਹ ਕਿੱਦਾਂ ਉਹਨਾਂ ਨੇ ਕੱਢੀ ਹੈਗੀ ਪ੍ਰੈਜ਼ੈਂਟ ਵੈਲਿਊ 4313 ਉਹਨਾਂ ਨੇ ਕੱਢੀ ਹੈਗੀ ਆ। ਇਹ ਕਿੱਦਾਂ ਕੱਢੀ ਹੈਗੀ ਆ, ਇਹ ਆਪਾਂ ਕੈਲਕੂਲੇਟ ਤੁਹਾਨੂੰ ਮੈਂ ਕਰਕੇ ਦੱਸਦਾ ਹੈਗਾ ਵੀ ਪ੍ਰੈਜ਼ੈਂਟ ਵੈਲਿਊ ਆਪਾਂ ਕਿੱਦਾਂ ਕੱਢਣੀ ਹੈਗੀ ਆ। ਤੁਸੀਂ ਇਹਨੂੰ ਕੀ ਕਰਨਾ ਕਿ ਸਿੰਪਲ ਪਹਿਲਾਂ ਤਾਂ ਹੈਗਾ ਤੇ ਪਾਵਰਸ ਭਰ ਦੇਣੀਆਂ ਹੈਗੀਆਂ, ਜੋ ਵੀ ਇਹਦੀ ਵੈਲਿਊਜ਼ ਹੈਗੀ ਭਰ ਦੇਣੀ ਹੈ।
ਪ੍ਰੈਜੈਂਟ ਵੈਲਿਊ ਦੀ ਸਾਨੂੰ ਕੋਈ ਨਹੀਂ ਦਿੱਤੀ ਹੋਈ ਸੀ, ਇਹਨਾਂ ਨੇ ਵੈਸੇ ਇੱਥੇ ਬਾਅਦ ਚ ਲਿਖ ਦਿੱਤਾ ਹੈਗਾ, ਇਹ ਸਾਨੂੰ ਪਤਾ ਨਹੀਂ ਹੈ ਕਿੰਨੀ ਹੈਗੀ ਹੈ। ਤੇ 5000 ਡਿਵਾਈਡਡ ਬਾਈ 1 ਦਾ ਵੀ ਪਤਾ ਸੀ, ਤੇ ਸਾਨੂੰ ਇਹ ਵੀ ਪਤਾ ਸੀ 3% ਨੂੰ ਜੇ ਆਪਾਂ 3 ਡਿਵਾਈਡਡ ਬਾਈ 100 ਕਰੀਏ ਤੇ ਉਹਦਾ ਰਿਜ਼ਲਟ ਇਹ ਆਉਂਦਾ ਹੈਗਾ 0.03 ਆਉਂਦਾ ਹੈਗਾ। ਤੇ ਹੁਣ ਆਪਾਂ ਇਹ ਕਹਿੰਦੇ ਪਹਿਲਾਂ ਬ੍ਰੈਕਟ ਨੂੰ ਸੋਲਵ ਕਰਨਾ। ਮੈਂ ਇਹ ਐਕਚੁਅਲੀ ਜਿਹੜਾ ਆਪਣੇ ਕੈਲਕੂਲੇਟਰ ਹੁੰਦੇ ਨੇ, ਬਿਜ਼ਨਸ ਕੈਲਕੂਲੇਟਰ ਹੁੰਦੇ, ਉਹਦੇ 'ਚ ਤੇ ਫਾਰਮੂਲਾ ਹੁੰਦਾ, ਪਰ ਉਹਦੇ 'ਚ ਲੰਬਾ ਚੌੜਾ ਜਾਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ। ਤੇ ਅਸੀਂ ਕੀ ਕਰਦੇ ਹੈਗੇ ਕਿ ਸਿੰਪਲ ਤਰੀਕੇ ਦੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਤੇ ਇਹਨੂੰ ਦਿਮਾਗ 'ਚ ਬਿਠਾ ਲੈਣਾ, ਫੇਰ ਹੀ ਸੌਖਾ ਹੋਏਗਾ ਤੁਹਾਡੇ ਵਾਸਤੇ ਕੰਮ, ਤੇ ਕੁਇਕ ਹੈਗਾ, ਮਤਲਬ ਕਿ 10 ਸੈਕਿੰਡ 20 ਸੈਕਿੰਡ 'ਚ 30 ਸੈਕਿੰਡ ਦੇ ਵਿੱਚ ਤੁਸੀਂ ਇਹਦਾ ਆਨਸਰ ਲੱਭ ਸਕਦੇ ਹੈਗੇ, ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਕਿੱਦਾਂ ਲੱਭਣਾ, ਪਹਿਲਾਂ ਇਹਨੂੰ ਮੈਂ ਸੋਲਵ ਕਰਨਾ 1 ਪਲੱਸ 0.03, ਠੀਕ ਹੈ, ਤੇ ਇਹ ਮੈਂ ਕਿੰਨਾ ਹੋ ਜਾਏਗਾ 1.03 ਹੋ ਜਾਏਗਾ ਟੋਟਲ, ਠੀਕ ਹੈ। ਹੁਣ ਮੈਂ ਇਹਨੂੰ ਮਲਟੀਪਲਾਈ ਕਰਨਾ 5 ਵਾਰੀ, ਕਿਉਂਕਿ 5 ਦੀ ਵੈਲਿਊ ਹੀ 5 ਸਾਲਾਂ 'ਚ ਉਹਨੇ ਵੇਖਣਾ ਹੈਗਾ ਕਿੰਨਾ ਹੈਗਾ, ਤੇ ਇਹਦੀ ਵੈਲਿਊ ਮੈਂ ਕੀ ਕੀਤੀ 1.03 ਆ ਗਿਆ। ਮੈਂ ਚਲੋ ਕੈਲਕੂਲੇਟਰ ਵੀ ਤੁਹਾਡੇ ਨਾਲ ਕਰ ਲੈਣਾ ਹੈਗਾ, ਤੇ ਇੱਥੇ ਆਪਾਂ ਸ਼ੇਅਰ ਕਰਦੇ ਹਾਂ ਕੈਲਕੂਲੇਟਰ ਜੀ। ਤੇ ਤੇ ਇੱਥੇ ਆ ਗਿਆ ਜੀ ਆਪਣੇ ਕੈਲਕੂਲੇਟਰ ਆ ਗਿਆ, ਇਹ ਕੈਲਕੂਲੇਟਰ ਆ ਗਿਆ, ਠੀਕ ਹੈ। ਤੇ ਉਹਦੇ 'ਚ ਮੈਂ ਕੀ ਕਰ ਰਿਹਾ ਸੀ ਕਿ 1 ਪਲੱਸ ਮਾਈਨਸ ਕਿਉਂ ਆ ਰਿਹਾ, ਵਾਈਡ ਸ਼ੋਇੰਗ ਸਟੈਂਡਰਡ ਵਾਲਾ ਆਪਾਂ ਯੂਜ਼ ਕਰਨਾ, ਠੀਕ ਹੈ। तो 1 प्लस 0.03 is equal to, yeah, why it is showing minus, I don't know, अच्छा है प्लस माइनस है, चलो मैं गलत बटन नप रहा सी। 1 प्लस 0.03 इज इक्वल, ये आ गया ना साडे कोल जिहड़ा 1.03 ਤੁਹਾਨੂੰ ਉੱਥੇ ਦਿਖਾ ਰਿਹਾ ਸੀ ਬ੍ਰੈਕਟ ਦੇ ਵਿੱਚ, ਉਹ ਆਪਾਂ ਇੱਥੇ ਲਿਖ ਲਿਆ। ਹੁਣ ਇਹਨੂੰ 5 ਵਾਰੀ ਗੁਣਾ ਕਰਨਾ, ਕਿਉਂਕਿ ਉੱਥੇ 5 ਵਾਰੀ ਲਿਖਿਆ ਹੈ ਕਿ 5 ਵਾਰੀ, 5 ਵਾਰੀ ਗੁਣਾ ਕਿਹਦੇ ਨਾਲ ਕਰਨਾ, ਮਲਟੀਪਲਾਈ 1.03 ਮਲਟੀਪਲਾਈ 1.03, 3 ਵਾਰੀ ਹੋ ਗਿਆ, ਮਲਟੀਪਲਾਈ 1.03 4 ਵਾਰੀ ਹੋ ਗਿਆ 1.03, ਤੇ ਇਹ ਹੋ ਗਿਆ 5 ਵਾਰੀ ਆਪਣਾ ਹੋ ਗਿਆ, ਕਿਉਂਕਿ 5 ਵਾਰੀ ਉੱਥੇ ਲਿਖਿਆ ਤੇ 5 ਵਾਰੀ ਆਪਾਂ ਨੂੰ ਮਲਟੀਪਲਾਈ ਕਰ ਲਿਆ। ਹੁਣ ਇਹਨੂੰ ਮੈਂ ਇਹ ਬਹੁਤ ਲੰਬਾ ਹੈਗਾ ਆਨਸਰ, ਕਿਉਂਕਿ ਜਿੱਥੇ 9 ਹੋਣ ਤੇ 6 ਹੋ ਜਾਂਦੇ ਹੈਗੇ ਨੇ, ਠੀਕ ਹੈ। ਤੇ ਇਹਨੂੰ ਆਪਾਂ 1.16 ਸਮਝ ਲੈਣਾ ਹੈਗਾ, ਠੀਕ ਹੈ, 1.16। ਤੇ ਹੁਣ ਉੱਥੇ ਜਿਹੜਾ ਸੀ ਡਿਵਾਈਡ, ਇਹ ਕੀ ਹੈਗਾ ਬ੍ਰੈਕਟ 5000 ਡਿਵਾਈਡਡ ਬਾਈ ਇਹ ਬ੍ਰੈਕਟ ਵਾਲਾ ਜਿਹੜਾ ਕੁਐਸਚਨ ਸੀ ਉਹ ਸੀ ਵਿੱਚ। ਹੁਣ ਆਪਾਂ ਬ੍ਰੈਕਟ ਵਾਲੇ ਦੀ ਵੈਲਿਊ ਕੱਢ ਲਈ 1.16, ਤੇ ਹੁਣ ਮੈਂ ਕੀ ਕਰਨਾ ਹੈਗਾ ਕਿ 5000, ਕਿਉਂਕਿ ਉੱਥੇ 5000 ਡਿਵਾਈਡਡ ਬਾਈ 1.16 ਆ ਰਿਹਾ ਸੀ, ਹੈ ਨਾ, ਆਨਸਰ ਜਿਹੜਾ ਸਾਡਾ ਆਇਆ, ਤੇ ਉਹਨੂੰ ਮੈਂ ਕਰਾਂਗਾ ਤੇ ਇਹ ਆ ਜਾਏਗਾ 4310, ਠੀਕ ਹੈ। ਹੁਣ ਤੁਹਾਨੂੰ ਉੱਥੇ ਆਨਸਰ ਦਿੱਤੇ ਹੋਣੇ ਨੇ, 2-3 ਆਨਸਰ ਦਿੱਤੇ ਹੋਣੇ ਨੇ, ਵੀ ਇਹ ਤੁਸੀਂ ਦੱਸੋ ਕਿ ਜਿਵੇਂ ਉੱਥੇ ਤੁਹਾਨੂੰ ਆਨਸਰ 4313 ਦਿੱਤਾ ਹੋਣਾ, ਇੱਕ 4400 ਦਿੱਤਾ, ਇੱਕ ਤੁਹਾਨੂੰ ਮੈਂ ਵੀ 2000 ਦਿੱਤਾ ਹੋਏਗਾ ਜਾਂ ਕੁਝ ਵੀ ਦਿੱਤਾ ਹੋਏਗਾ, ਹਨਾ। ਤਾਂ ਤੁਸੀਂ ਏਦਾਂ ਜੇ ਇੱਕ ਫਟਾਫਟ ਕੈਲਕੂਲੇਸ਼ਨ ਕਰਕੇ 30 ਸੈਕਿੰਡ ਦੇ ਵਿੱਚ ਦੇਖ ਲਿਆ ਵੀ 4310 ਬੰਦੇ, ਦੈਟ ਮੀਨਸ ਕਿ ਇਹ ਆਨਸਰ ਸਹੀ ਹੈਗਾ, ਵੀ 4313 ਜਿਹੜਾ ਹੈਗਾ ਵੀ ਸਹੀ ਆਨਸਰ ਹੈਗਾ। ਤੋ ਇਸ ਤਰ੍ਹਾਂ ਦੀ ਤੁਸੀਂ ਜਿਹੜੀ ਹੈਗੀ ਹੈ ਪ੍ਰੈਜੈਂਟ ਵੈਲਿਊ ਕੱਢਣੀ ਹੈਗੀ ਆ। ਤੁਹਾਨੂੰ ਫਾਰਮੂਲਾ ਨਹੀਂ ਸਮਝ ਲੱਗਾ, ਤੁਸੀਂ ਦੁਬਾਰਾ ਜਾ ਕੇ ਦੁਬਾਰਾ ਦੇਖ ਲਓ ਇਹਨੂੰ, ਵੀਡੀਓ ਨੂੰ। ਜੇ ਫਿਰ ਵੀ ਨਹੀਂ ਸਮਝ ਲੱਗਦਾ ਹੈਗਾ, ਯੂ ਕੈਨ ਕਾਲ ਮੀ ਔਰ ਯੂ ਕੈਨ ਸੈਂਡ ਮੀ ਈਮੇਲ ਮੈਸੇਜ, ਸੋ ਮੈਂ ਤੁਹਾਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਤੋ ਇਸੇ ਤਰ੍ਹਾਂ ਇਹ ਆਪਣੇ ਕੀ ਹੈਗਾ ਸੀ ਪ੍ਰੈਜੈਂਟ ਵੈਲਿਊ, ਦੈਟ ਮੀਨਸ 4313 ਡਾਲਰ ਉਹ ਜਮ੍ਹਾਂ ਕਰਾ ਦੇ 3% ਤੇ 5 ਸਾਲਾਂ ਵਾਸਤੇ, ਤੇ 5000 ਬਣ ਜਾਣਗੇ 5 ਸਾਲਾਂ ਬਾਅਦ, ਠੀਕ ਹੈ। ਤੋ ਇਸੇ ਤਰ੍ਹਾਂ ਜੇ ਆਪਾਂ ਫਿਊਚਰ ਵੈਲਿਊ ਪਤਾ ਕਰਨਾ ਹੋਵੇ, ਕਿ ਸਾਨੂੰ ਹੁਣ ਦੀ ਵੈਲਿਊ ਪਤਾ, ਫਿਊਚਰ ਵੈਲਿਊ ਨਹੀਂ ਪਤਾ, ਤੇ ਉਹ ਵੀ ਫਾਰਮੂਲਾ ਇਹੋ ਹੀ ਹੈਗਾ ਕਿ ਆਪਾਂ ਫਿਊਚਰ ਵੈਲਿਊ ਦਾ ਸਾਨੂੰ ਜਿਹੜਾ ਹੈਗਾ ਕਿ ਆਪਾਂ ਕੱਟਣੀ ਹੈਗੀ ਆ, ਤੇ ਪ੍ਰੈਜੈਂਟ ਵੈਲਿਊ ਦਾ ਜਿਹੜਾ ਸਾਨੂੰ ਵੀ ਪਤਾ ਹੈਗਾ, ਵੀ ਮੰਨ ਲਓ ਕਿ ਮੇਰੇ ਕੋਲ ਅੱਗੇ ਇੱਕ ਐਗਜ਼ਾਮਪਲ ਮੈਂ ਸ਼ਾਇਦ ਹੈਗੀ ਆ, ਕਿ ਆਪਾਂ ਇਹ ਹੀ ਦੇਖਦੇ ਹਾਂ ਕਿ ਸੈਮ ਕੋਲ 5000 ਹੈਗੇ ਨੇ ਟੁਡੇ, ਤੇ ਉਹ ਕਹਿੰਦਾ ਕਿ ਮੈਂ ਜਮ੍ਹਾਂ ਕਰਾਵਾਂ ਇਹਨਾਂ ਨੂੰ 5 ਸਾਲ ਵਾਸਤੇ,
ਤੇ 3% ਇੰਟਰਸਟ ਹੈਗਾ, ਤੇ ਇਹਦਾ ਫਿਰ ਜਿਹੜੀ ਹੈਗੀ ਹੈ ਵੈਲਿਊ ਵੀ 5 ਸਾਲਾਂ ਬਾਅਦ ਕਿੰਨੀ ਹੋਏਗੀ। ਤੇ ਫਿਊਚਰ ਵੈਲਿਊ ਕੱਢਣ ਵਾਸਤੇ ਅਸੀਂ ਕੀ ਕੀਤਾ, 5000 ਇੱਥੇ ਹੁਣ ਗੁਣਾ ਕਰਨਾ ਹੈ, ਕਿਉਂਕਿ ਇਹ ਫਾਰਮੂਲਾ ਰਿਵਰਸ ਹੋ ਜਾਂਦਾ ਹੈਗਾ। ਜੇ ਜਿਹੜਾ ਇਹ ਵਾਲਾ ਫਾਰਮੂਲਾ ਸੀ ਨਾ, ਇਹ ਹੀ ਰਿਵਰਸ ਹੋ ਜਾਂਦਾ ਕਿ ਕਿਉਂਕਿ ਇੱਧਰ ਹੁਣ ਕੀ ਹੈਗਾ ਕਿ ਇਹ ਡਿਵਾਈਡਡ ਹੈਗਾ, ਤੇ ਦੂਜੇ ਪਾਸੇ ਜਾਏਗਾ ਉਹ ਮਲਟੀਪਲਾਈ ਹੋ ਜਾਏਗਾ, ਤੇ ਪੀ ਵੀ ਮਲਟੀਪਲਾਈ ਇਹ ਵਾਲੀ ਚੀਜ਼ ਹੋ ਜਾਏਗੀ। ਜੇ ਤੁਹਾਨੂੰ ਯਾਦ ਹੋਵੇ ਤੀਜੀ ਚੌਥੀ ਦੇ ਵਿੱਚ ਇਹ ਪੜ੍ਹਾਇਆ ਜਾਂਦਾ ਸੀ ਕਿ ਜਦੋਂ ਦੂਜੇ ਪਾਸੇ ਜਾਂਦਾ ਤੇ ਉਹ ਰਿਵਰਸ ਹੋ ਜਾਂਦਾ ਹੈਗਾ। ਤੇ ਫਾਰਮੂਲਾ ਇੱਕੋ ਹੀ ਹੈ, ਤੇ ਪੀ ਵੀ ਇੰਟੂ ਪੇ 1, ਤੇ ਉਹ ਸੇਮ ਤਰੀਕੇ ਨਾਲ ਆਪਾਂ ਉਹਨੂੰ 5 ਵਾਰੀ ਗੁਣਾ ਕਰਾਂਗੇ, ਤੇ ਜਿਹੜੀ ਉਹ ਆਨਸਰ ਆਏਗਾ ਤੇ ਉਹਦੇ ਨਾਲ ਫਿਰ ਅਸੀਂ ਇਹਨੂੰ ਗੁਣਾ ਕਰ ਦੇਣਾ ਹੈਗਾ, ਤੇ ਉਹ ਬਣ ਜਾਏਗਾ $5796। ਤੇ ਆਈ ਹੋਪ ਕਿ ਤੁਸੀਂ ਅੰਡਰਸਟੈਂਡ ਕੀਤਾ ਕਿ ਇਹਨੂੰ ਕਿੱਦਾਂ ਸੋਲਵ ਕਰਨਾ ਹੈ। ਇਹ ਹੀ ਇਹਦਾ ਟ੍ਰਿਕ ਹੈਗਾ, ਬਾਕੀ ਕੁਛ ਨਹੀਂ ਹੈਗਾ। ਸਾਇੰਟੀਫਿਕ ਕੈਲਕੂਲੇਟਰ ਨਾ ਯੂਜ਼ ਕਰਕੇ ਜੇ ਆਪਾਂ ਉੱਦਾਂ ਦੇਸੀ ਤਰੀਕੇ ਨਾਲ ਕੱਢਾਂਗੇ ਤੇ ਫਾਸਟ ਆਏਗਾ। ਤੇ ਐਗਜ਼ਾਮਸ ਦਾ ਵਿੱਚ ਇਹੀ ਹੁੰਦਾ ਕਿ ਤੁਸੀਂ ਸ਼ਾਰਟ ਫਰੂਟ ਜਿਹੜੇ ਹੈਗੇ ਨੇ ਲੱਭਣੇ ਹੁੰਦੇ ਨੇ, ਕਿੱਦਾਂ ਸੌਖੇ ਹੋ ਸਕਦੇ ਨੇ। ਤੋ ਇਨਵੈਸਟਮੈਂਟ ਤੁਹਾਡੇ ਆਬਜੈਕਟਿਵਸ ਦਾ ਮਤਲਬ ਹੈ ਤੁਸੀਂ ਕਿਸ ਕੰਮ ਵਾਸਤੇ ਪੈਸੇ ਜਮ੍ਹਾਂ ਕਰਾਣੇ, ਉਹਨੂੰ ਆਪਾਂ ਇਨਵੈਸਟਮੈਂਟ ਆਬਜੈਕਟਿਵਸ ਕਹਿ ਦਿੰਦੇ ਹੈਗੇ ਆ। ਵੀ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਵਾਸਤੇ, ਕਿਸੇ ਨੇ ਰਿਟਾਇਰਮੈਂਟ ਵਾਸਤੇ, ਕਿਸੇ ਨੇ ਹੋਰ ਕੋਈ ਫੈਮਿਲੀ ਇਵੈਂਟ ਹੋਣਾ ਉਹਦੇ ਵਾਸਤੇ ਪੈਸੇ ਇਕੱਠੇ ਕਰਨੇ ਨੇ। ਸੋ ਉਹ ਤੁਹਾਡਾ ਮੋਟਿਵ ਕੀ ਹੈਗਾ, ਤੁਸੀਂ ਕਿਸ ਟਾਰਗੇਟ ਵਾਸਤੇ ਪੈਸੇ ਤੁਸੀਂ ਸੇਵ ਕਰਨੇ ਨੇ। ਤੋ ਕਈ ਇਹਦੇ 'ਚ ਫਿਰ ਡਿਫਰੈਂਟ ਟਾਈਪ ਦੇ ਫਿਰ ਅਕਾਊਂਟ ਆਉਂਦੇ ਹੈਗੇ ਨੇ ਵੀ ਇਨਵੈਸਟਮੈਂਟਸ ਦੇ ਵਿੱਚ। ਜਿਵੇਂ ਮੰਨ ਲਓ ਜੇ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਹੈਗੀ ਤੇ ਉਹ ਕਾਹਦੇ ਵਾਸਤੇ, ਰਿਟਾਇਰਮੈਂਟ ਵਾਸਤੇ ਹੈਗੇ। ਰਜਿਸਟਰਡ ਐਜੂਕੇਸ਼ਨ ਪਲਾਨ ਹੈਗੀ ਹੈ ਤੇ ਉਹ ਬੱਚਿਆਂ ਦੀ ਪੜ੍ਹਾਈ ਵਾਸਤੇ। ਰਜਿਸਟਰਡ ਡਿਸੇਬਿਲਿਟੀ ਪਲਾਨ ਹੈਗੀ, ਸੇਵਿੰਗ ਪਲਾਨ ਹੈਗੀ ਹੈ, ਤਾਂ ਦੈਟ ਮੀਨਸ ਕੋਈ ਬੱਚਾ ਜਾਂ ਕੋਈ ਫੈਮਿਲੀ ਮੈਂਬਰ ਡਿਸੇਬਲ ਹੈਗਾ ਤੇ ਉਹਨੂੰ ਉਹਦੇ ਵਾਸਤੇ ਤੁਸੀਂ ਪੈਸੇ ਸੇਵ ਕਰ ਰਹੇ ਹੈਗੇ ਹੋ, ਇਹਦੇ 'ਚ ਵੀ ਗਵਰਨਮੈਂਟ ਗ੍ਰਾਂਟ ਦਿੰਦੀ ਹੈਗੀ ਆ। ਤੇ ਟੈਕਸ ਫ੍ਰੀ ਸੇਵਿੰਗ ਅਕਾਊਂਟ, ਤੇ ਇਹਦੇ ਬਾਰੇ ਵੀ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਤੇ ਇਹਦੇ 'ਚ ਕਿ ਟੈਕਸ ਫ੍ਰੀ ਜੇ ਤੁਸੀਂ ਇਨਵੈਸਟਮੈਂਟ ਗਰੋਥ ਲੈਣੀ ਹੈਗੀ ਆ ਤਾਂ ਉਹਦੇ ਵਾਸਤੇ ਆਪਾਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਖੁਲਾਉਂਦੇ ਹੈਗੇ ਆ। ਰਜਿਸਟਰਡ ਪੈਨਸ਼ਨ ਪਲਾਨ, ਇਹ ਜ਼ਿਆਦਾ ਕਰਕੇ ਜਿਹੜੀਆਂ ਕੰਪਨੀਆਂ ਹੈਗੀਆਂ ਤਾਂ ਉਹਨਾਂ ਦੀਆਂ ਰਿਟਾਇਰਮੈਂਟ ਪਲੈਨਿੰਗ ਹੁੰਦੀਆਂ ਤੇ ਉਹਦੇ ਵਿੱਚ ਸੇਵ ਕਰਦੇ, ਉਹਨੂੰ RPP ਕਹਿ ਦਿੰਦੇ ਆਪਾਂ, ਰਜਿਸਟਰਡ ਸੇਵਿੰਗ ਰਜਿਸਟਰਡ ਪੈਨਸ਼ਨ ਪਲਾਨ, ਨਾਟ ਸੇਵਿੰਗ ਪਲਾਨ ਬਟ ਰਜਿਸਟਰਡ ਪੈਨਸ਼ਨ ਪਲਾਨ। ਤੋ ਇਹ ਡਿਫਰੈਂਟ ਤਰ੍ਹਾਂ ਦੇ ਆਬਜੈਕਟਿਵ ਕਿਸੇ ਦੇ ਹੋ ਸਕਦੇ ਨੇ ਸੇਵਿੰਗ ਕਰਨ ਵਾਸਤੇ। ਤੇ ਰਜਿਸਟਰਡ ਅਕਾਊਂਟ ਦਾ ਮਤਲਬ ਕੀ ਹੁੰਦਾ ਕਿ ਜਾਂ ਤਾਂ ਗਵਰਨਮੈਂਟ ਤੁਹਾਨੂੰ ਉਹਦੇ ਤੇ ਕੋਈ ਗ੍ਰਾਂਟ ਦੇ ਰਹੀ ਹੈਗੀ ਆ, ਜਾਂ ਉਹ ਤੇ ਤੁਹਾਡਾ ਕੋਈ ਟੈਕਸ ਬਚ ਰਿਹਾ ਹੈਗਾ, ਤੇ ਇਸ ਕਰਕੇ ਉਹਨੂੰ ਆਪਾਂ ਰਜਿਸਟਰਡ ਵਰਡ ਕਰਦੇ ਹੈਗੇ ਆ। ਪਰ ਨਾਨ ਰਜਿਸਟਰਡ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪੈਸੇ ਜਮ੍ਹਾਂ ਕਰਾ ਸਕਦੇ ਹੈਗੇ ਹੋ, ਉਹਦੇ 'ਚ ਕੋਈ ਵੀ ਲਿਮਿਟ ਨਹੀਂ ਹੁੰਦੀ ਹੈਗੀ। ਤੇ ਜਿਹੜੇ ਰਜਿਸਟਰਡ ਹੁੰਦੇ ਨੇ ਉਹਨਾਂ 'ਚ ਕਈ ਵਾਰੀ ਟਾਈਮ ਦੀ ਵੀ ਜਿਹੜੀ ਲਿਮਿਟ ਹੁੰਦੀ ਪਈ, ਇਹਦੇ ਤੋਂ ਪਹਿਲਾਂ ਤੁਸੀਂ ਨਹੀਂ ਕਢਾ ਸਕਦੇ। ਤੁਹਾਡੇ ਫਾਈਨੈਂਸ਼ੀਅਲ ਗੋਲਸ ਕੀ ਹੈਗੇ ਨੇ, ਤੁਸੀਂ ਕੀ ਅਚੀਵ ਕਰਨਾ ਚਾਹੁੰਦੇ ਹੈਗੇ ਹੋ ਇਨਵੈਸਟਮੈਂਟਸ ਤੋਂ, ਉਹਨੂੰ ਫਾਈਨੈਂਸ਼ੀਅਲ ਗੋਲਸ ਕਹਿ ਦਿੰਦੇ ਹੈਗੇ ਆ। ਤੇ ਨੀਡ ਫਾਰ ਗਰੰਟਡ ਇਨਵੈਸਟਮੈਂਟ, ਗਰੰਟਡ ਇਨਵੈਸਟਮੈਂਟ ਕਦੋਂ ਲੋੜ ਪੈਂਦੀ ਹੈਗੀ ਆ ਕਿ ਜਦੋਂ ਬੰਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ, ਇਸ ਕਰਕੇ ਉਹ ਗਰੰਟਡ ਜਿਹੜੀ ਇਨਵੈਸਟਮੈਂਟ ਦੇ ਵਿੱਚ ਜਾਣਾ ਚਾਹੁੰਦਾ ਹੈਗਾ, ਉਹਨੂੰ ਸਮਝਦਾ ਹੈਗਾ ਵੀ ਸੇਫ ਇਨਵੈਸਟਮੈਂਟਸ ਹੈਗੀਆਂ, ਤੇ ਇਸ ਕਰਕੇ ਉਹ ਗਰੰਟਡ ਇਨਵੈਸਟਮੈਂਟ ਵੱਲ ਜ਼ਿਆਦਾ ਝੁਕਦਾ ਹੈਗਾ ਬੰਦਾ। ਟਾਈਮ ਹੋਰਾਈਜ਼ਨ ਦਾ ਮਤਲਬ ਵੀ ਕਿੰਨੇ ਟਾਈਮ ਵਾਸਤੇ ਤੁਸੀਂ ਜਮ੍ਹਾਂ ਕਰਨੇ ਹੈਗੇ ਪੈਸੇ। ਤੁਸੀਂ ਗਰੰਟਡ ਵਿੱਚ ਜਮ੍ਹਾਂ ਕਰਾਉਣੇ ਚਾਹੁੰਦੇ ਹੈਗੇ ਹੋ ਜਾਂ ਥੋੜ੍ਹਾ ਰਿਸਕ ਲੈਣਾ ਚਾਹੁੰਦੇ ਹੈਗੇ ਹੋ, ਤੁਹਾਡੇ ਕੋਲ ਟਾਈਮ ਕਿੰਨਾ ਹੈਗਾ ਕਿ ਤੁਹਾਨੂੰ ਪੈਸਿਆਂ ਦੀ ਲੋੜ ਨਹੀਂ ਪੈ ਸਕਦੀ ਹੈਗੀ। ਉਹ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਕੇ ਤੇ ਫਿਰ ਹੀ ਆਪਾਂ ਡਿਸਾਈਡ ਕਰਦੇ ਹਾਂ ਕਿ ਉਹਨੇ ਪੈਸੇ ਕਿੱਥੇ ਉਹਨੂੰ ਪੈਸੇ ਜਮ੍ਹਾਂ ਕਰਾਉਣੇ ਚਾਹੀਦੇ ਹਨ। ਮਾਰਟਨ ਹੈਜ਼ ਜਸਟ ਰਿਸੀਵਡ ਇਨਹੈਰੀਟੈਂਸ, ਮਤਲਬ ਉਹਨੂੰ ਜੱਦੀ ਜਾਇਦਾਦ ਦੇ ਵਿੱਚੋਂ $2 ਲੱਖ ਮਿਲਿਆ ਹੈਗਾ, ਤੇ ਉਹਦਾ ਟਾਈਮ ਹੋਰਾਈਜ਼ਨ ਤੋਂ 7 ਸਾਲਾਂ ਬਾਅਦ ਉਹਨੇ ਰਿਟਾਇਰ ਹੋਣਾ ਹੈਗਾ। ਤੇ ਹੀ ਕੈਨ ਅਜ਼ਿਊਮ ਹੀ ਵਿਲ ਅਰਨ 4% ਪਰ ਈਅਰ ਇਨ 7 ਈਅਰ। ਉਹਨੂੰ ਲੱਗਦਾ ਕਿ ਮੈਨੂੰ 2 ਲੱਖ ਉਹਨੂੰ ਮਿਲ ਗਿਆ ਕਿਤੋਂ ਪਿੱਛੋਂ ਆਪਣੀ ਫੈਮਿਲੀ ਦੇ ਵਿੱਚੋਂ, ਤੇ ਉਹਦੇ ਕੋਲ 7 ਸਾਲ ਨੇ ਰਿਟਾਇਰ ਹੋਣ ਨੂੰ, ਤੇ ਉਹ ਸੋਚਦਾ ਕਿ ਮੈਨੂੰ 4% ਤਾਂ ਰਿਟਰਨ ਆ ਹੀ ਜਾਏਗੀ 7 ਸਾਲਾਂ ਦੇ ਵਿੱਚ। ਤੇ ਦੈਟ ਮੀਨਸ ਕਿ 7 ਸਾਲਾਂ ਦੇ ਵਿੱਚ ਉਹਦੇ ਜੇ ਆਪਾਂ ਉਸੇ ਫਾਰਮੂਲੇ ਨਾਲ ਕੈਲਕੂਲੇਟ ਕਰੀਏ ਤੇ ਉਹਦਾ 2,63,000 ਬਣ ਜਾਏਗਾ, ਕਿਉਂਕਿ 4% ਦੇ ਉੱਤੇ 7 ਸਾਲਾਂ ਦੇ ਉਹ 2,63,000 ਉਹਦੀ ਵੈਲਿਊ ਬਣ ਜਾਂਦੀ ਹੈਗੀ ਹੈ ਜੇ ਉਹ ਇਨਵੈਸਟ ਕਰਦਾ ਹੈਗਾ। ਤੋ ਟੈਕਸ ਐਡਵਾਂਟੇਜ ਇਨਵੈਸਟਿੰਗ ਕੀ ਹੁੰਦੀ ਹੈਗੀ ਹੈ। ਟੈਕਸ ਐਡਵਾਂਟੇਜ ਵੀ ਉੱਥੇ ਪੈਸੇ ਜਮ੍ਹਾਂ ਕਰਾਏ ਜਾਣ ਜਿਹਦੇ ਵਿੱਚ ਟੈਕਸ ਬਚੇ, ਜਾਂ ਤੇ ਟੈਕਸ ਲੇਟ ਲੱਗੇ ਤੇ ਜਾਂ ਟੈਕਸ
ਘੱਟ ਲੱਗੇ ਉਹਨੂੰ ਆਪਾਂ ਟੈਕਸ ਐਡਵਾਂਟੇਜ ਕਹਿੰਦੇ ਹੈਗੇ। ਮੰਨ ਲਓ ਜਿਵੇਂ ਕੈਪੀਟਲ ਗੇਨ ਕੀ ਹੁੰਦਾ ਕਿ ਜੇ ਮੰਨ ਲਓ ਤੁਸੀਂ ਅੱਜ 1 ਲੱਖ ਦੀ ਪ੍ਰਾਪਰਟੀ ਖਰੀਦੀ ਹੈ ਤੇ 2 ਸਾਲਾਂ ਬਾਅਦ ਤੁਸੀਂ ਪ੍ਰਾਪਰਟੀ ਵੇਚਦੇ ਹੋ 1.25 ਲੱਖ ਦੀ ਹੋ ਗਈ ਤੇ 25,000 ਤੁਹਾਡਾ ਕੈਪੀਟਲ ਗੇਨ ਹੋ ਗਿਆ। ਪਰ ਮੰਨ ਲਓ ਕਿ ਤੁਸੀਂ 5 ਸਾਲਾਂ ਬਾਅਦ ਵੇਚਦੇ ਹੋ ਤੇ ਉਹ ਹੋ ਜਾਂਦੇ ਵੀ 1.5 ਲੱਖ ਦੀ ਪ੍ਰਾਪਰਟੀ ਹੋ ਜਾਂਦੀ ਹੈ। ਪਰ ਪ੍ਰਾਪਰਟੀ ਤੇ ਹਰ ਸਾਲ ਹੀ ਵੱਧ ਰਹੀ ਹੈਗੀ ਹੈ ਨਾ, ਤੇ ਤੁਹਾਨੂੰ ਹਰ ਸਾਲ ਜਿਹੜਾ ਹੈਗਾ ਵੀ ਉਹ ਟੈਕਸ ਨਹੀਂ ਦੇਣਾ ਪੈਣਾ ਕੈਪੀਟਲ ਗੇਨ। ਜਦੋਂ ਤੁਸੀਂ ਉਹਨੂੰ ਵੇਚੋਗੇ ਉਦੋਂ ਹੀ ਤੁਹਾਨੂੰ ਲੱਗਣਾ। ਦੈਟ ਮੀਨਸ ਕਿ 19 ਸਾਲ ਜਿਹੜਾ ਹੈਗਾ ਤੁਹਾਡਾ ਪੈਸਾ ਇਨਵੈਸਟਡ ਹੀ ਰਹਿੰਦਾ ਹੈਗਾ, ਤੇ ਉਹਨੂੰ ਆਪਾਂ ਟੈਕਸ ਐਡਵਾਂਟੇਜ ਕਹਿ ਦਿੰਦੇ ਹੈਗੇ ਕਿ ਤੁਹਾਨੂੰ ਫਾਇਦਾ ਹੋ ਰਿਹਾ ਹੈਗਾ। ਇੱਦਾਂ ਜਿਵੇਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਦੀ ਆਪਾਂ ਗੱਲ ਕੀਤੀ ਸੀ, ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜੇ ਅਸੀਂ ਉਹਦੇ 'ਚ ਪੈਸੇ ਲਗਾਉਂਦੇ ਹਾਂ ਤੇ ਉਹਦੇ ਵਿੱਚ ਜਿੰਨਾ ਵੀ ਇਨਕਰੀਜ਼ ਹੁੰਦਾ ਹੈਗਾ, ਮੰਨ ਲਓ ਤੁਸੀਂ 10,000 ਜਮ੍ਹਾਂ ਕਰਾਇਆ ਸੀ, ਜੋ 12,000 ਹੋ ਗਿਆ, $2,000 ਜੇ ਉਹਦੇ ਉੱਤੇ ਇੰਟਰਸਟ ਲੱਗ ਗਿਆ ਜਾਂ ਉਹਦੇ ਤੇ ਤੁਹਾਨੂੰ ਗਰੋਥ ਮਿਲ ਗਈ, ਤਾਂ $2,000 ਤੇ ਵੀ ਜਿਹੜਾ ਕੋਈ ਟੈਕਸ ਨਹੀਂ ਲੱਗਦਾ ਹੈਗਾ। ਸੋ ਦੈਟ ਮੋਟੇ ਤੌਰ ਤੇ ਇੱਥੇ ਸਿਰਫ ਇਹੀ ਸਮਝਣਾ ਟੈਕਸ ਐਡਵਾਂਟੇਜ ਕੀ ਹੁੰਦਾ ਹੈਗਾ ਵੀ ਆਪਾਂ ਟੈਕਸ ਜਾਂ ਤਾਂ ਡੈਫਰ ਕਰੀਏ ਜਾਂ ਆਪਾਂ ਟੈਕਸ ਘੱਟ ਦਈਏ। ਤੇ ਉਹਦੇ ਪਰਪਸ ਵਾਸਤੇ ਕੀ ਹੁੰਦਾ ਕਿ 2-3 ਤਰੀਕੇ ਹੁੰਦੇ ਨੇ ਜਿਹਦੇ ਸਾਨੂੰ ਆ ਸਕਦੇ ਨੇ ਵੀ ਰਿਟਰਨ ਆਉਂਦੀ ਹੈ। ਜਿਵੇਂ ਬੈਂਕ 'ਚ ਪੈਸੇ ਜਮ੍ਹਾਂ ਕਰਾਈਏ, ਇਹਨੂੰ ਇੰਟਰਸਟ ਸਾਨੂੰ ਆ ਸਕਦਾ ਹੈਗਾ, ਜਾਂ ਕਿਤੇ ਆਪਾਂ ਸਟਾਕ 'ਚ ਜਾਂ ਮਿਊਚੁਅਲ ਫੰਡ ਜਾਂ ਸੈਕ ਫੰਡ 'ਚ ਕਰਾਈਏ ਸਾਨੂੰ ਡਿਵੀਡੈਂਡ ਆ ਸਕਦਾ ਹੈਗਾ, ਜਾਂ ਅਸੀਂ ਪ੍ਰਾਪਰਟੀ 'ਚ ਕਰੀਏ ਤਾਂ ਸਾਨੂੰ ਕੈਪੀਟਲ ਗੇਨ ਆ ਸਕਦਾ ਹੈਗਾ। ਤੇ ਕੁਛ ਇਨਕਮ ਜਿਹੜੀਆਂ ਫੋਰਨ ਇਨਕਮ ਹੁੰਦੀ ਆ ਉਹਦੇ ਨਾਲ ਵੀ ਰਿਲੇਟਡ ਕਈ ਲਾਜ਼ ਬਣੇ ਹੋਏ ਨੇ ਕਿ ਉਹਨਾਂ ਨੇ ਕਿੱਦਾਂ ਟੈਕਸ ਕਰਨਾ। ਤੇ ਬੇਸਿਕਲੀ ਜਿਹੜੀਆਂ ਤੁਹਾਨੂੰ ਬਾਹਰੋਂ ਜਿਹੜੇ ਡਿਵੀਡੈਂਡ ਮਿਲਦੇ ਨੇ ਉਹਨਾਂ ਨੂੰ ਸਿੰਪਲ ਇਨਕਮ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਟੈਕਸ ਲੱਗਦਾ ਹੈਗਾ। ਟਾਈਪਸ ਆਫ ਇਨਵੈਸਟਮੈਂਟ, ਜਿਵੇਂ ਟਾਈਪਸ ਆਫ ਸੈਗਰੀਗੇਟਡ ਫੰਡਸ ਦੀ ਆਪਾਂ ਗੱਲ ਥੋੜੀ ਬਹੁਤੀ ਕਰ ਹੀ ਲਈ ਹੈ, ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਇੰਸ਼ੋਰੈਂਸ ਕੰਪਨੀਆਂ ਨੂੰ ਵੇਚਦੀਆਂ ਹੈਗੀਆਂ। ਉਹਦਾ ਦਾ ਲੀਗਲ ਨੇਮ ਹੈਗਾ ਸੀ ਇੰਡੀਵਿਜੂਅਲ ਵੇਰੀਏਬਲ ਇੰਸ਼ੋਰੈਂਸ ਕੰਟਰੈਕਟ, ਠੀਕ ਹੈ। ਪਰ ਇਹਨੂੰ ਇਹ ਕਦੀ ਯੂਜ਼ ਨਹੀਂ ਕੀਤਾ ਜਾਂਦਾ। ਮੈਨੂੰ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ, ਕੋਈ ਵੀ ਨਹੀਂ ਯੂਜ਼ ਕਰਦਾ ਇੰਡਸਟਰੀ 'ਚ, ਸਾਰੇ ਸੈਗਰੀਗੇਟਡ ਫੰਡ ਹੀ ਕਹਿੰਦੇ ਨੇ। ਉਹਦਾ ਵੀ ਸ਼ਾਰਟ ਫਾਰਮ ਸੈਗ ਫੰਡਸ ਆਪਾਂ ਇਹਨੂੰ ਯੂਜ਼ ਕਰਦੇ ਹੈਗੇ ਆ। ਤੇ ਇਹਦਾ ਕੰਸੈਪਟ ਤਾਂ ਤੁਹਾਨੂੰ ਸਮਝ ਲੱਗ ਗਿਆ ਹੈਗਾ। ਤੇ ਆਪਾਂ ਸਮਝੋ ਵੀ ਐਡਵਾਂਟੇਜ ਤੇ ਡਿਸਐਡਵਾਂਟੇਜ ਕੀ ਹੈਗੇ ਨੇ। ਇਹਦੇ ਐਡਵਾਂਟੇਜ ਕੀ ਹੈਗੇ ਨੇ ਕਿ ਮੈਚਿਓਰਿਟੀ ਐਂਡ ਗਰੰਟੀ ਡੈਥ ਬੈਨੀਫਿਟ ਗਰੰਟੀਜ਼ ਹੁੰਦੀਆਂ। ਮੈਚਿਓਰਿਟੀ ਕੀ ਹੁੰਦੀ ਕਿ ਤਕਰੀਬਨ ਜਿਵੇਂ ਕਿਤੇ ਵੀ ਆਪਾਂ ਸੈਗਰੀਗੇਟਡ ਫੰਡ 'ਚ ਇੰਸ਼ੋਰੈਂਸ ਕੰਪਨੀ 'ਚ ਪੈਸੇ ਜਮ੍ਹਾਂ ਕਰਾਉਂਦੇ ਹਾਂ ਤਾਂ ਉਹਦੇ 'ਚ ਹੁੰਦਾ ਵੀ 10 ਸਾਲ ਦੀ ਜਿਹੜੀ ਹੈਗੀ ਆ ਵੀ ਮੈਚਿਓਰਿਟੀ ਡੇਟ ਹੋ ਗਈ, ਤੇ ਉਹ ਗਰੰਟੀ ਹੁੰਦੀ ਫਿਰ ਵੀ 75% ਗਰੰਟੀ ਲੈਣੀ ਹੈ ਤੁਸੀਂ ਮੈਚਿਓਰਿਟੀ ਤੇ। ਦੈਟ ਮੀਨਸ ਕਿ ਤੁਸੀਂ 10,000 ਜਮ੍ਹਾਂ ਕਰਾਇਆ ਤੇ $7500 ਤੇ ਤੁਹਾਨੂੰ ਮਿਲਣਾ ਹੀ ਮਿਲਣਾ ਹੈਗਾ, ਭਾਵੇਂ ਉਦੋਂ ਉਹਦੀ ਮਾਰਕੀਟ ਜਿਹੜੀ ਵੈਲਿਊ ਘੱਟ ਵੀ ਹੋਵੇ ਤਾਂ ਵੀ। ਮੰਨ ਲਓ ਕਿ 6500 ਹੋ ਜਾਏ ਤਾਂ ਵੀ ਉਹਨੇ ਤੁਹਾਨੂੰ 7500 ਦੇਣਾ ਹੈਗਾ। ਤਾਂ ਡੈਥ ਤੇ ਕਈ ਵਾਰੀ ਹੁੰਦਾ ਆਪਾਂ 100% ਗਰੰਟੀ ਲੈਂਦੇ ਹੈਗੇ, ਤੁਹਾਡਾ ਆਪਸ਼ਨ ਹੁੰਦੀਆਂ 75 ਲੈਣੀ ਹੈ ਕਿ 100% ਗਰੰਟੀ ਲੈਣੀ। ਜੇ ਤੁਸੀਂ 100% ਗਰੰਟੀ ਲਈ ਹੋਈ ਹੈ ਡੈਥ ਤੇ ਚੂਜ਼ ਕੀਤੀ ਹੋਈ ਆ, ਤੇ ਉੱਥੇ ਵੀ ਤੁਹਾਨੂੰ ਜੇ ਮੈਚਿਓਰਿਟੀ ਦੇ ਜ਼ਿਆਦਾ ਕਰਕੇ ਡੈਥ ਤੇ ਜਿਹੜਾ ਹੈਗਾ ਕਿ ਤੁਹਾਨੂੰ ਜੇ ਮੰਨ ਲਓ ਡੈਥ ਹੋ ਜਾਂਦੀ ਹੈਗੀ ਆ, ਜੇ ਤੁਸੀਂ 100% ਮੈਂ ਵੀ ਚੂਜ਼ ਕੀਤੀ ਹੈ ਤਾਂ ਫਿਰ 100% ਪੈਸੇ ਤੁਹਾਨੂੰ ਮਿਲਣੇ ਭਾਵੇਂ ਉਹਦੀ ਵੈਲਿਊ ਉਹਦੀ ਘੱਟ ਹੋਵੇ। ਜੇ ਜ਼ਿਆਦਾ ਹੋਏਗੀ ਤਾਂ ਫਿਰ ਜ਼ਿਆਦਾ ਮਿਲਣੇ ਹੈਗੇ, ਵਿਚ ਐਵਰ ਇਜ਼ ਹਾਇਰ ਉਹ ਤੁਹਾਨੂੰ ਮਿਲੇਗਾ। ਅੱਗੇ ਐਗਜ਼ਾਮਪਲ ਦਿੱਤੀ ਹੈਗੀ, ਉਹ ਆਪਾਂ ਫਿਰ ਕਲੀਅਰ ਹੋ ਜਾਏਗਾ ਤੁਹਾਨੂੰ, ਇਹਦਾ ਵਰੀ ਨਾ ਕਰੋ ਕਿ ਮੈਚਿਓਰਿਟੀ ਕਿੱਦਾਂ ਵਰਕ ਕਰਦੀ ਹੈ। ਐਗਜ਼ਾਮਪਲ ਦੇ ਵਿੱਚ ਆਪਾਂ ਸਮਝ ਲਵਾਂਗੇ। ਤੋ ਇਹਦੇ ਵਿੱਚ ਕੀ ਹੁੰਦਾ ਕਿ ਏਬਿਲਿਟੀ ਟੂ ਰੀਸੈਟ ਮੰਨ ਲਓ ਕਿ ਤੁਸੀਂ $10,000 ਜਮ੍ਹਾਂ ਕਰਾਇਆ ਸੀ ਤੇ ਤੁਹਾਡੇ ਪੈਸੇ ਜਿਹੜੇ ਹੈਗੇ ਨੇ ਅਗਲੇ ਸਾਲ 12,000 ਹੋ ਜਾਂਦੇ ਨੇ, ਤੇ ਤੁਸੀਂ ਰੀਸੈਟ ਕਰ ਸਕਦੇ ਕਿ ਹੁਣ ਮੇਰਾ ਪ੍ਰਿੰਸੀਪਲ ਅਮਾਊਂਟ 12,000 ਹੋ ਗਿਆ, ਤੇ ਹੁਣ ਮੇਰੀ ਜਿਹੜੀ ਗਰੰਟੀ 75% ਉਹ 7,500 ਨਹੀਂ ਰਹੀ, ਉਹ 12,000 ਦਾ 75% ਹੋਏਗੀ। ਦੈਟ ਮੀਨਸ ਕਿ 7500 ਤੋਂ ਜ਼ਿਆਦਾ ਹੋਏਗੀ। ਸੋ ਉਹਦੇ ਨਾਲ ਰੀਸੈਟ ਦਾ ਇਹ ਸਾਨੂੰ ਫਾਇਦਾ ਹੋ ਜਾਂਦਾ ਹੈਗਾ। ਇਹ ਹੈਗਾ ਕ੍ਰੈਡਿਟ ਪੋਸੀਬਲ ਹੋ, ਜਿਹੜੇ ਮੈਂ ਵੀ ਜੇ ਤੁਸੀਂ ਕਿਸੇ ਦਾ ਕਰਜ਼ਾ ਲਿਆ ਸੀ ਨਹੀਂ ਮੋੜਿਆ ਹੈਗਾ ਤਾਂ ਤੁਹਾਡੇ ਇਹ ਪੈਸੇ ਨਹੀਂ ਛੇੜ ਸਕਦਾ ਹੈਗਾ ਨਾਰਮਲ ਹਾਲਾਤਾਂ ਦੇ ਵਿੱਚ, ਠੀਕ ਹੈ। ਤੇ ਇਸ ਕਰਕੇ ਤੁਸੀਂ ਇਹਦੇ ਤੋਂ ਜਿਹੜਾ ਹੈਗਾ ਕਿ ਬਚ ਜਾਂਦੇ ਤੁਹਾਡੇ ਜਿਹੜੇ ਕ੍ਰੈਡਿਟਰ ਹੈਗੇ ਨੇ, ਜਿਹੜੇ ਤੁਹਾਡੇ ਜਿਨ੍ਹਾਂ ਦੇ ਪੈਸੇ ਤੁਸੀਂ ਦੇਣੇ ਨੇ ਉਹਨਾਂ ਤੋਂ ਤੁਸੀਂ ਬਚਾ ਕਰ ਸਕਦੇ ਹੈਗੇ ਹੋ ਆਪਣੇ ਇਹਨਾਂ ਪੈਸਿਆਂ ਦਾ, ਜੇ ਤੁਸੀਂ ਸੈਗਰੀਗੇਟਡ ਫੰਡ 'ਚ ਲਗਾਏ ਨੇ। ਤੇ ਤੁਸੀਂ ਡਿਜ਼ਗਨੇਟ ਕਰ ਸਕਦੇ ਹੋ ਕਿਸੇ ਆਪਣੇ ਫੈਮਿਲੀ ਮੈਂਬਰ ਨੂੰ ਜਾਂ ਕਿਸੇ ਵੀ ਆਪਣੇ ਦੋਸਤ ਨੂੰ, ਕਿਸੇ ਵੀ ਚੈਰਿਟੀ ਨੂੰ। ਤੇ ਇਹਦੇ ਨਾਲ ਕੀ ਹੁੰਦਾ ਹੈਗਾ ਕਿ ਪ੍ਰੋਬੇਟ ਦੇ ਵਿੱਚ ਨਹੀਂ ਜਾਂਦਾ, ਤਾਂ ਸਿੱਧੇ ਪੈਸੇ ਉਹਨੂੰ ਬੈਨੀਫੀਸ਼ੀਅਰੀ ਨੂੰ ਮਿਲ ਜਾਂਦੇ ਹੈਗੇ ਨੇ। ਪ੍ਰੋਬੇਟ ਬਾਰੇ ਵੀ ਅੱਗੇ ਸਮਝ ਲਾਵਾਂਗੇ ਆਪਾਂ। ਟੈਕਸ ਬੈਨੀਫਿਟ ਰਿਸੀਵਡ ਵੈਨ ਕੈਪੀਟਲ ਲਾਸਿਸ ਆਰ ਇਨਕਰਡ। ਜਿਉਂ ਤੁਹਾਡਾ ਕੈਪੀਟਲ ਲਾਸ ਹੋ ਜਾਂਦਾ ਤੇ ਪਿੱਛੇ ਤੁਸੀਂ ਪੈਸੇ ਮੰਨ ਲਓ ਕਿਤੇ ਕਢਾਉਣੇ ਪਏ ਸੀ ਤੁਹਾਨੂੰ, ਤੇ ਉਹਦੇ 'ਚ ਤੁਸੀਂ 10,000 ਲਾਇਆ ਸੀ ਤੇ ਤੁਹਾਨੂੰ 7500 ਮਿਲਿਆ,
ਤੇ ਦੈਟ ਮੀਨਸ 2500 ਤੁਹਾਡਾ ਕੈਪੀਟਲ ਲਾਸ ਹੋ ਗਿਆ, ਤੇ ਅੱਗੇ ਜਾ ਕੇ ਤੁਸੀਂ ਉਹਨੂੰ ਗੇਨ, ਜੇ ਤੁਹਾਡਾ ਸੈਗਰੀਗੇਟਡ ਫੰਡ 'ਚ ਗੇਨ ਹੋ ਗਿਆ ਤੇ ਤੁਸੀਂ ਉਹਨੂੰ ਐਡਜਸਟ ਵੀ ਕਰ ਸਕਦੇ ਹੈਗੇ ਹੋ, ਕਿਉਂਕਿ ਮੰਨ ਲਓ ਕਿ ਅਗਲੇ ਸਾਲ ਤੁਹਾਨੂੰ ਜਿਹੜਾ ਹੈਗਾ $2500 ਗੇਨ ਹੋ ਗਿਆ, ਤੇ ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ 2500 ਲਾਸ ਹੋਇਆ ਹੈ, ਤੇ ਤੁਹਾਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਏਗਾ, ਕਿਉਂਕਿ ਪਿਛਲਾ ਜਿਹੜਾ ਕੈਪੀਟਲ ਲਾਸ ਸੀ ਉਹਨੇ ਉਹਨੂੰ ਐਡਜਸਟ ਕਰਤਾ। ਇਨਵੈਸਟ, ਇਹ ਜਿਹੜੀ ਤੁਹਾਨੂੰ ਨਾ ਗੱਲ ਸਮਝ ਲੱਗੇ ਵੀ ਹਾਊ ਇਟ ਵਰਕਸ, ਤੇ ਯੂ ਕੈਨ ਆਸਕ ਮੀ ਥਰੂ ਈਮੇਲ। ਮਾਈ ਈਮੇਲ ਇਜ਼ ਸਤਵਿੰਦਰ, ਵੀ ਨਾਲ ਪਾ ਕੇ satvinder.insurance@gmail.com। ਤੋ ਇਨਵੈਸਟਰ ਪ੍ਰੋਟੈਕਸ਼ਨ ਪ੍ਰੋਵਾਈਡਡ ਬਾਈ ਅਸ਼ੋਰੈਂਸ। ਅਸ਼ੋਰੈਂਸ ਇੱਕ ਐਸੋਸੀਏਸ਼ਨ ਹੈਗੀ ਸਾਰੀਆਂ ਕੰਪਨੀਆਂ ਦੀ, ਜਿਹਦੇ ਵਿੱਚ ਤੁਹਾਡੀ ਜਿਹੜੀ ਆ ਉਹ ਪ੍ਰੋਟੈਕਸ਼ਨ ਹੁੰਦੀ ਇਨਵੈਸਟਮੈਂਟਸ ਦੀ, ਤੇ ਉਹ ਕਿੰਨੀ ਹੁੰਦੀ ਹੈ ਉਹਦੇ ਬਾਰੇ ਵੀ ਅੱਗੇ ਗੱਲ ਆਏਗੀ, ਫਿਰ ਉਹ ਆਪਾਂ ਕਰ ਲਵਾਂਗੇ ਵੀ ਕਿੰਨੀ ਇਨਵੈਸਟਮੈਂਟ ਦੀ ਜਿਹੜੀ ਹੈਗੀ ਕਿੰਨੀ ਪ੍ਰੋਟੈਕਸ਼ਨ ਹੁੰਦੀ ਹੈ। ਸੋ ਕਹਿਣ ਦਾ ਭਾਵ ਕਿ ਤੁਹਾਡੇ ਪੈਸੇ ਦੀ ਗਰੰਟੀ ਹੈਗੀ ਹੈ, ਵੀ ਚਾਂਸਿਸ ਹੈਗੇ ਨੇ ਕਿ ਪੈਸੇ ਤੁਹਾਡੇ ਘਟਣਗੇ ਨਹੀਂ, ਜਾਂ ਮਤਲਬ ਤੁਹਾਡੇ ਮਾਰੇ ਨਹੀਂ ਜਾਂਦੇ ਹੈਗੇ ਪੈਸੇ। ਤੇ ਇਹਦੇ ਐਡਵਾਂਟੇਜਸ, ਜੇ ਮਿਊਚੁਅਲ ਫੰਡ ਦੇ ਨਾਲ ਹੀ ਜਿਹੜਾ ਹੈਗਾ ਕਿ ਮਿਊਚੁਅਲ ਫੰਡ ਦੇ ਵਿੱਚ ਵੀ ਜਾਂ ਅਦਰ ਜਿਹੜੀਆਂ ਫੰਡ ਇਨਵੈਸਟਮੈਂਟਸ ਜਿਹੜੀਆਂ ਹੈਗੀਆਂ ETF ਦੀ ਆਪਾਂ ਗੱਲ ਕੀਤੀ ਸੀ, ਐਕਸਚੇਂਜ ਟ੍ਰੇਡਡ ਫੰਡਸ ਦੀ ਗੱਲ ਕੀਤੀ ਸੀ, ਤੇ ਉਹਦੇ ਨਾਲ ਵੀ ਇਹ ਜਿਹੜੇ ਉੱਪਰ ਵਾਲੇ ਬੈਨੀਫਿਟ ਲਿਖੇ ਸੀ ਇਹ ਤੇ ਹੈਗੇ ਸੀ ਇਕੱਲੇ ਸੈਗਰੀਗੇਟਡ ਫੰਡ ਦੇ, ਪਰ ਜਿਹੜੇ ਦੂਸਰਿਆਂ ਦੇ ਕੋਲ ਵੀ ਹੈਗੇ ਨੇ, ਤੇ ਸੈਗਰੀਗੇਟਡ ਫੰਡ ਕੋਲ ਵੀ ਐਡਵਾਂਟੇਜਸ ਹੈਗੇ ਨੇ। ਉਹ ਕਿਹੜੇ ਨੇ ਕਿ ਤੁਸੀਂ ਵੈਰਾਈਟੀ ਬਹੁਤ ਹੈਗੀ ਆ, ਤੁਸੀਂ ਜਿੱਥੇ ਮਰਜ਼ੀ ਇਨਵੈਸਟ ਕਰ ਸਕਦੇ ਹੋ, ਬੜੇ ਸੌਖੇ ਤਰੀਕੇ ਨਾਲ ਇਨਵੈਸਟ ਕਰ ਸਕਦੇ ਹੈਗੇ ਹੋ, ਤੇ ਇਨਫੋਰਮੇਸ਼ਨ ਬਹੁਤ ਅਵੇਲੇਬਲ ਹੈਗੀ ਆ, ਤੇ ਡਿਵਰਸੀਫਿਕੇਸ਼ਨ ਹੈਗੀ ਆ, ਤੁਸੀਂ ਆਪਣੇ ਰਿਸਕ ਨੂੰ ਡਿਵਰਸੀਫਾਈ ਕਰ ਸਕਦੇ ਹੈਗੇ ਹੋ, ਤੇ ਪ੍ਰੋਫੈਸ਼ਨਲ ਮੈਨੇਜਰ ਜਿਹੜੇ ਹੈਗੇ ਨੇ ਉਹਨੂੰ ਮੈਨੇਜ ਕਰਦੇ ਹੈਗੇ ਨੇ। ਲਿਕੁਇਡਿਟੀ ਹੈਗੀ ਆ, ਤੁਸੀਂ ਈਜ਼ੀਲੀ ਕਢਾ ਸਕਦੇ ਹੈਗੇ ਹੋ, 2-4 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਨੇ। ਤੁਸੀਂ ਕਢਵਾਉਣਾ ਚਾਹੁੰਦੇ ਹੈਗੇ ਹੋ, ਤੁਸੀਂ ਇੱਕ ਫੰਡ 'ਚ ਪੈਸੇ ਲਗਾਏ ਸੀ, ਤੁਹਾਨੂੰ ਲੱਗਦਾ ਉਹ ਸਹੀ ਪਰਫਾਰਮ ਨਹੀਂ ਕਰ ਰਿਹਾ, ਤੁਸੀਂ ਦੂਜੇ 'ਚ ਸਵਿਚ ਕਰਨਾ, ਤਾਂ ਬੜਾ ਈਜ਼ੀ ਕੰਮ ਹੈਗਾ, ਤੇ ਤੁਸੀਂ ਕਢਵਾਉਣੇ ਨੇ ਉਹ ਵੀ ਬੜਾ ਸੌਖਾ ਤਰੀਕਾ ਹੈਗਾ, ਤੇ ਤੁਸੀਂ ਇਹਦੇ ਤੇ ਜਿਹੜਾ ਹੈਗਾ ਕਿ ਆਪਣੀ ਇਨਕਮ ਸਟਰੀਮ ਮਤਲਬ ਹਰ ਮਹੀਨੇ ਉਹਦੇ 'ਚ ਪੈਸੇ ਵਿਡਰਾਅ ਕਰਨਾ ਚਾਹੁੰਦੇ ਹੈਗੇ ਹੋ, ਤੇ ਉਹ ਵੀ ਤੁਸੀਂ ਵਿਡਰਾਅ ਕਰ ਸਕਦੇ ਹੈਗੇ ਹੋ, ਕਿ ਮੰਨ ਲਓ ਕਿ ਮੈਨੂੰ $2000 ਪਰ ਮੰਥ ਚਾਹੀਦਾ ਹੈਗਾ, ਤਾਂ ਯੂ ਕੈਨ ਡੂ ਇਨਵੈਸਟਮੈਂਟ ਕਰਕੇ ਸੈਗਰੀਗੇਟਡ ਫੰਡਸ ਉਹ ਵੀ ਕਰ ਸਕਦੇ ਹੈਗੇ ਹੋ। ਸੋ ਡਿਸਐਡਵਾਂਟੇਜਸ ਕਿਹੜੇ ਹੈਗੇ ਨੇ, ਉਹ ਇਹ ਹੈਗੇ ਨੇ, ਇਕੱਲੇ ਜੇ ਸੈਗਰੀਗੇਟਡ ਫੰਡ ਦੀ ਆਪਾਂ ਗੱਲ ਕਰੀਏ, ਸੈਗ ਫੰਡਸ ਦੀ, ਤਾਂ ਉਹਦੇ 'ਚ 3 ਇਹਨਾਂ ਨੇ ਦਿੱਤੇ ਨੇ ਵੀ। ਇੱਕ ਤਾਂ ਹੈਗਾ ਕਿ ਮੈਚੋਰਿਟੀ ਡੇਟ 10,000 ਦੀ ਹੈਗੀ ਆ, ਹੋ ਸਕਦਾ ਕਿ ਉਹ ਕਿਸੇ ਨੂੰ ਲੰਬੀ ਲੱਗਦੀ ਹੋਵੇ ਵੀ 10 ਸਾਲ ਤੱਕ ਵੇਟ ਕਰਨਾ ਪਏਗਾ, ਤੇ ਫੀਸ ਇਹਦੀ ਥੋੜ੍ਹੀ ਜਿਹੀ ਮਿਊਚੁਅਲ ਫੰਡ ਨਾਲ ਜ਼ਿਆਦਾ ਹੀ ਹੁੰਦੀ ਹੈ, ਕਿਉਂਕਿ ਇਹਦੇ 'ਚ ਗਰੰਟੀਜ਼ ਇਨਵੋਲਵਡ ਹੁੰਦੀਆਂ, ਇਸ ਕਰਕੇ ਮਿਊਚੁਅਲ ਫੰਡ ਨਾਲ ਇਹਦੇ ਥੋੜ੍ਹੇ ਜਿਹੇ MER ਉਹਨੂੰ ਕਹਿੰਦੇ ਹੈਗੇ, ਮੈਨੇਜਮੈਂਟ ਐਕਸਪੈਂਸ ਰੇਸ਼ੋ ਥੋੜ੍ਹੀ ਜਿਹੀ ਜ਼ਿਆਦਾ ਹੈਗੀ ਆ। ਪੋਸੀਬਲ ਏਜ ਰਿਸਟ੍ਰਿਕਸ਼ਨ, ਕਈ ਵਾਰੀ ਕੀ ਹੁੰਦਾ, ਜਿਵੇਂ ਮੈਂ ਗਰੰਟੀ ਦੀ ਗੱਲ ਕੀਤੀ ਹੈਗੀ 75% ਗਰੰਟੀ ਦੀ ਹੁੰਦੀ, ਪਰ ਸਾਰੇ ਪੈਸਿਆਂ ਦੀ ਨਹੀਂ ਹੁੰਦੀ। ਮੋਸਟਲੀ ਉਹ ਕਹਿੰਦੇ ਕਿ ਜੇ 80 ਸਾਲ ਤੱਕ ਜਿਹੜੇ ਤੁਸੀਂ ਪੈਸੇ ਜਮ੍ਹਾਂ ਕਰਾਏ ਨੇ ਉਹਦੀ ਆਪਾਂ 75% ਦੀ ਗਰੰਟੀ ਲੈਂਦੇ ਹਾਂ, ਜਿਹੜੇ ਉਹਦੇ ਤੋਂ ਬਾਅਦ ਜਮ੍ਹਾਂ ਕਰਾਏ ਨੇ ਉਹਦੀ ਆਪਾਂ ਗਰੰਟੀ ਨਹੀਂ ਲੈਂਦੇ ਹੈਗੇ, ਤੋਂ ਇੱਕ ਏਜ ਰਿਸਟ੍ਰਿਕਸ਼ਨ ਹੁੰਦੀ ਹੈਗੀ ਉਹਦੇ 'ਚ। ਤੇ ਡਿਸਐਡਵਾਂਟੇਜਸ ਕਿਹੜੇ ਹੈਗੇ ਨੇ, ਜਿਵੇਂ ਬਾਕੀਆਂ ਦੇ ਨਾਲ ਵੀ ਹੈਗੇ ਨੇ, ਇਕੱਲੇ ਮਤਲਬ ਸੈਗਰੀਗੇਟਡ ਫੰਡ ਦੇ ਨਹੀਂ, ਅਦਰ ਜਿਹੜੇ ਫੰਡ ਇਨਵੈਸਟਮੈਂਟਸ ਹੈਗੀਆਂ ਮਿਊਚੁਅਲ ਫੰਡਸ ਵਗੈਰਾ, ਉਹਨਾਂ ਦੇ ਨਾਲ ਵੀ ਰਿਲੇਟਡ ਜਾਂ ਉਹਨਾਂ ਦੇ ਵਾਂਗ ਹੀ ਜਿਹੜੇ ਹੈਗੇ ਨੇ ਕਿ ਡਿਸਐਡਵਾਂਟੇਜ ਸੈਗਰੀਗੇਟਡ ਫੰਡ ਦੇ ਕਿਹੜੇ ਹੁੰਦੇ ਨੇ, ਤੇ ਚੁਆਇਸ ਇੰਨੀ ਜ਼ਿਆਦਾ ਹੁੰਦੀ ਹੈ ਕਿ ਬੰਦਾ ਕਨਫਿਊਜ਼ ਹੋ ਜਾਂਦਾ ਵੀ ਕਿੱਥੇ ਕਿਹੜੇ 'ਚ ਮੈਂ ਜਿਹੜਾ ਲਾਵਾਂ, ਕਿਹੜਾ ਮੇਰੇ ਵਾਸਤੇ ਸਹੀ ਰਹੇਗਾ। ਸੇਲ ਚਾਰਜਸ ਲੱਗਦੇ ਨੇ, ਤੇ ਫੀਸ ਵੀ ਜਿਹੜੀ ਹੈਗੀ ਆ ਉਹ ਚਾਰਜ ਹੁੰਦੀ ਹੈਗੀ ਆ। ਹੁਣ ਜਿਹਨੇ ਮਤਲਬ ਮੈਨੇਜ ਕਰਨਾ ਹੈਗਾ, ਜਿਵੇਂ ਆਪਾਂ ਫੰਡ ਮੈਨੇਜਰ ਦੀ ਗੱਲ ਕਰ ਰਹੇ ਸੀ, ਉਹਨੇ ਮੈਨੇਜ ਕਰਨਾ, ਤੁਹਾਨੂੰ ਫੀਸ ਤੇ ਆਪਣੀ ਲੈਣੀ ਹੈਗੀ ਆ, ਪਰ ਕਈਆਂ ਲੋਕਾਂ ਨੂੰ ਜੋ ਲੱਗਦਾ ਵੀ 2.5% ਮੇਰਾ ਉੱਧਰ ਕੱਟਿਆ ਜਾਣਾ, 3% ਉੱਧਰ ਕੱਟਿਆ ਜਾਣਾ ਹੈਗਾ, ਤਾਂ ਫਿਰ ਉਹਨਾਂ ਨੂੰ ਮਹਿਸੂਸ ਹੁੰਦਾ, ਪਰ ਉਹ ਤੇ ਤੁਹਾਨੂੰ ਪਤਾ ਫਰੀ 'ਚ ਤਾਂ ਕਿਸੇ ਕੰਮ ਨਹੀਂ ਕਰਨਾ ਹੈਗਾ। ਸੋ ਬਟ ਵੀ ਕੈਨ ਕੰਸੀਡਰ ਦੈਟ ਐਜ਼ ਅ ਡਿਸਐਡਵਾਂਟੇਜ। ਵੇਅਰ ਐਂਡ ਹਾਊ ਟੂ ਬਾਏ, ਜਿਹੜੇ ਸੈਗਰੀਗੇਟਡ ਫੰਡ ਕਿੱਥੇ ਬਾਏ ਕੀਤੇ ਜਾਂਦੇ ਨੇ, ਇੰਸ਼ੋਰੈਂਸ ਏਜੰਟਸ ਹੈਗੇ ਨੇ, ਬ੍ਰੋਕਰਸ ਹੈਗੇ ਨੇ, ਉਹ ਤੁਸੀਂ ਜਿਹੜਾ ਹੈਗਾ ਕਿ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਕਰਦੀਆਂ ਨੇ, ਪਰ ਕੁਝ ਕੰਪਨੀਆਂ ਨਹੀਂ ਕਰਦੀਆਂ ਹੈਗੀਆਂ। ਟਾਈਪਸ ਆਫ ਸੈਗਰੀਗੇਟਡ ਫੰਡਸ, ਟਾਈਪਸ ਆਫ ਸੈਗਰੀਗੇਟਡ ਫੰਡ ਦਾ ਮਤਲਬ ਕਿ ਕਿਸ ਤਰ੍ਹਾਂ ਦੇ ਜਿਹੜੇ ਫੰਡ ਹੁੰਦੇ ਹੈਗੇ ਨੇ। ਕਈ ਜਿਹੜੇ ਫੰਡ ਜਿਹੜੇ ਆਪਾਂ ਐਸਟਸ ਕਲਾਸ ਦੀ ਗੱਲ ਕੀਤੀ ਸੀ, ਉਹਦੇ ਹਿਸਾਬ ਨਾਲ ਹੀ ਉਹ ਬਣਾ ਦਿੰਦੇ ਨੇ ਕਿ ਕੋਈ ਰਿਸਕ ਲੈਣਾ ਚਾਹੁੰਦਾ ਹੈਗਾ, ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਹੈਗਾ, ਤੇ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਕਿ ਫੰਡਸ ਦੀ ਜਿਹੜੀ ਕੈਟਾਗਰੀਜ਼ ਬਣਾ ਦਿੱਤੀ ਜਾਂਦੀ, ਟਾਈਪ ਆਫ ਫੰਡਸ ਬਣਾ ਦਿੱਤੇ ਜਾਂਦੇ ਹੈਗੇ ਨੇ, ਠੀਕ ਹੈ। ਤੋ ਰਿਸਕ ਲੈਣਾ ਹੈਗਾ,
ਘੱਟ ਲੈਣਾ ਹੈ ਜਾਂ ਬੈਲੈਂਸ ਅੱਧਾ ਕੁ ਲੈਣਾ, ਬੈਲੈਂਸ ਵੀ ਆਪਾਂ ਫੰਡਸ ਵਿੱਚ ਫਿਰ ਲਗਾ ਦਿੰਦੇ ਹੈਗੇ ਨੇ। ਕੁਛ ਜਿਹੜੇ ਹੈਗੇ ਨੇ ਕਿ ਉਹ ਬਿਲਕੁਲ ਵੀ ਰਿਸਕ ਨਹੀਂ ਹੈਗਾ, ਜਿਵੇਂ ਮਨੀ ਮਾਰਕੀਟ ਫੰਡਸ ਹੁੰਦੇ ਨੇ ਜਾਂ ਕੁਛ ਬੌਂਡਸ ਫੰਡ ਹੁੰਦੇ ਹੈਗੇ ਨੇ। ਤਾਂ ਜਿੱਦਾਂ ਜਿੱਦਾਂ ਆਪਾਂ ਅੱਗੇ ਨੂੰ ਵੱਧਦੇ ਜਾਂਦੇ ਹਾਂ, ਉਸੇ ਤਰ੍ਹਾਂ ਜਿਹੜਾ ਹੈਗਾ ਰਿਸਕ ਵੱਧਦਾ ਜਾਂਦਾ ਹੈਗਾ। ਕੁਛ ਜਿਵੇਂ ਮੰਨ ਲਓ ਕਿ ਕੈਨੇਡਾ ਦੀ ਕੰਪਨੀਆਂ ਦਾ ਸਾਨੂੰ ਪਤਾ, ਸਿਸਟਮ ਦਾ ਪਤਾ, ਲਾਜ਼ ਦਾ ਪਤਾ, ਤੇ ਇਹਦੇ 'ਚ ਰਿਸਕ ਘੱਟ ਹੁੰਦਾ। ਪਰ ਜੇ ਅਸੀਂ ਮਤਲਬ ਕਹਿੰਦੇ ਹੈਗੇ ਵੀ ਏਸ਼ੀਅਨ ਮਾਰਕੀਟ 'ਚ ਮੈਂ ਕਰਨਾ ਚਾਹੁੰਦਾ ਹੈਗਾ ਤਾਂ ਉੱਥੇ ਰਿਟਰਨ ਜ਼ਿਆਦਾ ਆ ਰਹੀ ਹੈ। ਹਾਂ, ਰਿਟਰਨ ਜ਼ਿਆਦਾ ਆ ਰਹੀ ਹੈ, ਪਰ ਉੱਥੇ ਦਾ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਜਾਂ ਉੱਥੇ ਲਾਜ਼ ਕਿੰਨੀ ਫਰੀਕੁਐਂਟਲੀ ਚੇਂਜ ਹੁੰਦੇ ਨੇ, ਇਨਸਟੇਬਿਲਿਟੀ ਸਟੇਬਿਲਿਟੀ ਕਿੰਨੀ ਹੈਗੀ ਆ, ਉਹ ਸਾਰੀਆਂ ਚੀਜ਼ਾਂ ਫਿਰ ਰਿਸਕ ਦੇ ਵਿੱਚ ਆ ਜਾਂਦੀਆਂ ਹੈਗੀਆਂ। ਪਰ ਕੁਛ ਲੋਕ ਰਿਸਕ ਲੈਣਾ ਚਾਹੁੰਦੇ ਨੇ ਰਿਟਰਨ ਦੇ ਨਾਲ, ਤੇ ਉਸੇ ਹਿਸਾਬ ਨਾਲ ਹੀ ਇਹ ਡਿਫਰੈਂਟ ਟਾਈਪਸ ਆਫ ਜਿਹੜੇ ਮਤਲਬ ਫੰਡਸ ਕ੍ਰੀਏਟ ਕਰ ਦਿੰਦੇ ਹੈਗੇ ਨੇ। ਠੀਕ ਹੈ, ਰਿਟਰਨਸ ਐਂਡ ਗਰੰਟੀਜ਼ ਆਫ ਸੈਗਰੀਗੇਟਡ ਫੰਡ। ਰਿਟਰਨ ਅੱਛੀ ਆ ਜਾਂਦੀ ਹੈਗੀ ਵੈਸੇ, ਤੇ ਡਿਪੈਂਡ ਕਰਦਾ ਹੈਗਾ ਵੀ ਕਿੱਥੇ ਤੁਸੀਂ ਪੈਸੇ ਲਗਾਏ ਨੇ ਤੇ ਕਿੰਨੇ ਚਿਰ ਵਾਸਤੇ ਲਗਾਏ ਨੇ। ਠੀਕ ਹੈ, ਪਰ ਆਲਵੇਜ਼ ਜਿਹੜਾ ਹੈਗਾ ਕੋਈ ਕੰਪਨੀ ਤੁਹਾਨੂੰ ਉਹਨੂੰ ਸ਼ੋਅ ਕਰਨੇ ਪੈਂਦਾ ਹੈਗਾ, ਕੰਪਨੀ ਨੂੰ ਤੁਹਾਡੇ ਵਾਸਤੇ ਸ਼ੋਅ ਕਰਨਾ ਪੈਂਦਾ ਹੈਗਾ ਕਿ ਪਿਛਲੇ 3 ਮਹੀਨਿਆਂ ਦੀ ਕਿੰਨੀ ਰਿਟਰਨ ਆਈ ਹੈ, ਈਅਰ ਟੂ ਡੇਟ ਕਿੰਨੀ ਆਈ ਹੈ, 1 ਸਾਲ ਦੀ ਰਿਟਰਨ ਕਿੰਨੀ ਹੈ, 2 ਦੀ, 3 ਦੀ, 5 ਦੀ ਤੇ 10 ਦੀ, ਤੇ ਸਿੰਸ ਜਦੋਂ ਦਾ ਫੰਡ ਸ਼ੁਰੂ ਹੋਇਆ ਉਹਦੀ ਕਿੰਨੀ ਵੈਲਿਊ ਹੈਗੀ ਹੈ, ਕਿੰਨੀ ਉਹਦੀ ਪਰਫਾਰਮੈਂਸ ਰਹੀ ਹੈਗੀ। ਤਾਂ ਉਹਦੇ ਤੋਂ ਆਪਾਂ ਜੱਜ ਲਾ ਸਕਦੇ ਹਾਂ ਕਿ ਅੱਗੇ ਇਹਦੀ ਕਿੱਦਾਂ ਦੀ ਜਿਹੜੀ ਹੈਗੀ ਪਰਫਾਰਮੈਂਸ ਰਹਿਣ ਵਾਲੀ ਹੈਗੀ ਆ। ਆਪਾਂ ਐਗਜ਼ਾਮਪਲ ਕਰਦੇ ਹੈਗੇ ਆ, ਥੋੜਾ ਜਿਹਾ ਈਜ਼ੀ ਹੋ ਜਾਏਗਾ ਸਮਝਣਾ, ਬਾਕੀ ਤੇ ਇੰਗਲਿਸ਼ ਲਿਖੀ ਹੋਈ ਤੁਸੀਂ ਪੜ੍ਹ ਹੀ ਲੈਣੀ ਹੈਗੀ ਆ। ਲਈ ਇੱਕ ਹੈਗਾ ਬੰਦਾ ਤੇ ਉਹਨੇ ਪੈਸੇ 1000 ਇਨਵੈਸਟ ਕੀਤੇ ਸੈਗਰੀਗੇਟਡ ਫੰਡਸ ਵਿੱਚ, ਤੇ ਉਹਦੀ 75% ਦੀ ਜਿਹੜੀ ਗਰੰਟੀ ਸੀ, ਤੇ ਦੈਟ ਮੀਨ ਮੈਚੁਰਿਟੀ ਗਰੰਟੀ ਉਹਦੀ ਕਿੰਨੀ ਹੋ ਗਈ, $750 ਤੋਂ ਘੱਟ ਨਹੀਂ ਉਹਨੂੰ ਮਿਲਣੇ ਹੈਗੇ। ਸੋ ਇਸ ਕਰਕੇ ਜਦੋਂ ਵੀ ਉਹਦਾ ਕੰਟਰੈਕਟ ਮੈਚੁਰ ਹੋਏਗਾ ਤੇ ਉਹਨੂੰ, ਜੇ ਮੰਨ ਲਓ ਉਹਦੀ ਮਾਰਕੀਟ ਵੈਲਿਊ ਘੱਟ ਹੋਈ ਤੇ ਤਾਂ ਵੀ ਉਹਨੂੰ ਜਿਹੜਾ ਹੈਗਾ $750 ਤੋਂ ਘੱਟ ਨਹੀਂ ਮਿਲਣੇ। ਇਹ ਸਿਨੈਰੀਓ 1 ਹੈਗਾ ਕਿ ਮੰਨ ਲਓ ਕਿ ਜਦੋਂ ਉਹਦੀ ਮੈਚੁਰਿਟੀ ਹੋਈ ਉਹਦੀ ਮਾਰਕੀਟ ਵੈਲਿਊ ਕਿੰਨੀ ਸੀ, $620, ਪਿਕ ਡਾਊਨ ਸੀ ਮਾਰਕੀਟ, ਤੇ ਪਰ ਉਹਨੂੰ ਕਿੰਨੀ ਮਿਲਣੀ ਹੈਗੀ, 750 ਮਿਲਣਾ ਹੈਗਾ। ਤਾਂ ਦਿਸ ਇਜ਼ ਦਾ ਮੇਨ ਬੈਨੀਫਿਟ ਆਫ ਸੈਗਰੀਗੇਟਡ ਫੰਡ, ਕਿ ਉਹਨੂੰ 75% ਦੀ ਆਪਾਂ ਗਰੰਟੀ ਦਿੱਤੀ ਸੀ ਤੇ 75% ਉਹਨੂੰ ਪੈਸੇ ਮਿਲਣੇ ਮੈਚੁਰਿਟੀ ਦੇ ਉੱਤੇ। ਦੂਸਰੀ ਕੀ ਹੋ ਸਕਦੀ ਹੈਗੀ ਆ ਕਿ ਮਾਰਕੀਟ ਵੈਲਿਊ 1440 ਹੋਏਗੀ, ਮੰਨ ਲਓ ਬਹੁਤ ਜ਼ਿਆਦਾ ਮਾਰਕੀਟ ਵੱਧ ਗਈ, ਤੇ ਫਿਰ ਹੁਣ ਲੀ ਨੂੰ ਕਿੰਨੇ ਪੈਸੇ ਮਿਲਣੇ ਨੇ ਜਦੋਂ ਉਹਦੀ ਆਪਣੇ ਮੈਚੁਰਿਟੀ ਹੋਈ 10 ਸਾਲ ਬਾਅਦ, 1440, ਜਿੰਨੀ ਉਹ ਜਿਹੜੀ ਮਤਲਬ ਚੀਜ਼ ਜ਼ਿਆਦਾ ਹੋਏਗੀ ਉਹ ਮਿਲਣੀ, ਜਾਂ ਉਹਨੂੰ ਘੱਟੋ ਘੱਟ 75% ਜਾਂ ਵਟ ਐਵਰ ਦਾ ਮਾਰਕੀਟ ਵੈਲਿਊ ਇਜ਼, ਤੇ ਜੇ ਅਗਰ ਜਿਹੜੀ ਹਾਇਰ ਚੀਜ਼ ਹੈਗੀ ਉਹ ਮਿਲਦੀ ਹੈਗੀ ਹੈ। ਠੀਕ ਹੈ, ਸੋ ਇਟ ਇਜ਼ ਈਜ਼ੀ ਟੂ ਅੰਡਰਸਟੈਂਡ। ਤੇ ਅੱਗੇ ਆ ਗਿਆ, ਜੇ ਨੇ 1000 ਇਨਵੈਸਟ ਕੀਤਾ ਤੇ ਉਹਨੂੰ ਵੀ 75% ਦੀ ਗਰੰਟੀ ਦਿੱਤੀ ਹੈ। ਹੁਣ ਇਹ ਡੈਥ ਦੇ ਵਿੱਚ ਹੈਗਾ ਵੀ ਅਗਰ ਡੈਥ ਹੋ ਜਾਂਦੀ ਤੇ ਕੀ ਹੁੰਦਾ ਹੈਗਾ, ਜਦੋਂ ਜੇਨ ਦੀ ਡੈਥ ਹੋਈ ਤੇ ਉਦੋਂ ਉਹਦੀ ਵੈਲਿਊ ਸੀ 700, ਤੇ ਪਰ ਉਹਦੀ ਗਰੰਟੀ ਆਪਾਂ ਲਈ ਸੀ 75%, ਤੇ ਉਹਨੂੰ 750 ਤੋਂ ਘੱਟ ਪੈਸੇ ਨਹੀਂ ਮਿਲਣੇ ਹੈਗੇ। ਜੇ ਮੰਨ ਲਓ ਕਿ ਜੇਨ ਮਤਲਬ ਜੇ ਉਹਦੀ ਡੈਥ ਹੁੰਦੀ ਤਾਂ 910 ਉਹਦੀ ਵੈਲਿਊ ਸੀ, ਤੇ ਫਿਰ ਕਹਿੰਦੇ 910 ਹੀ ਮਿਲਣੇ ਸੀ, ਫਿਰ ਵੀ ਘੱਟ ਮਿਲੇ 1000 ਤੋਂ। ਕਿਉਂ? ਕਿਉਂਕਿ ਅਸੀਂ 75% ਦੀ ਗਰੰਟੀ ਲਈ ਸੀ ਤੇ 75% ਤੋਂ ਉਹਦੇ ਪੈਸੇ ਆਲਰੇਡੀ ਆਪਣੇ ਹੀ ਜ਼ਿਆਦਾ ਹੈਗੇ ਨੇ, ਇਸ ਕਰਕੇ ਉਹਨੂੰ $910 ਹੀ ਮਿਲਣਗੇ। ਸੋ ਅਗਰ ਤੁਹਾਨੂੰ ਕਨਫਿਊਜ਼ਨ ਲੱਗੇ, ਇਟ ਇਜ਼ ਵੈਰੀ ਸਿੰਪਲ, ਬਟ ਫਿਰ ਵੀ ਕਿਉਂਕਿ ਤੁਹਾਡੇ ਵਾਸਤੇ ਨਵੀਂ ਚੀਜ਼ ਹੋ ਸਕਦੀ ਹੈ ਕਈਆਂ ਵਾਸਤੇ, ਜੇ ਫਿਰ ਵੀ ਨਹੀਂ ਸਮਝ ਲੱਗੀ ਤੇ ਬਿਲਕੁਲ ਨਾ ਝਿਜਕਣਾ, ਜ਼ਰੂਰ ਪੁੱਛਣਾ ਕਿ ਇਹਦਾ ਕੀ ਮਤਲਬ ਹੈਗਾ, ਤੇ ਆਈ ਵਿਲ ਟਰਾਈ ਟੂ ਆਨਸਰ ਇਟ। ਸਟੀਫਨ ਨੇ 10,000 ਇਨਵੈਸਟ ਕੀਤੇ, 75% ਉਹਦੀ ਮੈਚੁਰਿਟੀ ਗਰੰਟੀ ਸੀ ਤੇ ਡੈਥ ਦੀ ਵੀ ਗਰੰਟੀ ਸੀ। ਹੀ ਇਜ਼ ਗਰੰਟਿਡ ਟੂ ਰਿਸੀਵ $7,500, ਤੇ ਐਟ ਮੈਚੁਰਿਟੀ ਜੇ ਉਹਦੀ ਡੈਥ ਹੋ ਜਾਂਦੀ ਹੈਗੀ ਆ ਤਾਂ ਮੋਸਟ ਹੀ ਕੈਨ ਲੂਜ਼ ਓਵਰ ਦਾ ਪੀਰੀਅਡ, ਇਹ $2,500 ਉਹਦਾ ਲੂਜ਼ ਹੋ ਸਕਦਾ ਹੈਗਾ, ਕਿਉਂਕਿ 10,000 ਦੇ ਵਿੱਚ 7500 ਦੀ ਤਾਂ ਗਰੰਟਡ ਹੀ ਹੈਗੀ ਉਹਦੀ। ਦੇਅਰਫੋਰ ਹੀ has the intention of holding the fund until it is maturity. He can choose to invest in more risky funds and try to achieve a higher positive return. However, he also knows the most that can be lost. ਹੁਣ ਕੀ ਹੈਗਾ ਕਿ ਉਹ ਇਹਦੇ 'ਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈਗੀ ਕਿ ਬੰਦੇ ਨੂੰ ਪਤਾ ਹੈਗਾ ਕਿ 75% ਤਾਂ ਮੇਰਾ ਗਰੰਟਡ ਹੈ ਹੀ ਹੈ। ਹੁਣ ਉਹਨੇ ਡਿਸਾਈਡ ਕਰ ਲਿਆ ਕਿ ਠੀਕ ਹੈ, ਵੱਧ ਤੋਂ ਵੱਧ ਮੈਂ 2500 ਲੂਜ਼ ਕਰ ਜਾਵਾਂਗਾ, ਪਰ ਮੈਂ ਰਿਸਕੀ ਫੰਡ 'ਚ ਲਗਾ ਦਿੰਦਾ, ਹੋ ਸਕਦਾ ਮੈਂ ਗੇਨ ਕਰ ਜਾਵਾਂ ਕਿਉਂਕਿ ਮੇਰੇ ਕੋਲ ਟਾਈਮ ਹੈਗਾ। ਤੇ ਵੱਧ ਤੋਂ ਵੱਧ ਉਹਨੇ ਆਪਣਾ ਦਿਮਾਗ ਨੂੰ ਤਿਆਰ ਕਰ ਲਿਆ ਵੀ ਮੈਂ 2500 ਲੂਜ਼ ਕਰ ਸਕਦਾ ਹੈਗਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਸੋ ਦਿਸ ਇਜ਼ ਦਾ ਵੇ
ਕਿ ਲੋਕੀ ਕਿੱਦਾਂ ਮਤਲਬ ਰਿਸਕ ਲੈ ਕੇ ਤੇ ਪੈਸੇ ਬਣਾਉਂਦੇ ਨੇ। ਕਿਉਂ ਪਹਿਲੇ ਉਹਨਾਂ ਡਿਸਾਈਡ ਕੀਤਾ ਕਿ ਮੇਰੇ ਦੇਖੋ 10,000 ਨਹੀਂ ਮੇਰਾ ਜਾਣਾ, ਮੇਰਾ 2500 ਜਾਣਾ ਵੱਧ ਤੋਂ ਵੱਧ, ਲੈਟਸ ਟੇਕ ਦਾ ਰਿਸਕ ਤੇ ਇਹਨੂੰ ਹਾਇਰ ਜਿੱਥੇ ਰਿਟਰਨ ਆ ਸਕਦੀ ਹੈਗੀ ਹੈ ਮੈਂ ਉੱਥੇ ਜਮ੍ਹਾਂ ਕਰਾਂ, ਵੀ ਪੈਸੇ ਇਨਵੈਸਟ ਕਰਾਂ। Robert invests 10,000 Canadian equity fund held in his segregated, एक ਕਿਹੜੇ ਟੌਪਿਕ ਤੇ ਸੀ, ਅੱਛਾ ਵੈਸੇ ਐਗਜ਼ਾਮਪਲ ਆ ਗਈ ਤਾਂ every year the fund grows in value as a result of buying and selling stocks of blue chip Canadian companies. The growth is all in the form of capital gains earned by selling stocks at the profit at the end of the contract. Robert contract is worth 14,000 ਹੋ ਗਿਆ, 10,000 ਉਹਨੇ ਲਾਇਆ ਸੀ ਆਪਣੇ ਫੰਡਸ ਦੇ ਵਿੱਚ ਤੇ ਉਹਦਾ 14,000 ਹੋ ਗਿਆ ਤੇ this sum is now available to him in cash that he can withdraw. If Robert withdraw money from the account, the withdrawal will be taxed as RRSP income, which is taxed at the same rate of income. जो RRSP ਦੇ ਵਿੱਚ ਉਹਨੇ ਪੈਸੇ ਜਮ੍ਹਾਂ ਕਰਾਏ ਸੀ 10,000 ਜਮ੍ਹਾਂ ਕਰਾਇਆ ਸੀ ਤੇ ਇਕੁਇਟੀ ਦੇ ਵਿੱਚ ਲਗਾਇਆ ਸੀ ਉਹਨੇ ਸਾਰੇ, ਤੇ ਜੇ ਹੁਣ ਇਹਦੇ ਚ ਉਹ ਵਿਡਰਾਅ ਕਰ ਲੈਂਦਾ ਪੈਸੇ ਤੇ ਸਾਰੇ ਦੇ ਸਾਰੇ ਵਿਡਰਾਅ ਕਰਦਾ ਤੇ ਉਹ ਕਿੱਦਾਂ ਇਹਨੂੰ ਹੋਣਗੇ ਵੀ ਉਹਦੀ ਹੋਇਆ ਤੇ ਕੈਪੀਟਲ ਗੇਨ ਸੀ ਉਹਨੂੰ ਇਹਦੇ ਵਿੱਚ, ਪਰ ਕਿਉਂਕਿ ਉਹ RRSP ਦੇ ਵਿੱਚ ਉਹਨੇ ਪੈਸੇ ਇਨਵੈਸਟ ਕੀਤੇ ਸੀ, ਜਦੋਂ ਵਿਡਰਾਅ ਕਰਦਾ ਤੇ ਐਜ਼ ਏ ਇੰਟਰਸਟ ਇਨਕਮ ਹੀ ਉਹਦੇ ਉੱਤੇ ਟੈਕਸ ਲੱਗੇਗਾ। ਇਹ ਨਹੀਂ ਕਿ ਕੈਪੀਟਲ ਗੇਨ ਟੈਕਸ ਨਹੀਂ ਲੱਗੇਗਾ ਵੀ 4300 ਵਧਿਆ ਉਹਦਾ, ਇਹਦੇ ਤੇ ਕੈਪੀਟਲ ਗੇਨ ਨਹੀਂ ਟੈਕਸ ਲੱਗਣਾ ਹੈਗਾ, ਤੇ ਕੈਪੀਟਲ ਗੇਨ ਹੈ ਕਿਉਂਕਿ RRSP ਦੇ ਵਿੱਚ ਸੀ, ਇਸ ਕਰਕੇ ਜੇ ਉਹਦੇ ਚ ਪੈਸੇ ਵਿਡਰਾਅ ਕਰਦਾ ਤੇ ਐਜ਼ ਏ ਸਿੰਪਲ ਇਨਕਮ, ਸਿੰਪਲ ਇੰਟਰਸਟ ਇਨਕਮ ਦੇ ਹਿਸਾਬ ਨਾਲ ਹੀ ਜਿਹੜਾ ਹੈਗੇ ਉਹਦੇ ਤੇ ਟੈਕਸ ਲੱਗੇਗਾ। ਸੋ ਇਹ RRSP ਦੇ ਵਿੱਚ ਜਿਹੜਾ ਪੈਸੇ ਲਗਾਉਣ ਦਾ ਇੱਕ ਡਿਸਐਡਵਾਂਟੇਜ ਹੋ ਸਕਦਾ ਹੈਗਾ। ਤੇ ਰਿਸਕ ਆਫ ਇਨਵੈਸਟਿੰਗ ਇਨ ਸੈਕਟਰੀ ਫੰਡਸ ਕੀ ਹੋ ਸਕਦੇ ਨੇ ਵੀ ਉਹੀ ਹੈ ਵੀ 25% ਤੱਕ ਜਿਹੜੀ ਤੁਹਾਡੀ ਅਮਾਊਂਟ ਹੈ ਉਹ ਲੂਜ਼ ਹੋ ਸਕਦੀ ਹੈਗੀ ਹੈ, ਜੇ ਤੁਹਾਡੇ ਕੋਲ ਹੋਰਾਈਜ਼ਨ ਹੈਗਾ 10 ਸਾਲ ਬਾਅਦ ਜਾਂ ਕੁਛ ਵੀ ਤਾਂ ਤੁਸੀਂ ਰਿਸਕ ਲੈ ਸਕਦੇ ਹੈਗੇ। ਇਨਵੈਸਟਰ ਪ੍ਰੋਟੈਕਸ਼ਨ, consumers are protected against insolvency, bankruptcy of their insurer। ਜੇ ਮੰਨ ਲਓ ਕੰਪਨੀ ਕੋਈ ਵੀ ਬੈਂਕਰਪਸੀ ਕਰ ਦਿੰਦੀ ਹੈਗੀ ਆ ਤੇ ਜਾਂ ਉਹ ਮਤਲਬ ਇਨਸੋਲਵੈਂਸੀ ਡਿਕਲੇਅਰ ਕਰ ਦਿੰਦੀ ਹੈਗੀ ਆ ਤੇ ਐਸ਼ੋਰੈਂਸ ਰਾਹੀਂ ਉਹਨਾਂ ਦੇ ਫੰਡਸ ਜਿਹੜੇ ਹੈਗੇ ਨੇ ਉਹ ਗਰੰਟਿਡ ਹੈਗੇ ਨੇ, ਤੇ ਗਰੰਟਿਡ ਕਿੰਨੇ ਹੈਗੇ ਨੇ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਲਾਈਫ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹਨਾਂ ਦੇ ਵੱਲੋਂ ਇਹ ਐਸ਼ੋਰੈਂਸ ਕੰਪਨੀ ਬਣਾਈ ਹੈਗੀ ਹੈ ਨਾ। The protection against the loss of the value and investment is provided by the guarantees of certain investment like the 70% of segregated ਵੀ 75% ਜਿਹੜਾ ਹੈਗਾ ਉਹ ਤੁਹਾਡੀ ਪ੍ਰੋਟੈਕਟਡ ਜਿਹੜਾ ਹੈਗਾ ਪੈਸੇ ਤੇ ਉਹਦੇ ਅਗੇਂਸਟ ਜਿਹੜੀ ਹੈਗੀ ਆ ਉਹ ਐਸ਼ੋਰੈਂਸ ਤੁਹਾਨੂੰ ਗਰੰਟੀ ਦਿੰਦੀ ਹੈਗੀ ਹੈ ਕਿ ਜਿੰਨੇ ਤੁਹਾਡੇ ਨਾਲ ਕਮਿਟਮੈਂਟ ਕੀਤੀ ਗਈ ਹੈਗੀ ਆ ਉਹ ਤੁਹਾਨੂੰ ਪੈਸੇ ਮਿਲਣਗੇ। ਐਨੂਟੀਜ਼ ਦਾ ਮਤਲਬ ਇਹ ਹੁੰਦਾ ਕਿ ਪੈਸੇ ਅੱਜ ਲਮਸਮ ਆਪਾਂ ਜਮ੍ਹਾਂ ਕਰਾ ਦਿੱਤੇ ਉਹ ਤੇ ਪੈਨਸ਼ਨ ਪਲਾਨ ਲੈਣੀ ਸ਼ੁਰੂ ਕਰ ਦਿੱਤੀ, ਭਾਵੇਂ ਰੈਗੂਲਰ ਪੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ, ਭਾਵੇਂ ਆਪਾਂ ਇਮੀਡੀਏਟਲੀ ਵੀ ਸਟਾਰਟ ਕਰ ਸਕਦੇ ਹੈਗੇ ਆ ਜਾਂ ਆਪਾਂ 2 ਸਾਲ 5 ਸਾਲ 10 ਸਾਲ 20 ਸਾਲ ਬਾਅਦ ਵੀ ਲੈ ਸਕਦੇ ਹੈਗੇ ਆ, ਪਰ ਅਸੀਂ ਕੀਤਾ ਕੀ ਹੈਗਾ ਕਿ ਪੈਸੇ ਲਮਸਮ ਹੀ ਜਮ੍ਹਾਂ ਕਰਵਾ ਦਿੱਤੇ ਹੈਗੇ ਨੇ ਤੇ ਉਹਨੂੰ ਆਪਾਂ ਐਨੂਟੀਜ਼ ਕਹਿੰਦੇ ਹੈਗੇ ਆ। ਐਨੂਟੀਜ਼ ਦਾ ਫਾਇਦਾ ਕੀ ਹੁੰਦਾ ਤੇ ਨੁਕਸਾਨ ਕੀ ਹੁੰਦਾ? ਫਾਇਦਾ ਉਹਦਾ ਹੈਗਾ ਕਿ ਸਟੱਡੀ ਜਿਹੜੀ ਹੈਗੀ ਇਨਕਮ ਆ ਜਾਂਦੀ, ਇਹ ਕੀ ਹੈ ਵੀ ਰੈਗੂਲਰ ਤੁਹਾਨੂੰ ਪਤਾ ਮੈਨੂੰ $2,500 ਜੋ ਵੀ ਵਟ ਐਵਰ ਤੁਸੀਂ ਅਮਾਊਂਟ ਜਮ੍ਹਾਂ ਕੀਤੀ ਹੈ ਤਾਂ ਉਹਦੇ ਹਿਸਾਬ ਨਾਲ ਜੋ ਵੀ ਤੁਸੀਂ ਆਪਸ਼ਨ ਸਿਲੈਕਟ ਕੀਤੀ ਹੈ ਤੁਹਾਨੂੰ ਗਰੰਟਡ ਇਨਕਮ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਤੇ ਪੱਕੀ ਉਹਦੇ ਨਾਲ ਤੁਸੀਂ ਆਪਣੀ ਬਸਟਿੰਗ ਕਰ ਸਕਦੇ ਹੈਗੇ ਹੋ। ਤੇ 2 ਵੇਰੀਏਬਲਸ ਫਾਰਮ ਐਨੂਟੀ ਐਂਡ ਇੰਡੈਕਸ ਐਨੂਟੀ। ਇੰਡੈਕਸ ਇਨਿਟੀ ਦਾ ਮਤਲਬ ਹੁੰਦਾ ਕਿ ਤੁਹਾਨੂੰ ਜੇ $500 ਸੀ ਤਾਂ $500 ਤੁਹਾਨੂੰ ਮਹੀਨੇ ਦਾ ਮਿਲਦੇ ਰਹਿਣਾ ਅਗਲੇ 10 ਸਾਲ ਵਾਸਤੇ ਜਾਂ 20 ਸਾਲਾਂ ਵਾਟ ਐਵਰ ਯੂ ਚੂਜ਼। ਇੰਡੈਕਸ ਦਾ ਮਤਲਬ ਹੁੰਦਾ ਕਿ ਇਨਫਲੇਸ਼ਨ ਦੇ ਹਿਸਾਬ ਨਾਲ ਵੀ ਮੰਨ ਲਓ 2% ਇਨਫਲੇਸ਼ਨ ਵੱਧ ਰਿਹਾ ਹੈਗਾ ਤੇ ਹਰ ਸਾਲ ਤੁਹਾਡੀ 2% ਵੀ ਹੁਣ 500 ਨਹੀਂ ਮਿਲਣੀ, ਅਗਲੇ ਸਾਲ ਤੁਹਾਨੂੰ 510 ਮਿਲਣੀ ਹੈ 2% ਵੱਧ ਕਰਕੇ, ਤੇ ਉਹ ਤੋਂ ਅਗਲੇ ਸਾਲ ਫਿਰ 2% ਹੋਰ ਐਡ ਹੋਏ ਨਾ 510 ਦੇ ਉੱਤੇ, ਤਾਂ ਉਹਨੂੰ ਆਪਾਂ ਇੰਡੈਕਸਡ ਕਹਿੰਦੇ ਹੈਗੇ ਆ ਵੀ ਇਨਫਲੇਸ਼ਨ ਇੰਡੈਕਸ ਦੇ ਹਿਸਾਬ ਨਾਲ ਜਿਹੜਾ ਹੈਗਾ ਤੁਹਾਡੀ ਅਮਾਊਂਟ ਵੱਧਦੀ ਜਾਏਗੀ। ਤੇ ਚੁਆਇਸ ਆਫ ਪੇਮੈਂਟ ਫ੍ਰੀਕੁਐਂਸੀ ਜਿੱਦਾਂ ਮਰਜ਼ੀ ਲੈ ਲਓ, ਮੰਥਲੀ, ਕੁਆਟਰਲੀ, ਸੈਮੀ ਐਨੂਅਲੀ ਜਾਂ ਐਨੂਅਲੀ ਤੁਸੀਂ ਲੈ ਸਕਦੇ ਹੈਗੇ ਹੋ। ਤੁਹਾਨੂੰ ਕੋਈ ਵੀ ਡਿਸਾਈਡ ਕਰਨ ਦੀ ਲੋੜ ਨਹੀਂ ਕਿ ਪੈਸੇ ਕਿੱਥੇ ਜਮ੍ਹਾਂ ਕਰਾਉਣੇ ਆ, ਤੁਸੀਂ ਸਿੱਧੀ ਐਨੂਅਟੀ ਦੇ ਵਿੱਚ ਕਰ ਲਈ ਹੈ। ਤੁਹਾਨੂੰ ਮੋਨੀਟਰ ਕਰਨ ਦੀ ਵੀ ਲੋੜ ਨਹੀਂ ਵੀ ਪੈਸੇ ਅਪ ਜਾ ਰਹੇ ਨੇ ਡਾਊਨ ਜਾ ਰਹੇ ਨੇ, ਕਿਉਂਕਿ ਜੋ ਕੰਪਨੀ ਨੇ ਤੁਹਾਡੇ ਨਾਲ ਕਮਿਟ ਕੀਤਾ ਹੈਗਾ ਉਹ ਉਹਨਾਂ ਨੇ ਪੂਰਾ ਕਰਨਾ ਹੀ ਹੈਗਾ ਤੇ ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ ਹੈਗੀ
ਕਿ ਜੇ ਮੰਨ ਲਓ ਕਿ ਤੁਸੀਂ ਪੂਰੀ ਲਾਈਫ ਵਾਸਤੇ ਲਾਈਫ ਐਨੂਟੀ ਚੂਜ਼ ਕੀਤੀ ਹੋਈ ਹੈ ਜਾਂ ਜੁਆਇੰਟ ਐਂਡ ਲਾਸਟ ਸਰਵਾਈਵਲ ਕੀਤੀ ਹੋਈ ਹੈ, ਤਾਂ ਦੈਟ ਮੀਨਸ ਕਿ ਤੁਹਾਨੂੰ ਸਾਰੀ ਉਮਰ ਹੀ ਪੈਸੇ ਮਿਲਣੇ ਨੇ। ਇਹ ਨਹੀਂ ਹੋਣਾ ਕਿ ਤੁਹਾਡੇ ਡੈਥ ਹੋਣ ਤੋਂ ਪਹਿਲਾਂ ਹੀ ਪੈਸੇ ਨਹੀਂ ਖਤਮ ਹੋਣਗੇ, ਕਿਉਂਕਿ ਤੁਸੀਂ ਸਾਰੀ ਉਮਰ ਵਾਸਤੇ ਲਾਈਫ ਐਨੂਟੀ ਜਿਹੜੀ ਹੈਗੀ ਚੂਜ਼ ਕੀਤੀ ਹੋਈ ਆ। ਤੇ ਐਨੂਟੀ ਇਜ਼ ਪ੍ਰਿਸਕ੍ਰਾਈਬਡ ਲੈਸ ਟੈਕਸ ਪੇ ਡਿਊ ਟੂ ਇਨ ਦਾ ਅਰਲੀ ਏਜ ਆਫ ਰਿਟਾਇਰਮੈਂਟ, ਇਨਵੈਸਟਮੈਂਟ, ਪ੍ਰੋਟੈਕਸ਼ਨ ਆਫ ਇੰਸ਼ੋਰੈਂਸ ਐਨੂਟੀ ਕੰਟਰੈਕਟਸ ਥਰੂ ਐਸ਼ੋਰੈਂਸ ਵੱਲੋਂ ਵੀ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਉਹਦੀ ਹੁੰਦੀ ਹੈਗੀ ਆ। ਕੁਛ ਡਿਸਐਡਵਾਂਟੇਜਸ ਵੀ ਹੈਗੇ ਨੇ ਇਹਦੇ, ਵੀ ਲੈਕ ਆਫ ਫਲੈਕਸੀਬਿਲਿਟੀ। ਹੁਣ ਜੇ ਤੁਸੀਂ ਕਹਿੰਦੇ ਵੀ ਮੈਨੂੰ ਐਤਕੀ ਪੈਸੇ ਘੱਟ ਚਾਹੀਦੇ ਨੇ, ਤੇ ਨਹੀਂ, ਉਹ ਤੁਹਾਨੂੰ ਮਿਲ ਹੀ ਜਾਣੇ ਨੇ ਸਾਰੇ। ਜੇ ਤੁਹਾਨੂੰ ਜ਼ਿਆਦਾ ਪੈਸੇ ਚਾਹੀਦੇ ਨੇ ਤੁਹਾਨੂੰ ਤਾਂ ਵੀ ਜ਼ਿਆਦਾ ਪੈਸੇ ਨਹੀਂ ਮਿਲਣੇ, ਜੋ ਕੰਟਰੈਕਟ 'ਚ ਲਿਖੇ ਸੀ ਉਹ ਹੀ ਮਿਲਣੇ ਹੈਗੇ। ਇਹ ਇੱਕ ਡਿਸਐਡਵਾਂਟੇਜ ਹੈਗਾ। ਇੰਟਰਸਟ ਰੇਟ ਰਿਸਕ ਹੈਗਾ, ਤੇ ਇੰਟਰਸਟ ਰੇਟ ਜਿਹੜਾ ਹੈਗਾ ਉਹ ਅਪ ਡਾਊਨ ਜਾਏਗਾ, ਤੇ ਉਹਦੇ ਨਾਲ ਤੁਹਾਡੇ ਜਿਹੜੇ ਪੈਸੇ ਮਿਲਣੇ ਨੇ ਤੁਹਾਨੂੰ ਅਗਲੇ ਸਾਲਾਂ ਦੇ ਵਿੱਚ ਉਹ ਹੋਰ ਵੀ ਜਿਹੜਾ ਹੈਗਾ ਵੀ ਘੱਟ ਵੱਧ ਸਕਦੇ ਹੈਗੇ ਨੇ। ਤੋ ਇਸ ਕਰਕੇ ਉਸ ਹਿਸਾਬ ਨਾਲ ਤੁਹਾਡੀ ਐਨੂਟੀ ਜਿਹੜੀ ਮੰਥਲੀ ਤੁਹਾਨੂੰ ਮਿਲ ਰਹੀ ਹੈ ਉਹਦੇ 'ਚ ਵੀ ਫਰਕ ਪੈ ਸਕਦਾ ਹੈਗਾ। ਪੈਨਲਟੀਜ਼ ਹੋ ਸਕਦੀਆਂ ਜੇ ਤੁਸੀਂ ਸਰੈਂਡਰ ਕਰਦੇ ਹੈਗੇ ਹੋ। ਤੇ ਐਨੂਟੀ ਨਾਨ ਪ੍ਰੈਸਕ੍ਰਾਈਬਡ ਦੇਰ ਮੇ ਬੀ ਅ ਗ੍ਰੇਟਰ ਟੈਕਸ ਲਾਇਬਿਲਿਟੀ ਇਨ ਦਾ ਅਰਲੀ ਏਜ ਆਫ ਪੇਮੈਂਟ। ਤੇ ਇਹ ਤਾਂ ਜੋ ਟੈਕਸ ਵਾਲੀ ਗੱਲਬਾਤ ਹੋ ਗਈ। ਵੇਅਰ ਐਂਡ ਹਾਊ ਟੂ ਬਾਏ ਐਨੂਟੀਜ਼, ਇਹ ਇੰਸ਼ੋਰੈਂਸ ਕੰਪਨੀਆਂ ਕੋਲੋਂ ਸਿੱਧਾ ਤੁਸੀਂ ਖਰੀਦ ਸਕਦੇ ਹੈਗੇ। ਕੁਛ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਵੀ ਹੈਗੇ ਨੇ, ਜਿਵੇਂ ਬੈਂਕ ਵਗੈਰਾ ਹੈਗੇ ਨੇ, ਉਹਦੇ ਵਿੱਚ ਵੀ ਤੁਸੀਂ ਆਪਣੀ ਐਨੂਟੀ ਲੈ ਸਕਦੇ ਹੈਗੇ ਹੋ। ਟਾਈਪਸ ਆਫ ਐਨੂਟੀਜ਼ ਕੀ ਹੁੰਦੀਆਂ ਹੈਗੀਆਂ ਕਿ ਇੱਕ ਟਰਮ ਹੁੰਦੀ ਹੈ ਵੀ ਮੈਂ 5 ਸਾਲ ਵਾਸਤੇ, 10 ਸਾਲ ਵਾਸਤੇ ਲੈਣੀ ਹੈਗੀ ਆ, ਜਿਵੇਂ ਜਾਂ 20 ਸਾਲ ਵਾਸਤੇ ਲੈਣੀ ਹੈਗੀ ਆ, ਉਹਨੂੰ ਆਪਾਂ ਟਰਮ ਸਰਟਨ ਐਨੂਟੀ ਕਹਿ ਦਿੰਦੇ ਹਾਂ। ਵੀ ਪੱਕਾ ਵੀ ਮੈਂ 10 ਸਾਲ ਲੈਣੀ ਆ, ਮੈਂ $1 ਮਿਲੀਅਨ ਹੈਗਾ, ਤੇ ਮੈਨੂੰ ਦੱਸੋ ਵੀ 5 ਸਾਲਾਂ ਦੇ ਵਿੱਚ ਜਾਂ 20 ਸਾਲਾਂ ਦੇ ਵਿੱਚ ਤੁਸੀਂ ਪਰ ਮੰਥ ਮੈਨੂੰ ਕਿੰਨੇ ਪੈਸੇ ਦਿਓਗੇ। ਠੀਕ ਹੈ, ਉਸ ਹਿਸਾਬ ਨਾਲ ਜਿਹੜਾ ਹੈਗਾ ਕਿ ਉਹਨੂੰ ਆਪਾਂ ਟਰਮ ਸਰਟਨ ਐਨੂਟੀ ਕਹਿੰਦੇ ਹੈਗੇ ਆ। ਉਹਦੇ ਵਿੱਚ ਵੀ ਸਾਡੇ ਚੂਜ਼ ਕਰਨਾ ਹੁੰਦਾ ਕਿ ਆਫਟਰ 20 ਈਅਰਸ ਜਾਂ ਵਟ ਐਵਰ ਟਰਮ ਯੂ ਚੂਜ਼, ਵੀ ਉਹ ਤੁਹਾਨੂੰ ਪੈਸੇ ਵਾਪਸ ਚਾਹੀਦੇ ਨੇ, ਕਿ ਜਾਂ ਤੁਸੀਂ ਪੈਸੇ ਵਿੱਚ ਤੁਹਾਡਾ ਪ੍ਰਿੰਸੀਪਲ ਵੀ ਆਉਂਦਾ ਰਹੇ 20 ਸਾਲਾਂ ਦੇ ਵਿੱਚ। ਤੇ ਉਸ ਹਿਸਾਬ ਨਾਲ ਜਿਹੜਾ ਹੈਗਾ ਉਹ ਟਰਮ ਤੁਸੀਂ ਚੂਜ਼ ਕਰ ਸਕਦੇ ਹੈਗੇ ਹੋ। ਲਾਈਫ ਐਨੂਟੀ ਦਾ ਮਤਲਬ ਸਾਰੀ ਉਮਰ ਹੀ, ਭਾਵੇਂ ਤੁਸੀਂ 100 ਸਾਲ ਦੇ ਹੋ ਜਾਓ, ਤੁਹਾਨੂੰ ਪੈਸੇ ਜਿਹੜੇ ਮਿਲਦੇ ਰਹਿਣੇ ਹੈਗੇ ਨੇ, ਉਹਨੂੰ ਆਪਾਂ ਲਾਈਫ ਐਨੂਟੀ ਕਹਿੰਦੇ ਹਾਂ। ਜੁਆਇੰਟ ਐਨੂਟੀ ਕੀ ਹੁੰਦਾ ਕਿ ਮੰਨ ਲਓ ਹਸਬੈਂਡ ਵਾਈਫ ਦੋਨੋਂ ਪੈਸੇ ਆਪਣੇ ਪਾ ਦਿੰਦੇ ਨੇ, ਤੇ ਉਹਦੇ ਚ ਕਹਿੰਦੇ ਕਿ ਸਾਨੂੰ ਮੰਥਲੀ ਪੈਸੇ ਮਿਲਦੇ ਰਹਿਣ। ਜੇ ਮੇਰੀ ਡੈਥ ਹੋ ਜਾਏ ਤੇ ਫਿਰ ਅਗਲੇ ਨੂੰ ਵੀ ਮਿਲਦੇ ਰਹਿਣ। ਸੋ ਇਸ ਕਰਕੇ ਉਹਨੂੰ ਆਪਾਂ ਜੁਆਇੰਟ ਕਹਿ ਦਿੰਦੇ ਹੈਗੇ ਆ। ਰਿਟਰਨ ਐਂਡ ਗਰੰਟੀਜ਼ ਆਫ ਐਨੂਟੀਜ਼। ਐਨੂਟੀ ਪੇਮੈਂਟ ਜਿਹੜੀ ਹੈ ਗਰੰਟਡ ਹੁੰਦੀ ਹੈ ਫਾਰ ਦਾ ਡਿਊਰੇਸ਼ਨ, ਜਿਹੜੀ ਵੀ ਤੁਸੀਂ ਡਿਊਰੇਸ਼ਨ 'ਚ, ਅਨਲੈਸ ਕੰਡਕਟ ਇਜ਼ ਵੇਰੀਏਬਲ ਜਾਂ ਇੰਡੈਕਸ ਐਨੂਟੀ, ਜਾਂ ਇੰਡੈਕਸਡ ਐਨੂਟੀ ਹੈਗੀ, ਫਿਰ ਉਹਦੇ ਚੇਂਜ ਹੁੰਦੀ ਰਹਿੰਦੀ ਹੈਗੀ ਹੈ ਵੀ ਅਮਾਊਂਟ ਤੁਹਾਡੀ। ਜਿਵੇਂ ਮੈਂ ਅੱਗੇ ਪਿੱਛੇ ਤੁਹਾਨੂੰ ਦੱਸਿਆ ਸੀ ਕਿ ਜੇ ਪਹਿਲਾਂ 500 ਮਿਲਦੀ ਹੈਗੀ ਹੈ 510 ਹੋ ਜਾਏਗੀ ਜੇ ਇੰਡੈਕਸ ਦਾ ਹੈਗੀ ਆ, ਤੇ ਅਦਰਵਾਈਜ਼ ਫਿਕਸ ਹੀ ਰਹੇਗੀ ਹੈਗੀ। ਠੀਕ ਹੈ, ਤੇ ਮਿਨੀਮਮ ਗਰੰਟੀ ਜੋ ਵੀ ਤੁਹਾਨੂੰ ਉਹਨਾਂ ਨੇ ਦਿੱਤੀ ਹੈਗੀ ਉਹ ਤੁਹਾਨੂੰ ਮਿਲਦੀ ਰਹੇਗੀ, ਵਟ ਐਵਰ ਗਰੰਟੀ ਜੋ ਵੀ ਤੁਹਾਡੇ ਕੰਟਰੈਕਟ ਵਿੱਚ ਲਿਖਿਆ ਹੋਇਆ। ਰਿਸਕ ਕੀ ਹੋ ਸਕਦਾ ਇਨਵੈਸਟਮੈਂਟ ਦੇ ਵਿੱਚ, ਤੇ ਰਿਸਕ ਇਹ ਹੁੰਦਾ ਵੀ ਜੇ ਤੁਸੀਂ ਇੰਡੈਕਸਡ ਵਾਲੀ ਨਹੀਂ ਚੂਜ਼ ਕੀਤੀ, ਤੇ ਜਿਹੜਾ ਹੈਗਾ ਕੰਜ਼ਿਊਮਰ ਪ੍ਰਾਈਸ ਇੰਡੈਕਸ, ਉਹਦੇ ਨਾਲ ਦੈਟ ਮੀਨਸ ਕਿ ਜੇ ਤੁਹਾਡਾ ਇਨਫਲੇਸ਼ਨ ਰਿਸਕ ਵਧੀ ਜਾਂਦਾ ਹੈਗਾ, ਤੇ ਤੁਸੀਂ ਹੁਣ 500 ਹੀ ਲੈ ਰਹੇ ਹੋ, ਤੇ 10 ਸਾਲਾਂ ਬਾਅਦ 500 ਦੀ ਵੈਲਿਊ 250 ਰਹਿ ਜਾਣੀ ਹੈ, ਤੇ ਫਿਰ ਉਹ ਤੁਹਾਡੀ ਜਿਹੜੀ ਆ ਪਲੈਨਿੰਗ ਕੀਤੀ ਹੈਗੀ ਆ ਉਹ ਮਤਲਬ ਇਨਇਫੈਕਟਿਵ ਹੋ ਸਕਦੀ ਹੈਗੀ ਆ। ਤੋ ਇਸ ਕਰਕੇ ਇਸ ਚੀਜ਼ ਦਾ ਖਿਆਲ ਰੱਖਣਾ ਕਿ ਆਪਾਂ ਜਿਹੜਾ ਇਨਫਲੇਸ਼ਨ ਹੈਗਾ ਕਿ ਉਹ ਵੀ ਕੰਸੀਡਰ ਕਰਨਾ ਹੈਗਾ। ਤੋ ਐਸ਼ੋਰੈਂਸ ਦੇ ਨਾਲ ਐਨੂਟੀ ਵੀ ਜਿਹੜੀ ਹੈਗੀ ਆ ਉਹ ਕਵਰਡ ਹੈਗੀ ਆ। ਤੇ ਸਟਾਕਸ ਦਾ ਮਤਲਬ ਸ਼ੇਅਰ ਮਾਰਕੀਟ, ਜੇ ਮੈਂ ਗੱਲ ਕੀਤੀ ਹੈਗੀ ਹੈ ਕਿ ਉਹਦੇ ਵਿੱਚ ਆਪਾਂ ਪੈਸੇ ਜਮ੍ਹਾਂ ਕਰਾਉਣੇ ਆ। ਪੈਸੇ ਐਡਵਾਂਟੇਜ ਕੀ ਹੈਗੇ ਸਟਾਕ ਸ਼ੇਅਰ ਮਾਰਕੀਟ 'ਚ, ਜਿਵੇਂ ਹਾਈ ਡਿਗਰੀ ਆਫ ਟਰਾਂਸਪੇਰੈਂਸੀ ਇਨ ਸਟਾਕ ਮਾਰਕੀਟ ਇਨਵੈਸਟਿੰਗ। ਇਹ ਉਹਦਾ ਫਾਇਦਾ ਹੋ ਗਿਆ ਕਿ ਬਹੁਤ ਟਰਾਂਸਪੇਰੈਂਸੀ ਹੁੰਦੀ ਹੈਗੀ ਹੈ, ਕੁਛ ਵੀ ਛੁਪਾਇਆ ਨਹੀਂ ਜਾਂਦਾ ਹੈਗਾ। ਜੇ ਤੁਸੀਂ ਪੂਰੀ ਇਨਫੋਰਮੇਸ਼ਨ ਕਿ ਕੰਪਨੀ ਬਾਰੇ ਜਾਂ ਸਟਾਕ ਬਾਰੇ ਪੜ੍ਹੋ, ਤੇ ਡਿਵੀਡੈਂਡਸ ਮਿਲਦੇ ਹੈਗੇ ਨੇ, ਤੁਸੀਂ ਉਹਨਾਂ ਦੀ ਮੀਟਿੰਗਸ ਅਟੈਂਡ ਕਰ ਸਕਦੇ ਹੈਗੇ ਹੋ। ਇਹਦੇ 'ਚ ਕੈਪੀਟਲ ਗੇਨ ਦੇ ਉੱਤੇ ਜਾਂ ਕੈਪੀਟਲ ਲਾਸ ਦੇ ਨਾਲ ਜਿਹੜਾ ਹੈਗਾ ਕਿ ਕੈਪੀਟਲ ਗੇਨ ਵੀ ਹੁੰਦਾ ਤੁਹਾਨੂੰ, ਤੇ ਤੁਹਾਨੂੰ ਪ੍ਰੈਫਰੇਬਲੀ ਘੱਟ ਜਿਹੜਾ ਹੈਗਾ ਟੈਕਸ ਦੇਣਾ ਪੈਂਦਾ ਹੈਗਾ। ਤੇ ਜੇ ਤੁਹਾਡਾ ਕਿਸੇ ਸਾਲ ਲਾਸ ਹੋ ਜਾਂਦਾ ਹੈਗਾ, ਤੇ ਉਹ ਅਗਲੇ ਸਾਲਾਂ ਦੇ ਵਿੱਚ ਪ੍ਰੋਫਿਟ ਦੇ ਵਿੱਚੋਂ ਮਾਈਨਸ ਹੋ ਜਾਏਗਾ, ਤਾਂ ਕਿ ਟੈਕਸ ਹੋਰ ਘੱਟ ਹੋਏਗਾ। ਪ੍ਰੋਫਿਟ ਦਾ ਮਤਲਬ ਕੈਪੀਟਲ ਗੇਨ। ਤੋ ਇਹ ਇਹਦਾ ਜਿਹੜਾ ਫਾਇਦਾ ਹੁੰਦਾ ਹੈਗਾ।
ਡਿਸਐਡਵਾਂਟੇਜ ਕੀ ਹੁੰਦਾ ਕਿ ਲਾਸ ਹੋ ਸਕਦਾ ਹੈਗਾ ਸ਼ੇਅਰ ਮਾਰਕੀਟ ਦੇ ਵਿੱਚ, ਜਦੋਂ ਲੋਕੀ ਜ਼ਿਆਦਾ ਡਰਦੇ ਹੈਗੇ ਨੇ। ਤੁਹਾਡਾ ਆਪਣਾ ਪ੍ਰਿੰਸੀਪਲ ਵੀ ਜਿਹੜਾ ਹੈਗਾ ਜਾ ਸਕਦਾ, ਇਹ 'ਚ ਕੋਈ ਗਰੰਟੀ ਨਹੀਂ ਹੁੰਦੀ। ਜੇ ਤੁਸੀਂ ਸਿੱਧੇ ਸਟਾਕ ਵਿੱਚ ਲਗਾਉਂਦੇ, ਕੋਈ ਡਿਵਰਸੀਫਿਕੇਸ਼ਨ ਨਹੀਂ ਹੈਗੀ। ਜੇ ਮੰਨ ਲਓ ਕਿ ਮੈਂ ਐਪਲ ਵਿੱਚ ਲਗਾਤੇ, ਅੱਜ ਵਧੀਆ ਹੈਗਾ ਤਾਂ ਵਧੀਆ, ਜੇ ਕੱਲ੍ਹ ਨੂੰ ਕੋਈ ਐਪਲ ਦਾ ਕੋਈ ਹੋਰ ਕੰਪੀਟੀਟਰ ਆ ਜਾਏ ਤੇ ਫਿਰ ਕੀ ਹੋਏਗਾ ਕਿ ਉਹਦਾ ਸਟਾਕ ਡਿੱਗ ਜਾਏਗਾ। ਤੋ ਇਸ ਤਰ੍ਹਾਂ ਮੈਂ ਵੀ ਡਿਵਰਸੀਫਿਕੇਸ਼ਨ ਦੀ ਉੱਥੇ ਕਮੀ ਹੁੰਦੀ ਹੈਗੀ ਹੈ। ਪ੍ਰਾਈਸ ਰੋਜ਼ ਤੁਹਾਨੂੰ ਵੇਖਣੀ ਪੈਂਦੀ ਹੈਗੀ ਆ। ਤੇ ਕੰਪਨੀ ਕਈ ਜਿਹੜੀ ਹੈਗੀਆਂ ਕਿ ਜਿਹੜਾ ਡਿਵੀਡੈਂਡ ਪੇ ਹੀ ਨਹੀਂ ਕਰਦੀਆਂ ਹੈਗੀਆਂ, ਫਿਰ ਕੀ ਹੋਏਗਾ। ਡਿਵੀਡੈਂਡ ਐਕਚੁਅਲੀ ਕੀ ਹੁੰਦਾ ਹੈਗਾ ਕਿ ਜਿਹੜਾ ਕੰਪਨੀਆਂ ਨੂੰ ਪ੍ਰੋਫਿਟ ਹੁੰਦਾ ਤੇ ਜਿਹੜੇ ਉਹਦੇ ਸ਼ੇਅਰ ਹੋਲਡਰ ਹੁੰਦੇ ਉਹਨਾਂ ਦੇ ਵਿੱਚੋਂ ਪੈਸੇ ਵੰਡਦੇ ਹੈਗੇ ਨੇ। ਤੇ ਕਈ ਕੰਪਨੀਆਂ ਵੰਡਦੀਆਂ ਨਹੀਂ ਹੈਗੀਆਂ। ਮੰਨ ਲਓ ਇੱਕ ਕੰਪਨੀ ਹੈ ਤੇ ਉਹਨੂੰ $500 ਮਿਲੀਅਨ ਦਾ ਪ੍ਰੋਫਿਟ ਹੋਇਆ, ਪਰ ਉਹ ਸ਼ੇਅਰ ਹੋਲਡਰਸ ਨੂੰ ਨਹੀਂ ਦਿੰਦੇ ਹੈਗੇ। ਉਹ ਕਹਿੰਦੇ ਵੀ ਨਹੀਂ, ਆਪਾਂ ਕੀ ਕਰਨ ਲੱਗੇ ਹੈਗੇ ਕਿ ਇਹ ਪੈਸੇ $500 ਮਿਲੀਅਨ ਅਗਲੀ ਕਿਸੇ ਕੰਪਨੀ ਦੇ ਵਿੱਚ ਆਪਾਂ ਅਗਲੇ ਕਿਸੇ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰ ਦਿੰਦੇ ਹੈਗੇ ਨੇ। ਤੇ ਬੇਸਿਕਲੀ ਜਿਹੜਾ ਇਨਵੈਸਟਰ ਹੁੰਦਾ ਉਹਨੂੰ ਕੁਝ ਵੀ ਨਹੀਂ ਮਿਲਦਾ ਹੈਗਾ, ਸਿਰਫ ਉਹਦੀ ਪ੍ਰਾਈਸ ਸ਼ੇਅਰ ਦੀ ਜਿਹੜੀ ਹੈਗੀ ਹੋ ਸਕਦਾ ਵੱਧ ਜਾਵੇ। ਤੇ ਕਮਿਸ਼ਨ ਚਾਰਜ ਕੀਤਾ ਜਾਂਦਾ ਹੈਗਾ ਹਰ ਇੱਕ ਟ੍ਰੇਡ ਦੇ ਉੱਤੇ। ਉਹਦੇ ਨਾਲ ਵੀ ਜਿਹੜੀ ਤੁਹਾਡੀ ਨੈਟ ਰਿਟਰਨ ਹੈਗੀ ਘਟ ਸਕਦੀ ਹੈਗੀ ਆ। ਲਿਕੁਇਡਿਟੀ ਇਸ਼ੂ ਹੋ ਸਕਦਾ ਹੈਗਾ, ਪਰ ਆਮ ਤੌਰ 'ਤੇ ਵੇਖੀ ਜਾਂਦੇ ਨੇ। ਪਰ ਕਈ ਵਾਰੀ ਹੋ ਵੀ ਸਕਦਾ ਤੁਹਾਡੇ ਸ਼ੇਅਰ ਕੋਈ ਨਾ ਖਰੀਦੇ, ਤੇ ਇਹਦੇ ਉੱਤੇ ਤੁਸੀਂ ਬੈਨੀਫਿਸ਼ਰੀ ਜਿਹੜਾ ਹੈਗਾ ਕੋਈ ਵੀ ਨਹੀਂ ਕਰ ਸਕਦੇ ਹੈਗੇ। ਤੇ ਨੋ ਕੋਈ ਕ੍ਰੈਡਿਟ ਪ੍ਰੂਫ ਨਹੀਂ ਹੁੰਦਾ ਹੈਗਾ। ਤੇ ਮਤਲਬ ਤੁਹਾਡੇ ਜੇ ਕਿਸੇ ਨੇ ਪੈਸੇ ਲੈਣੇ ਨੇ ਤੁਹਾਡੇ ਕੋਲੋਂ, ਤੇ ਉਹ ਤੁਹਾਡੇ ਸ਼ੇਅਰ ਮਾਰਕੀਟ 'ਚ ਲੱਗੇ ਹੋਏ ਪੈਸਿਆਂ ਨੂੰ ਅਟੈਚ ਕਰਵਾ ਸਕਦਾ ਆਪਣੇ ਕਲੇਮ ਦੇ ਵਿੱਚ। ਤੋ ਹੁਣ ਤੁਸੀਂ ਜਿਹੜੀ ਕੁਛ ਵੀ ਸੇਲ ਤੁਸੀਂ ਲੈ ਲਿਆ, ਮੰਨ ਲਓ ਕੁਛ ਖਰੀਦ ਲਿਆ ਹੈਗਾ, ਤਾਂ ਉਹਨੂੰ ਤੁਸੀਂ ਕੈਂਸਲ ਨਹੀਂ ਕਰ ਸਕਦੇ ਹੈਗੇ। ਤੇ ਇਹ ਵੀ ਇਹਦੇ ਵਿੱਚ ਇੱਕ ਰਿਸਕ ਰਹਿੰਦਾ ਹੈਗਾ। ਸਟਾਕ ਕਿੱਥੋਂ ਖਰੀਦੇ ਜਾਣ, ਸ਼ੇਅਰ ਕਿੱਥੇ ਖਰੀਦੇ ਜਾਣ? ਸਟਾਕ ਐਕਸਚੇਂਜ ਵਿੱਚ, ਜਿਵੇਂ ਕੈਨੇਡਾ ਵਿੱਚ ਖਰੀਦਣੇ ਟੋਰਾਂਟੋ ਸਟਾਕ ਐਕਸਚੇਂਜ ਹੈਗੀ ਆ। ਇਸੇ ਤਰ੍ਹਾਂ ਜਿਹੜੇ ਹੈਗੇ ਨੇ ਬੈਂਕਾਂ ਦੇ ਵੱਲੋਂ ਜਿਹੜੇ ਹੈਗੇ ਨੇ ਵੀ ਪੋਰਟਲ ਜਿਹੜੇ ਹੈਗੇ ਨੇ ਉਹ ਪ੍ਰੋਵਾਈਡ ਕੀਤੇ ਜਾਂਦੇ ਨੇ, ਜਿੱਥੇ ਜਾ ਕੇ ਤੁਸੀਂ ਪੈਸੇ ਖਰੀਦ ਸਕਦੇ ਹੈਗੇ ਹੋ। ਰਿਟਰਨ ਕੀ ਹੈ? ਤੇ ਅੱਛੀ ਰਿਟਰਨ ਆ ਸਕਦੀ ਹੈ। ਕੈਪੀਟਲ ਗੇਨ ਹੀ ਹੁੰਦਾ ਹੈਗਾ ਜਿਹਦੇ 'ਚ ਵੀ ਤੁਹਾਨੂੰ ਜਾਂ ਡਿਵੀਡੈਂਡ ਮਿਲ ਸਕਦੇ ਹੈਗੇ ਨੇ। ਕੈਪੀਟਲ ਲਾਸ ਜਿਹੜਾ ਹੈਗਾ ਉਹਨੂੰ ਤੁਸੀਂ ਅੱਗੇ ਜਾ ਕੇ ਐਡਜਸਟ ਵੀ ਕਰ ਸਕਦੇ ਹੈਗੇ ਹੋ। ਇਹ ਮਤਲਬ ਫਾਇਦੇ ਹੈਗੇ ਨੇ ਉਹਦੇ। ਤੇ ਰਿਸਕ ਆਫ ਇਨਵੈਸਟਿੰਗ ਇਨ ਸਟਾਕਸ, ਤੇ ਉਹਦੀ ਪਤਾ ਹੀ ਸਾਨੂੰ ਰਿਸਕ ਜਿਹੜੇ ਹੈਗੇ ਨੇ ਕਿਹੜੇ ਨੇ, ਪਰ ਤੁਸੀਂ ਪੜ੍ਹ ਲੈਣਾ ਜ਼ਰੂਰ ਹੈ। ਇਨਵੈਸਟਰ ਪ੍ਰੋਟੈਕਸ਼ਨ, ਤੇ ਬਹੁਤ ਜ਼ਿਆਦਾ ਇਹਦੇ 'ਚ ਪ੍ਰੋਟੈਕਸ਼ਨ ਨਹੀਂ ਹੁੰਦੀ ਹੈਗੀ, ਪਰ ਕੋਈ ਫਰਾਡ ਨਾ ਹੋਵੇ ਉਹਦਾ ਜਿਹੜਾ ਹੈਗਾ ਵੀ ਜ਼ਰੂਰ ਉਹ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ। ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਦੈਟ ਨੋ ਪ੍ਰੋਟੈਕਸ਼ਨ ਇਜ਼ ਅਵੇਲੇਬਲ for declines in the market price of the stocks. If the stock prices of a stock goes from say 100 to 100 ਦਾ ਹੀ ਤੇ 2 ਤੇ ਚਲੇ ਗਿਆ, investors in that stock have no protection from losses sustained. So their only recourse to try to limit their loss on a declining stock is to sell the stock if a willing buyer can be found. ਤੇ ਇਹ ਮਤਲਬ ਵੱਡਾ ਰਿਸਕ ਹੈਗਾ। ਬੌਂਡਸ ਕੀ ਹੁੰਦੇ ਨੇ ਕਿ ਕੁਛ ਕੰਪਨੀਆਂ ਕੀ ਕਰਦੀਆਂ ਨੇ ਕਿ ਉਹਨਾਂ ਨੂੰ ਪੈਸੇ ਚਾਹੀਦੇ ਹੁੰਦੇ ਨੇ, ਜਾਂ ਗੌਰਮੈਂਟਸ ਨੂੰ ਪੈਸੇ ਚਾਹੀਦੇ ਹੁੰਦੇ ਨੇ, ਤੇ ਉਹ ਮਤਲਬ ਇੱਕ ਤਰ੍ਹਾਂ ਦਾ ਇਨਵੈਸਟਮੈਂਟ ਸਰਟੀਫਿਕੇਟ ਹੀ ਇਸ਼ੂ ਕਰਦੇ ਹੈਗੇ। ਤੇ ਡੈਟ ਇਨਵੈਸਟਮੈਂਟ ਹੁੰਦੀ ਵੀ ਕਰਜ਼ਾ ਤੁਹਾਡੇ ਕੋਲ ਲੈਣਾ ਉਹਨਾਂ ਨੇ, ਤੇ ਉਹਦੇ ਉੱਤੇ ਇੱਕ ਇੰਟਰਸਟ ਪੱਕਾ ਕੂਪਨ ਆਪਾਂ ਉਹਨੂੰ ਕਹਿੰਦੇ ਹੈਗਾ, ਕੂਪਨ ਰੇਟ ਜਿਹੜਾ ਹੈਗਾ ਉਹ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈਗਾ। ਤੇ ਇਹ ਬੜੀ ਵੱਡੀ ਮਾਰਕੀਟ ਹੈਗੀ ਆ। ਤੇ ਕੈਨੇਡਾ ਦੇ ਵਿੱਚ ਵੀ ਬੌਂਡ ਮਾਰਕੀਟ ਜਿਹੜੀ ਹੈਗੀ ਆ ਉਹ 2019 ਦੇ ਵਿੱਚ ਕਿੰਨੀ ਸੀ? 4.54 ਟ੍ਰਿਲੀਅਨ। ਮਤਲਬ ਆਪ ਹਿਸਾਬ ਲਾ ਲਓ ਵੀ ਕਿੰਨੇ ਹੁੰਦੇ ਟ੍ਰਿਲੀਅਨ। ਤੇ ਉਹ 1000 ਬਿਲੀਅਨ ਹੋਣ ਤੇ ਫਿਰ ਹੁਣ 1 ਟ੍ਰਿਲੀਅਨ ਹੁੰਦਾ। ਤੇ ਇੰਨੇ ਜਿਹੜੇ ਟ੍ਰਿਲੀਅਨ ਬੌਂਡ ਮਾਰਕੀਟ ਦੇ ਵਿੱਚ ਲੱਗੇ ਹੋਏ ਨੇ, ਤੇ ਇਹਦੀ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈਗੀ ਹੈ। ਫਿਕਸ ਮੈਚੁਰਿਟੀ ਡੇਟ ਹੁੰਦੀ ਹੈਗੀ ਬੌਂਡ ਦੇ ਉੱਤੇ, ਤੇ ਕਾਫੀ ਲੰਬੇ ਸਮੇਂ ਵਾਸਤੇ ਹੁੰਦੀ ਹੈ। ਫਿਕਸ ਰੇਟ ਆਫ ਇੰਟਰਸਟ ਮਿਲਦਾ ਹੈਗਾ, ਤੇ ਤੁਸੀਂ ਮਾਰਕੀਟ ਦੇ ਵਿੱਚ ਵੀ ਟ੍ਰੇਡ ਕਰ ਸਕਦੇ ਹੈਗੇ ਹੋ ਅਗਰ ਤੁਹਾਨੂੰ ਕੋਈ ਬਾਇਰ ਲੱਭ ਜਾਂਦਾ ਹੈਗਾ। ਤੇ ਬੌਂਡ ਦੇ ਉੱਤੇ ਫਿਕਸ ਰੇਟ ਆਫ ਇੰਟਰਸਟ ਮਿਲਦਾ, ਜਿਹਨੂੰ ਆਪਾਂ ਕੂਪਨ ਰੇਟ ਕਹਿ ਦਿੰਦੇ ਹੈਗੇ। ਐਡਵਾਂਟੇਜ ਕੀ ਹੈਗੇ ਨੇ ਕਿ ਕਾਫੀ ਵੈਰਾਈਟੀ ਹੁੰਦੀ ਹੈ ਇਹਦੇ 'ਚ, ਕਿ ਡੋਮੈਸਟਿਕਲੀ, ਇੰਟਰਨੈਸ਼ਨਲੀ, ਜਾਂ ਗੌਰਮੈਂਟ ਜਿਹੜੇ ਹੈਗੇ ਨੇ ਇਹਦੇ ਵਿੱਚ ਜਾਂ ਬੌਂਡ ਇਸ਼ੂ ਕਰਦੇ ਹੈਗੇ ਨੇ। ਇਹ ਪੜ੍ਹ ਲੈਣਾ, ਮੈਨੂੰ ਲੱਗਦਾ ਨਹੀਂ ਕਿ ਪਤਾ ਇਹ 'ਚ ਦੱਸਣ ਵਾਲੀ ਗੱਲ ਹੈਗੀ। ਵੇਅਰ ਐਂਡ ਹਾਊ ਟੂ ਬਾਏ, ਤੋ ਕਈ ਮਿਊਚੁਅਲ ਫੰਡ ਡੀਲਰ ਜਿਹੜੇ ਹੈਗੇ ਨੇ ਉਹਨਾਂ ਦੇ ਰਾਹੀਂ ਵੀ ਤੁਸੀਂ ਇਹ ਖਰੀਦ ਸਕਦੇ ਹੈਗੇ ਹੋ ਬੌਂਡਸ ਵਗੈਰਾ।
ਤੇ ਟਾਈਪ ਜਾਂ ਜਦੋਂ ਕੋਈ ਗਵਰਨਮੈਂਟ ਡਿਕਲੇਅਰ ਕਰਦੀ ਤੁਸੀਂ ਸਿੱਧੇ ਵੀ ਖਰੀਦ ਸਕਦੇ ਹੈਗੇ ਹੋ। Bonds are issued by all levels of government in Canada and by Canadian Corporation for investors। ਜੇ ਮਤਲਬ ਕਿਸੇ ਸਿਟੀ ਨੂੰ ਪੈਸੇ ਚਾਹੀਦੇ ਹੈਗੇ ਨੇ ਤੇ ਉਹ ਲੋਕਾਂ ਕੋਲੋਂ ਜਿਹੜੇ ਹੈਗੇ ਨੇ ਬੌਂਡਸ ਦੇ ਰਾਹੀਂ ਪੈਸੇ ਲੈ ਸਕਦੇ ਹੈਗੇ ਨੇ। ਫੈਡਰਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਵੀ ਇਹਨਾਂ ਦੇ ਵਿੱਚ ਪੈਸੇ ਆਪਣੇ ਜਿਹੜੇ ਹੈਗੇ ਨੇ ਲੋਕਾਂ ਦੇ ਪੈਸੇ ਲੈ ਸਕਦੇ ਹੈਗੇ ਆ। ਠੀਕ ਹੈ ਜੀ। ਤੋ ਪ੍ਰੋਵਿੰਸ਼ੀਅਲ ਬੌਂਡਸ ਦੀ ਗੱਲ ਹੈ, ਕੁਝ ਸਮਝਾਉਣ ਵਾਲੀ ਬਹੁਤੀ ਨਹੀਂ ਗੱਲ ਨਹੀਂ ਹੈਗੀ। ਜੇ ਫਿਰ ਵੀ ਤੁਹਾਨੂੰ ਲੱਗੇ ਕਿ ਨਹੀਂ ਕੋਈ ਗੱਲ ਕਲੀਅਰ ਹੋ ਰਹੀ ਤੇ ਯੂ ਕੈਨ ਆਸਕ ਮੀ। ਸੋ ਰਿਟਰਨਸ ਐਂਡ ਗਰੰਟੀਜ਼ ਕੀ ਹੈਗੀ ਇਹਦੇ 'ਚ, ਤੇ ਦ ਬੌਂਡ ਇਸ਼ੂਜ਼ ਪਲੈਜ਼ਸ ਟੂ ਰੀਪੇ ਦ ਫੇਸ ਅਮਾਊਂਟ, ਤੇ ਉਹਨੂੰ ਗਰੰਟਿਡ ਹੈਗੀ ਆ ਆਫ ਦ ਬੌਂਡ ਐਟ ਮੈਚੋਰਿਟੀ ਐਂਡ ਮੇਕ ਇੰਟਰਮ ਇੰਟਰਸਟ ਪੇਮੈਂਟਸ ਟੂ ਦ ਇਨਵੈਸਟਰ। ਵੀ ਉਹ ਕੂਪਨ ਰੇਟ ਜਿਹੜਾ ਹੈਗਾ ਉਹ ਵੀ ਉਹਨੂੰ ਪੇ ਕਰਦਾ ਹੈਗਾ, ਤੇ ਮੈਚੋਰਿਟੀ ਡੇਟ ਵੀ ਉਹ 'ਤੇ ਲਿਖੀ ਹੁੰਦੀ ਹੈ, ਤੇ ਕ੍ਰੈਡਿਟ ਕੁਆਲਿਟੀ ਦਾ ਹੁੰਦਾ ਵੀ ਕਿੰਨੀ ਕੁ ਉਹਦੀ ਸਟਰੈਂਥ ਹੈਗੀ ਆ, ਸਟਰੋਂਗਨੈਸ ਹੈਗੀ ਆ, ਜਿਹੜੀ ਵੀ ਕੰਪਨੀ ਜਾਂ ਗਵਰਨਮੈਂਟ ਜਿਹੜੀ ਆ ਬੌਂਡ ਇਸ਼ੂ ਕਰ ਰਹੀ ਹੈਗੀ ਆ, ਤੇ ਪ੍ਰਾਈਸ ਉਹਦੇ ਉੱਤੇ ਫਿਕਸ ਲਿਖਿਆ ਹੁੰਦਾ। ਇੰਟਰਸਟ ਰੇਟ ਵੀ ਜਿਹੜਾ ਹੈਗਾ ਵੀ ਫਿਕਸ ਵੀ ਹੋ ਸਕਦਾ ਤੇ ਫਲੋਟਿੰਗ ਵੀ ਹੋ ਸਕਦਾ ਹੈਗਾ, ਦੋਨੇ ਕਰਦੇ ਹੈਗੇ ਨੇ। ਬੌਂਡ ਵਿਦ ਏ 100 ਫੇਸ ਵੈਲਿਊ ਬੀਅਰਿੰਗ ਕੂਪਨਸ ਵਿਦ ਏ 3% ਰੇਟ। ਠੀਕ ਹੈ, ਕੂਪਨਸ ਕੋਈ ਪਤਾ ਇੰਨਾ ਜ਼ਿਆਦਾ ਨਹੀਂ ਹੈ ਤੇ ਪ੍ਰੈਸ਼ਰ ਦੇਣ ਦੀ ਲੋੜ। ਦੈਟ ਮੀਨਸ ਕਿ ਉਹਦੇ ਉੱਤੇ ਕਿੰਨਾ ਰੇਟ ਹੈਗਾ, 10% ਦੀ ਰਿਟਰਨ ਉਹਨੇ ਲਿਖਿਆ ਹੋਇਆ। ਵੁੱਡ ਪੇ $30, ਤੇ ਦੈਟ ਮੀਨਸ ਕਿ ਉਹਨੂੰ $30 ਪੇ ਕਰਨਗੇ ਤੇ ਸਾਲ ਦੇ ਵਿੱਚ, ਤੇ $30 ਕਿੰਨੇ ਬਣ ਗਏ, ਜੇ 6 ਮਹੀਨੇ ਬਾਅਦ ਵੀ ਕਰਨਗੇ ਤੇ $15 ਪਰ ਪੇਮੈਂਟ ਜਿਹੜੇ ਹੈਗੇ ਨੇ ਉਹ ਪੇ ਕਰਨਗੇ। ਸਮਝੇ ਕਿ ਨਹੀਂ? ਵੀ 3% ਤੇ ਹੈਗਾ 1000 ਤੇ $30 ਬਣਦੇ ਨੇ, ਤੇ ਜੇ ਸਾਲ 'ਚ 2 ਵਾਰੀ ਉਹ ਪੇ ਕਰਦੇ ਨੇ ਤੇ ਕਿੰਨੇ, $15 2 ਪੇਮੈਂਟ ਦੇ ਵਿੱਚ ਕਰਨਗੇ। ਤੇ ਕ੍ਰੈਡਿਟ ਕੁਆਲਿਟੀ ਤਾਂ ਵੀ ਇਹ ਹੁੰਦਾ ਵੀ ਰੇਟਿੰਗ ਹੁੰਦੀ ਕਿਸੇ ਵੀ ਗਵਰਨਮੈਂਟ ਦੀ ਜਾਂ ਕਿਸੇ ਵੀ ਕੰਪਨੀ ਦੀ ਜਿਹੜੀ ਆ ਰੇਟਿੰਗ ਕੀ ਹੈਗੀ ਹੈ, ਵੀ ਕਿੰਨੀ ਚਾਂਸਿਸ ਹੈਗੇ ਨੇ ਕਿ ਉਹ ਤੁਹਾਡੇ ਪੈਸੇ ਕਿੰਨੇ ਸਿਕਿਉਰ ਹੈਗੇ ਨੇ, ਉਹ ਰੇਟਿੰਗ ਤੋਂ ਆਪਾਂ ਨੂੰ ਪਤਾ ਲੱਗਦਾ ਹੈਗਾ। ਪ੍ਰਾਈਸ, ਇਨੀਸ਼ੀਅਲ ਪ੍ਰਾਈਸ ਕੀ ਹੈਗੀ ਆ, ਤੇ ਰਿਸਕ ਕੀ ਹੋ ਸਕਦਾ ਹੈਗਾ ਬੌਂਡ ਦਾ। ਬੌਂਡਸ ਇਨਵੈਸਟਰਸ ਆਰ ਐਕਸਪੋਜ਼ ਟੂ ਅ ਨੰਬਰ ਆਫ ਰਿਸਕ, ਦੀਜ਼ ਇਨਕਲੂਡ ਇੰਟਰਸਟ ਰੇਟ ਘੱਟ ਵੱਧ ਹੋ ਸਕਦੇ, ਰੀਇਨਵੈਸਟਮੈਂਟ ਰਿਸਕ, ਇਨਫਲੇਸ਼ਨ ਰਿਸਕ, ਕ੍ਰੈਡਿਟ ਰਿਸਕ, ਹੈਡ ਰਿਸਕ। ਵੀ ਪਹਿਲਾਂ ਤੁਸੀਂ ਕਿਸੇ ਕੰਪਨੀ 'ਚ ਪੈਸੇ ਲਗਾਏ ਹੋ, AAA ਰੇਟਿੰਗ ਸੀ, ਕੱਲ੍ਹ ਨੂੰ ਹੋ ਸਕਦਾ ਵੀ ਉਹ AA ਆ ਜਾਏ ਜਾਂ ਉਹਦੀ ਰੇਟਿੰਗ ਘੱਟ ਜੇ ਕਿਸੇ ਵਜ੍ਹਾ ਕਰਕੇ, ਤੇ ਫਿਰ ਤੁਹਾਡੇ ਇਨਵੈਸਟਮੈਂਟ ਰਿਸਕੀ ਹੋ ਸਕਦੀ ਹੈਗੀ ਹੈ। ਲਿਕੁਇਡਿਟੀ ਹੁੰਦੀ ਵੀ ਕਈ ਵਾਰੀ ਤੁਸੀਂ ਬੌਂਡ ਵੇਚਣ ਜਾਂਦੇ ਹੋ, ਤੁਹਾਨੂੰ ਕੋਈ ਉਹਦਾ ਬਾਇਰ ਨਹੀਂ ਲੱਭਦਾ ਹੈਗਾ। ਕਰੰਸੀ ਰਿਸਕ, ਵੀ ਜੇ ਮੰਨ ਲਓ ਹੁਣ ਤੁਸੀਂ ਬਾਹਰੋਂ ਕਿਤੇ ਬੌਂਡਸ ਖਰੀਦੇ ਸੀ ਤਾਂ ਉਹ ਕਰੰਸੀ ਡਾਊਨ ਆ ਗਈ ਜਾਂ ਅਪ ਆ ਗਈ, ਤੇ ਉਹ ਚੀਜ਼ਾਂ ਦਾ ਵੀ ਜਿਹੜਾ ਹੈ ਇੱਕ ਰਿਸਕ ਇਹਦੇ ਤੇ ਨਾਲ ਅਟੈਚ ਰਹਿੰਦਾ ਹੈਗਾ। ਤੋ ਇਨਵੈਸਟਰ ਪ੍ਰੋਟੈਕਸ਼ਨ, investor protection for bond investors is similar to that of investors in stocks through CAPR। ਆਪਾਂ ਉੱਪਰ ਪੜ੍ਹਿਆ ਸੀ ਸਟਾਕ ਮਾਰਕੀਟ ਦੇ ਵਿੱਚ, ਤੇ accounts held by its members to specified limits if the dealer becomes insolvent। ਸੇਵਿੰਗ ਅਕਾਊਂਟਸ ਜਿਵੇਂ ਬੈਂਕ 'ਚ ਆਪਾਂ ਖਿਲਾਉਂਦੇ ਹਾਂ, ਸਿੰਪਲ ਆ, ਬਹੁਤ ਘੱਟ ਉਹਦੇ 'ਚ ਹੁੰਦਾ। ਲਿਕੁਇਡੇਟ ਬਹੁਤ ਜ਼ਿਆਦਾ ਹੁੰਦੀ, ਜਦੋਂ ਮਰਜ਼ੀ ਆਪਾਂ ਪੈਸੇ ਕਢਾ ਲਈਏ, ਪਰ ਇਹਦਾ ਸਾਨੂੰ ਰਿਟਰਨ ਜਿਹੜੀ ਹੈਗੀ ਬਹੁਤ ਘੱਟ ਹੁੰਦੀ ਹੈ। ਸੇਵਿੰਗ ਅਕਾਊਂਟਸ, ਤੇ ਟ੍ਰੈਡੀਸ਼ਨਲ ਸੇਵਿੰਗ ਅਕਾਊਂਟ ਹਾਈ ਇੰਟਰਸਟ ਸੇਵਿੰਗ ਅਕਾਊਂਟ। ਹਾਈ ਜਿਵੇਂ ਆਪਾਂ ਇੰਡੀਆ ਦੇ 'ਚ ਕਹਿੰਦੇ ਸੀ ਉਹ ਕੀ ਫਿਕਸਡ ਡਿਪੋਜ਼ਿਟ ਹੁੰਦੇ ਨੇ, ਉਹਨੂੰ ਆਪਾਂ ਹਾਈ ਇੰਟਰਸਟ ਕਹਿ ਦਿੰਦੇ ਇੱਥੇ। ਤੇ ਸਿੰਪਲ ਵਾਲੇ ਹੈਗੇ ਜਦੋਂ ਮਰਜ਼ੀ ਘਟਾ ਲਓ, ਜਦੋਂ ਮਰਜ਼ੀ ਤੁਸੀਂ ਜਮ੍ਹਾਂ ਕਰਾ ਦਿਓ, ਜਦੋਂ ਮਰਜ਼ੀ ਤੁਸੀਂ ਘਟਾ ਸਕਦੇ ਹੈਗੇ। ਤੋ GAC ਸਰਟੀਫਿਕੇਟਸ ਹੁੰਦਾ, ਰਿਟਰਨ ਔਰ ਗਰੰਟਡ ਸੇਵਿੰਗ ਅਕਾਊਂਟਸ, ਤੇ ਵੀ ਪੜ੍ਹ ਲੈਣਾ ਤੁਸੀਂ ਹੁਣ ਆਪ ਹੀ। ਤੇ ਰਿਸਕ ਆਫ ਹੋਲਡਿੰਗ ਸੇਵਿੰਗਸ ਇਨ ਸੇਵਿੰਗ ਅਕਾਊਂਟ ਇਨਵੈਸਟ, ਇੱਕ ਕੈਨੇਡਾ ਡਿਪੋਜ਼ਿਟ, ਤੁਸੀਂ ਯਾਦ ਕਰ ਲੈਣਾ ਜਾਂ ਮਤਲਬ ਮਾਈਂਡ ਵਿੱਚ ਰੱਖਣਾ। ਕੈਨੇਡਾ ਡਿਪੋਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਹੈਗੀ ਹੈ ਕਿ ਇਜ਼ ਏ ਫੈਡਰਲ ਕਰਾਊਨ ਕਾਰਪੋਰੇਸ਼ਨ ਦੈਟ ਇਸ਼ੂਜ਼ ਸੇਵਿੰਗ ਅਕਾਊਂਟਸ ਐਟ ਮੈਂਬਰਸ ਇੰਸਟੀਟਿਊਸ਼ਨ ਸੱਚ ਐਜ਼ ਬੈਂਕਸ ਅਪ ਟੂ 1 ਲੱਖ। 1 ਲੱਖ ਤੱਕ ਜਿਹੜੇ ਹੈਗੇ ਤੁਹਾਡੇ ਪੈਸੇ ਸੇਵ ਰਹਿੰਦੇ ਹੈਗੇ ਨੇ। ਇਹ ਜੇ 2 ਲੱਖ ਹੋਣ ਫਿਰ ਨਹੀਂ, ਤੇ 1 ਲੱਖ ਤੱਕ ਤੁਹਾਡੇ ਪੈਸੇ ਸੇਵਡ ਹੈਗੇ ਨੇ ਜਾਂ ਪ੍ਰੋਟੈਕਟਡ ਹੈਗੇ ਨੇ ਬੈਂਕਾਂ ਦੇ ਵਿੱਚ, ਨਾਟ ਮੋਰ ਦੈਨ ਦੈਟ। ਉਹ ਮਤਲਬ ਕਿਸੇ ਹੋਰ ਤਰੀਕੇ ਨਾਲ ਤੁਸੀਂ ਉਹਨੂੰ ਸਿਕਿਉਰ ਕਰ ਸਕਦੇ ਹੈਗੇ ਹੋ ਜਾਂ ਹੈਗੇ ਨੇ, ਪਰ ਗੌਰਮੈਂਟ ਵੱਲੋਂ ਜਿਹੜੀ ਗਰੰਟੀ ਜਾਂ CDIC ਵੱਲੋਂ ਗਰੰਟੀ ਹੈਗੀ ਉਹ 1 ਲੱਖ ਤੱਕ ਹੈਗੀ ਹੈ। ਗਰੰਟਡ ਇਨਵੈਸਟਮੈਂਟ ਸਰਟੀਫਿਕੇਟ, ਵੀ ਇਹਦੇ 'ਚ ਵੀ ਬਹੁਤ ਘੱਟ ਜਿਹੜਾ ਹੈਗਾ ਕਿ
ਰੇਟ ਆਫ ਇੰਟਰਸਟ ਰਹਿੰਦਾ ਹੈਗਾ, ਪਰ ਗਰੰਟਡ ਹੈਗਾ। ਵੇਅਰ ਐਂਡ ਹਾਊ ਟੂ ਬਾਈ GSE ਬੈਂਕਾਂ ਦੇ ਰਾਹੀਂ ਜਾਂ ਕ੍ਰੈਡਿਟ ਯੂਨੀਅਨ ਰਾਹੀਂ, ਅਤੇ ਇੰਸ਼ੋਰੈਂਸ ਕੰਪਨੀਆਂ ਦੇ ਰਾਹੀਂ, ਇਨਵੈਸਟਮੈਂਟ ਡੀਲਰਸ ਦੇ ਰਾਹੀਂ ਜਿਹੜੇ ਹੈਗੇ ਆ ਤੁਹਾਨੂੰ GSE ਸਰਟੀਫਿਕੇਟਸ ਮਿਲ ਜਾਂਦੇ। ਟਾਈਪ ਆਫ GSE ਫਿਕਸਡ ਰੇਟ ਹੈਗੇ ਨੇ, ਕੈਸ਼ੇਬਲ ਰੀਡੀਏਬਲ GSE ਹੈਗੇ ਨੇ, ਅਤੇ ਐਕਸਕਲੇਟਿੰਗ GSE। ਇਹਦੇ 'ਚ ਕੀ ਹੁੰਦਾ ਹੈਗਾ ਕਿ ਹਰ ਐਨੂਅਲ ਜਿਹੜੀ ਹੈਗੀ ਐਨਵਰਸਰੀ ਦੇ ਉੱਤੇ ਇਹਦਾ ਰੇਟ ਵੱਧਦਾ ਜਾਂਦਾ ਹੈਗਾ, ਉਹਨੂੰ ਆਪਾਂ ਐਕਸਕਲੇਟਿੰਗ GSE ਕਹਿੰਦੇ। ਵੇਰੀਏਬਲ ਫਿਕਸ ਨਹੀਂ ਹੈਗਾ, ਵੇਰੀਏਬਲ ਹੋ ਸਕਦਾ। ਮਾਰਕੀਟ ਲਿੰਕਡ GSE, ਅਤੇ ਇਹ ਮਤਲਬ ਇਹਦੇ 'ਚ ਰਿਟਰਨ ਥੋੜ੍ਹੀ ਜਿਹੀ ਜ਼ਿਆਦਾ ਆ ਸਕਦੀ ਹੈਗੀ ਆ। ਫੋਰਨ ਕਰੰਸੀ GSE, ਇੰਸ਼ੋਰੈਂਸ GSE, return and guarantees on GSE. GSE returns of principal and interest at the stated maturity date. Their returns are in the form of interest. GSEs ਵੀ ਤੁਹਾਡੇ ਜਿਹੜਾ ਪ੍ਰਿੰਸੀਪਲ ਅਮਾਊਂਟ ਇਹ ਗਰੰਟਡ ਹੈਗਾ, ਐਂਡ ਇੰਟਰਸਟ ਐਟ ਦਾ ਸਟੇਟਡ ਮੈਚੋਰਿਟੀ ਡੇਟ, ਜਦੋਂ ਇਹ ਗਰੰਟਡ ਹੈਗਾ, ਪ੍ਰਿੰਸੀਪਲ ਵੀ ਗਰੰਟਡ ਆ ਅਤੇ ਇੰਟਰਸਟ ਵੀ ਗਰੰਟਡ ਹੈਗਾ। ਇਸੇ ਕਰਕੇ ਆਪਾਂ ਉਹਨੂੰ ਗਰੰਟਡ ਇਨਵੈਸਟਮੈਂਟ ਸਰਟੀਫਿਕੇਟ ਕਹਿ ਦਿੰਦੇ ਹੈਗੇ ਆ। ਇਨਫਲੇਸ਼ਨ ਦਾ ਰਿਸਕ ਇਹਦੇ 'ਚ ਦੱਸਿਆ ਹੋਇਆ। ਇਸੇ ਤਰ੍ਹਾਂ ਮਿਊਚੁਅਲ ਫੰਡ, ਇਹ ਤਾਂ ਤੁਹਾਨੂੰ ਬਹੁਤਿਆਂ ਨੂੰ ਪਤਾ ਹੋਏਗਾ, ਪਰ ਤਕਰੀਬਨ ਜਿਹੜੇ ਉੱਪਰ ਆਪਾਂ ਸੈਗਰੀਗੇਟਡ ਫੰਡਸ ਦੀ ਗੱਲ ਕੀਤੀ, ਉਸੇ ਤਰ੍ਹਾਂ ਹੀ ਇਹ ਵਰਕ ਕਰਦੇ ਹੈਗੇ ਨੇ। ਠੀਕ ਹੈ, ਸੋ ਸਟੈਂਡਰਡ ਏਵੀਏਸ਼ਨ ਰੇਂਜ, ਇਨਵੈਸਟਮੈਂਟ ਫੰਡ ਰਿਸਕ ਲੈਵਲ, ਵੀ ਜੇ ਹੁਣ ਜ਼ੀਰੋ ਤੁਹਾਡਾ ਟਾਈਮ ਜਿਹੜਾ ਹੈਗਾ ਵੀ ਲੈਸ, ਇਹ ਪਤਾ ਨਹੀਂ ਕੀ ਇਹਨਾਂ ਲਿਖਿਆ ਹੈਗਾ, ਚਲੋ ਤੁਸੀਂ ਹੁਣ ਪੜ੍ਹ ਲਿਓ, ਕਿਉਂਕਿ ਮੈਂ ਕਾਫੀ ਬੋਲ ਲਿਆ ਹੈਗਾ। ਮੈਂ ਚਾਹੁੰਦਾ ਸੀ ਵੀ ਚੈਪਟਰ ਜਿਹੜਾ ਹੈਗਾ ਵੀ ਇਹਨੂੰ ਆਪਾਂ ਖ਼ਤਮ ਕਰ ਦਈਏ। ਅਤੇ ਇਹ ਮਿਊਚੁਅਲ ਫੰਡ ਵਾਲਾ ਮੈਂ ਵੀ ਸੇਮ ਹੀ ਇਹਦੇ ਨਾਲ ਜਿਹੜਾ ਆਪਾਂ ਸੈਗਰੀਗੇਟਡ ਫੰਡਸ ਕੀਤੀਆਂ ਗੱਲਾਂ, ਉਹੀ ਤਕਰੀਬਨ ਰਲਦੀਆਂ ਮਿਲਦੀਆਂ ਇਹਦੇ ਵਿੱਚ ਹੈਗੀਆਂ। ਹਾਊ ਐਂਡ ਵੇਅਰ ਟੂ ਬਾਏ ਮਿਊਚੁਅਲ ਫੰਡ। ਮਿਊਚੁਅਲ ਫੰਡ ਜਿਹੜੇ ਬੈਂਕਸ ਦੇ ਰਾਹੀਂ ਵੀ ਮਿਲ ਜਾਂਦੇ, ਕ੍ਰੈਡਿਟ ਯੂਨੀਅਨ, ਜਾਂ ਕੁਛ ਜਿਹੜੇ ਡੀਲਰਸ ਹੈਗੇ ਨੇ ਮਿਊਚੁਅਲ ਫੰਡ ਕੰਪਨੀਆਂ ਹੈਗੀਆਂ, ਉਹਨਾਂ ਦੇ ਰਾਹੀਂ ਜਿਹੜੇ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੈਗੇ ਉਹਨੂੰ। ਅਤੇ ਇਹ ਕਿੱਦਾਂ ਵੀ ਕੈਸ਼, ਫਿਕਸਡ ਇਨਕਮ, ਇਕੁਇਟੀ ਅਤੇ ਕਮੋਡਿਟੀ, ਇੱਦਾਂ ਡਿਫਰੈਂਟ ਟਾਈਪਸ ਜਿਹੜੇ ਹੈਗੇ ਨੇ, ਕਿ ਜਿਵੇਂ ਸੈਗਰੀਗੇਟਡ ਫੰਡਸ ਡਿਫਰੈਂਟ ਟਾਈਪਸ ਵਾਲੇ ਸੀ, ਉਸੇ ਤਰ੍ਹਾਂ ਇਹ ਵੀ ਡਿਫਰੈਂਟ ਟਾਈਪਸ ਵਾਲੇ ਮਿਊਚੁਅਲ ਫੰਡ ਹੁੰਦੇ ਨੇ। ਵੀ ਕੈਸ਼ ਮਾਰਕੀਟ 'ਚ ਲੱਗੇ ਨੇ, ਜਾਂ ਬੌਂਡ ਫੰਡ 'ਚ ਲੱਗੇ ਨੇ, ਜਾਂ ਇਕੁਇਟੀ 'ਚ ਲੱਗੇ ਨੇ, ਜਾਂ ਬੈਲੈਂਸ 'ਚ ਲੱਗੇ ਨੇ। ਉਸੇ ਤਰੀਕੇ ਨਾਲ ਜਿਹੜਾ ਇਹਦੇ ਵਿੱਚ ਮਿਊਚੁਅਲ ਫੰਡ ਦੇ ਵਿੱਚ ਡਿਫਰੈਂਟ ਜਿਹੜੇ ਹੈਗੇ ਨੇ ਉਹ ਮਿਊਚੁਅਲ ਫੰਡ ਬਣੇ ਹੁੰਦੇ ਨੇ, ਟਾਈਪਸ ਆਫ ਮਿਊਚੁਅਲ ਫੰਡ ਹੁੰਦੇ। ਰਿਟਰਨ ਜਿਹੜੀ ਹੈਗੀ ਆ, ਅਤੇ ਇਹਦੇ 'ਚ ਕੋਈ ਗਰੰਟਿਡ ਨਹੀਂ ਹੁੰਦੀ ਹੈਗੀ, ਨੋ ਗਰੰਟੀ ਵੀ ਕਿਤੇ ਵੀ ਇਹਦੇ 'ਚ ਸਾਰਾ ਰਿਸਕ ਕਹਿ ਲਓ ਤੁਹਾਡਾ ਹੁੰਦਾ। ਨੈਬ ਜਿਹੜਾ ਹੁੰਦਾ, ਇਹਨੂੰ ਨੈਬ ਕਹਿੰਦੇ, ਨੈਟ ਐਸਟਸ ਵੈਲਿਊ। ਯੂਨਿਟਸ ਦੇ ਵਿੱਚ ਇਹ ਵਿਕਦੇ ਨੇ ਹੈਗੇ ਨੇ। ਜਿੱਦਣ ਤੁਸੀਂ ਕਿਸੇ ਵੀ ਮਿਊਚੁਅਲ ਫੰਡ 'ਚ ਜਮ੍ਹਾਂ ਕਰਦੇ ਹੋ, ਉਦੋਂ ਉਹਦੀ ਨੈਟ ਐਸਟ ਵੈਲਿਊ ਕੀ ਹੈਗੀ ਹੈ ਪਰ ਯੂਨਿਟ, ਉਸ ਹਿਸਾਬ ਨਾਲ ਜਿਹੜੇ ਹੈਗੇ ਨੇ ਤੁਹਾਨੂੰ ਯੂਨਿਟਸ ਮਿਲਦੇ ਨੇ। ਤਾਂ ਯੂਨਿਟਸ ਹੀ ਇਨਕਰੀਜ਼ ਕਰਦੇ ਨੇ ਡਿਪੈਂਡਿੰਗ ਔਨ ਦਾ ਪਰਫੋਰਮੈਂਸ ਆਫ ਦਾ ਫੰਡ। ਕਿ ਉਹ ਜੇ ਵਧੀਆ ਪਰਫੋਰਮ ਕਰ ਲਿਆ ਤਾਂ ਯੂਨਿਟ ਵੈਲਿਊ ਵਧੀ ਜਾਣੀ ਹੈਗੀ ਹੈ, ਜੇ ਉਹ ਮਤਲਬ ਘੱਟ ਕਰ ਰਿਹਾ ਹੈਗਾ ਤਾਂ ਯੂਨਿਟਸ ਦੀ ਜਿਹੜੀ ਵੈਲਿਊ ਹੈ ਉਹ ਘਟਦੀ ਜਾਣੀ ਹੈ। ਨੰਬਰ ਆਫ ਯੂਨਿਟਸ ਜਿਹੜੇ ਹੈਗੇ ਨੇ ਫਿਕਸ ਰਹਿੰਦੇ ਹੈਗੇ ਨੇ, ਅਨਲੈਸ ਕਿ ਉਹ ਤੁਹਾਡੇ ਜਿਹੜੇ ਹੈਗੇ ਨੇ ਕਿ ਆਪਾਂ ਵਿਡਰਾਅ ਨਹੀਂ ਕਰਦੇ ਜਾਂ ਉਹਨੂੰ ਰਿਡੀਮ ਨਹੀਂ ਕਰਦੇ ਹੈਗੇ। If the units of funds increases in value from a total of 100 to 1200 over the course of a year due to distributions, the investment is worth 1200. At the year end, the return is calculated by the investor's year end value minus initial investment. ਤੇ ਇਹ ਕਿੰਨੀ ਹੋ ਗਈ, 200 ਦਾ ਪ੍ਰੋਫਿਟ ਹੋ ਗਿਆ। ਦੈਟ ਪ੍ਰੋਫਿਟ ਇਜ਼ ਦੈਨ ਡਿਵਾਈਡਡ ਬਾਈ ਦਾ ਇਨੀਸ਼ੀਅਲ ਇਨਵੈਸਟਮੈਂਟ, 200 ਡਿਵਾਈਡਡ ਬਾਈ 1000 ਟੂ ਸ਼ੋ ਦਾ ਰਿਟਰਨ। ਦੈਟ ਮੀਨਸ ਇਹ 20% ਹੋ ਗਈ। ਦਾ ਡਿਸਟਰੀਬਿਊਸ਼ਨ ਪਤਾ ਨਹੀਂ ਕਦੋਂ ਕੀਤਾ ਹੈਗਾ, ਉਹ ਤਾਂ ਪਤਾ ਕਰ ਹੀ ਲੈਣਾ ਤੁਸੀਂ, ਸ਼ਹਿਰ ਹੈਗੇ ਬੰਦੇ। ਰਿਸਕ ਆਫ ਇਨਵੈਸਟਿੰਗ ਇਨ ਮਿਊਚੁਅਲ ਫੰਡ, ਰਿਸਕ ਹੈਗਾ ਵੀ ਅਪ ਜਾਂਦੀ ਮਾਰਕੀਟ, ਡਾਊਨ ਜਾਂਦੀ ਹੈਗੀ ਆ, ਉਹਦੇ ਹਿਸਾਬ ਨਾਲ ਤੁਹਾਨੂੰ ਰਿਸਕ ਹੈਗਾ। ਇਨਵੈਸਟਰ ਪ੍ਰੋਟੈਕਸ਼ਨ, ਕੋਈ ਇਹਦੇ 'ਚ ਪ੍ਰੋਟੈਕਸ਼ਨ ਨਹੀਂ ਹੈਗੀ, ਸਿਰਫ ਫਰੋਡ ਕੇਸਿਸ ਤੋਂ ਜਿਹੜੀ ਹੈਗੀ ਹੈ ਕਿ ਉਹ ਤੁਹਾਡੀ ਥੋੜ੍ਹੀ ਬਹੁਤੀ ਪ੍ਰੋਟੈਕਸ਼ਨ ਹੈਗੀ ਹੈ। The maximum amount of coverage is 1 million for each car. There are two investor protection funds available to mutual funds investors. Both can be accessed in case of dealer insolvency. They do not cover market losses. Market losses नहीं हैगी, insolvency bankruptcy can show करती ਉਹਦੇ ਵਿੱਚ ਹੈਗੀ ਹੈ। The Canadian Investor Protection Fund mentioned earlier and Investor Protection Corporation
of the Mutual Fund Dealers Association, ensure FTA members. Uh, uh, MFDA members are the firms that distribute Canadian mutual fund. The maximum amount of coverage is 1 million for each general account. ETF ਵੀ ਐਕਸਚੇਂਜ ਦੇ ਉੱਤੇ ਜਿਹੜੇ ਹੈਗੇ ਨੇ ਟ੍ਰੇਡ ਕੀਤੇ ਜਾਂਦੇ ਨੇ, ਪਰ ਹੁੰਦੇ ਜ਼ਿਆਦਾ ਮਿਊਚੁਅਲ ਫੰਡ ਵਾਂਗ ਹੀ ਉਹ ਵਰਕ ਕਰਦੇ ਹੈਗੇ ਨੇ। ਤਾਂ ਸੇਮ ਚੀਜ਼ਾਂ ਹੀ ਹੈਗੀਆਂ ਇਹਦੀਆਂ, ਬੈਨੀਫਿਟਸ ਤੇ ਇਹਦੇ ਨਾਨ ਬੈਨੀਫਿਟਸ ਹੈਗੇ ਨੇ। ਫਿਰ ਜਿਹੜੇ ਹੈਗੇ ਤੁਸੀਂ ਕਿੱਥੇ ਖਰੀਦ ਸਕਦੇ ਹੈਗੇ ਹੋ? ਆਨਲਾਈਨ ਜਾ ਕੇ ਤੁਸੀਂ ਪੈਸੇ ਜਿਹੜੇ ਐਕਸਚੇਂਜ ਟ੍ਰੇਡਡ ਫੰਡ ਜਿਹੜੇ ਹੈਗੇ ਨੇ ਖਰੀਦ ਸਕਦੇ ਹੈਗੇ ਆ। ਬ੍ਰੋਕਰ ਦੇ ਰਾਹੀਂ ਵੀ ਜਿਹੜਾ ਹੈਗਾ ਖਰੀਦ ਸਕਦੇ ਹੈਗੇ। ਟਾਈਪਸ ਆਫ ETF. ETFs are available to track currencies, industries, commodity style such as growth, value, or market capitalization, bonds, dividends, or real estate in Canada and abroad. Still, other more exotic ETFs are available. For example, inverse ETFs move in opposite direction of an associate exchange. ਇਹ ਜਿਹੜੀ ਚੀਜ਼ ਪੜ੍ਹ ਲੈਣਾ ਤੁਸੀਂ, ਤੁਹਾਨੂੰ ਬੇਸਿਕ ਨੌਲੇਜ ਹੋ ਜਾਏਗੀ, ਪਰ ਆਈ ਡੋਂਟ ਥਿੰਕ ਕਿ ਇਹਦਾ ਕੋਈ ਕੁਐਸਚਨ ਤੁਹਾਨੂੰ ਆਏਗਾ, ਕਿਉਂਕਿ ਤੁਸੀਂ ਇਹਦੇ 'ਚ ਡੀਲ ਨਹੀਂ ਕਰਨਾ, ਇਸ ਕਰਕੇ ਚਾਂਸਸ ਵੀ ਘੱਟ ਹੈਗੇ ਨੇ ਕਿ ਤੁਸੀਂ ਤੁਹਾਨੂੰ ਉਹਦੇ ਬਾਰੇ ਕੋਈ ਪਾਰਟੀਕੂਲਰ ਕੋਈ ਕੁਐਸਚਨ ਆਵੇ। There are no guarantees for ETFs. Risk ਪੜ੍ਹ ਲੈਣਾ ਤੁਸੀਂ। Investor protection. The CIP protects accounts held by members to specify limit if dealer becomes insolvent. ਤੇ ਰੀਅਲ estate ਦੇ ਵਿੱਚ ਪਤਾ ਹੀ ਤੁਹਾਨੂੰ, ਰੀਅਲ estate ਬਾਰੇ ਤੇ ਬਹੁਤਾ ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ, ਤੇ ਤੁਸੀਂ ਐਡਵਾਂਟੇਜ ਡਿਸਐਡਵਾਂਟੇਜ ਪੜ੍ਹ ਲੈਣਾ ਹੈਗਾ। ਟਾਈਪਸ ਆਫ ਇਨਵੈਸਟਮੈਂਟ ਰੀਅਲ estate ਵਿੱਚ ਕਿੱਥੇ ਕਿੱਥੇ ਕਰ ਸਕਦੇ ਹੈਗੇ ਹੋ, ਰਿਟਰਨ ਉਹਦੀ ਕਿਸ ਤਰ੍ਹਾਂ ਰਹਿੰਦੀ ਹੈਗੀ ਹੈ, ਰਿਸਕ ਆਫ ਇਨਵੈਸਟਿੰਗ ਇਨ ਰੀਅਲ estates ਕੀ ਹੈਗੇ ਨੇ, ਇਨਵੈਸਟਰ ਪ੍ਰੋਟੈਕਸ਼ਨ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ, ਜਿੰਨੇ ਮਰਜ਼ੀ ਪੈਸੇ ਤੁਹਾਡੇ ਕਮਾ ਲਓ, ਜਿੰਨੇ ਮਰਜ਼ੀ ਗਵਾ ਲਓ। Canada premium bonds and Canada saving bonds. Canada premium bonds are two known types of saving bonds offered by Government of Canada to residents. Their sales were discontinued in November 2010. However, there are still many bond holders. All bonds holders will receive their guaranteed payment. ਪਹਿਲਾਂ ਹੋਣੇ ਤੇ ਹੁਣ ਬੰਦ ਹੋ ਗਏ। ਗਰੁੱਪ ਪਲਾਨਸ, ਗਰੁੱਪ ਪਲਾਨਸ ਵੀ ਜਿਹੜੀਆਂ ਹੈਗੀਆਂ ਭਾਈ ਸੇਵਿੰਗ, ਕੁਛ ਜਿਹੜੀਆਂ ਹੈਗੀਆਂ ਇੰਪਲਾਇਰਸ ਵਗੈਰਾ ਉਹਨਾਂ ਨੂੰ ਜਾਂ ਐਸੋਸੀਏਸ਼ਨ ਵਗੈਰਾ ਕੁਛ ਸ਼ੁਰੂ ਕਰਦੀਆਂ ਹੈਗੀਆਂ, ਉਹਨਾਂ ਦੇ ਵਿੱਚ ਵੀ ਤੁਸੀਂ ਇਨਵੈਸਟ ਕਰ ਸਕਦੇ ਹੈਗੇ ਹੋ। ਅਤੇ ਪੜ੍ਹਦਿਆਂ ਨਾ ਮੈਨੂੰ ਲੱਗਦਾ ਕਿ ਬਹੁਤਾ ਇਹ 'ਚ ਕੋਈ ਕੁਐਸਚਨ ਨਾ ਆਉਣ ਵਾਲਾ ਹੈਗਾ, ਅਤੇ ਨਾ ਹੀ ਕੋਈ ਬਹੁਤਾ ਇੰਪੋਰਟੈਂਟ ਹੈਗਾ, ਤਾਂ ਬਸ ਪਰ ਪੜ੍ਹਨਾ ਜ਼ਰੂਰ ਹੈਗਾ ਤਾਂ ਕਿ ਇੱਕ ਬੇਸਿਕ ਇਨਫੋਰਮੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਬਾਰੇ। ਅਤੇ ਟਾਈਪਸ ਆਫ ਗਰੁੱਪ ਪਲਾਨ ਕਿਹੜੀ ਹੈਗੀ ਆ, ਡੈਫਰਡ ਬੈਨੀਫਿਟ ਪੈਨਸ਼ਨ ਪਲਾਨ, ਆਹ ਜਿਹੜੀ ਹੈਗੀ ਆ ਨਾ ਡੈਫਰਡ, ਇਹ ਤੁਸੀਂ ਜ਼ਰੂਰ ਪੜ੍ਹਨਾ ਹੈਗਾ। ਇਹ ਹੋ ਸਕਦਾ ਤੁਹਾਨੂੰ ਕੋਈ ਕੁਐਸਚਨ ਇਹਦੇ ਵਿੱਚ ਆ ਜਾਏ, ਅਤੇ ਇਹ ਕੀ ਹੈਗੀਆਂ, ਅਤੇ ਇਹਦੇ ਬਾਰੇ ਤੁਸੀਂ ਪੜ੍ਹ ਲੈਣਾ। ਕੋਈ ਇੰਨਾ ਜ਼ਿਆਦਾ ਨਹੀਂ ਮੈਨੂੰ ਲੱਗਦਾ ਕਿ ਸਮਝਾਉਣ ਵਾਲੀ ਗੱਲ, ਪਰ ਪੜ੍ਹ ਲੈਣਾ ਤੁਸੀਂ, ਹੈ ਨਾ। ਜੇ ਫਿਰ ਵੀ ਨਾ ਲੱਗੇ ਤਾਂ satvinder.insurance@gmail.com 'ਤੇ ਤੁਸੀਂ ਮੈਨੂੰ ਈਮੇਲ ਕਰ ਦੇਣੀ, ਮੈਂ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਬਣਾ ਕੇ ਤੁਹਾਨੂੰ ਭੇਜ ਦਿਆਂਗਾ। ਰਿਸਕ ਐਂਡ ਆਫਰਿੰਗ ਦਾ ਗਰੁੱਪ ਪਲਾਨ, ਮੈਨ ਪ੍ਰੋਟੈਕਸ਼ਨ, ਕੁਛ ਇਹਦੇ 'ਚ ਐਕਚੁਅਲੀ ਇਹਦਾ ਫਾਇਦਾ ਇਹੀ ਹੈਗਾ ਕਿ ਇਹ ਆਮ ਜਾਣਕਾਰੀ ਹੈਗੀ ਆ, ਅਤੇ ਤੁਸੀਂ ਜਿਹੜਾ ਹੈਗਾ ਕਿ ਇਹਨੂੰ ਮਜ਼ੇ ਲੈ ਕੇ ਪੜ੍ਹ ਸਕਦੇ ਹੈਗੇ ਹੋ, ਆਪਣੇ ਦਿਮਾਗ 'ਚ ਬਿਠਾ ਸਕਦੇ ਹੈਗੇ ਹੋ, ਅਤੇ ਕੋਈ ਇੱਦਾਂ ਦੀ ਵੀ ਉਹ ਫਾਰਮੂਲੇ ਨਹੀਂ ਹੈਗੇ ਜਿਹੜੇ ਤੁਹਾਨੂੰ ਯਾਦ ਕਰਨੇ ਪੈਣੇ ਹੈਗੇ ਨੇ। ਇਕੁਇਟੀ ਇਨਫਲੇਸ਼ਨ ਰਿਸਕ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹੈਗੇ ਹਾਂ, ਕੀ ਇਹਦਾ ਮਤਲਬ ਹੁੰਦਾ। ਇੰਟਰ ਮਾਰਕੀਟ ਰਿਸਕ ਕੀ ਹੋ ਸਕਦੇ ਹੈਗੇ ਆ, ਲਿਕੁਇਡਿਟੀ ਰਿਸਕ, ਫੋਰਨ ਐਕਸਚੇਂਜ ਰਿਸਕ, ਇਹ ਵੀ ਇੱਕ ਵੱਡੀ ਹੈਗੀ ਚੀਜ਼, ਇਹਨੂੰ ਵੀ ਤੁਸੀਂ ਪੜ੍ਹ ਲੈਣਾ, ਸਿੰਪਲ ਹੀ ਹੈਗਾ, ਅਤੇ ਪਰ ਇਹ ਵੀ ਇਨਵੈਸਟਮੈਂਟ ਦੇ ਵਿੱਚ ਇੱਕ ਰਿਸਕ ਹੁੰਦਾ ਹੈਗਾ। ਕ੍ਰੈਡਿਟ ਰਿਸਕ, ਕ੍ਰੈਡਿਟ ਰੇਟਿੰਗ ਅਪ ਡਾਊਨ ਚਲੀ ਜਾਂਦੀ ਹੈਗੀ ਕੰਪਨੀਆਂ ਦੀ। ਇੰਡਸਟਰੀ ਰਿਸਕ, ਅੱਜ ਐਪਲ ਦੀ ਬੱਲੇ ਬੱਲੇ ਹੈਗੀ, ਕੱਲ੍ਹ ਨੂੰ ਕੋਈ ਹੋਰ ਕੰਪਨੀ ਆ ਜਾਏ ਅਤੇ ਉਹ ਥੱਲੇ ਥੱਲੇ ਹੋ ਜਾਏਗੀ, ਅਤੇ ਇੰਡਸਟਰੀ ਰਿਸਕ ਰਹਿੰਦਾ ਹੈਗਾ। ਅੱਜ ਗੈਸ ਦੀ ਵੈਲਿਊ ਘੱਟ ਹੈਗੀ ਆ, ਕੱਲ੍ਹ ਨੂੰ ਵੱਧ ਜਾਏ ਅਤੇ ਉਹਦੇ ਸਿਰ ਚੜ੍ਹ ਵੀ ਸਕਦੇ ਹੈਗੇ ਨੇ। ਉਹ ਡਿਪੈਂਡਿੰਗ ਔਨ ਦੈਟ ਉਹਨੂੰ ਆਪਾਂ ਇੰਡਸਟਰੀ ਰਿਸਕ ਕਹਿ ਦਿੰਦੇ ਹੈਗੇ। ਸੋ ਇਹ ਅਗਲਾ ਚੈਪਟਰ ਫਿਰ ਆਪਾਂ ਅਗਲੇ ਵੀਡੀਓ ਦੇ ਵਿੱਚ ਕਰਾਂਗੇ, ਅਤੇ ਆਸ ਹੈ ਕਿ ਕੁਛ ਨਾ ਕੁਛ ਤੁਹਾਨੂੰ ਇਹਦੇ ਵਿੱਚੋਂ ਜ਼ਰੂਰ
ਕੁਛ ਸਮਝਣ ਨੂੰ, ਕੁਛ ਸਿੱਖਣ ਨੂੰ ਮਿਲਿਆ ਹੋਏਗਾ। ਤੇ ਅਗਲੀ ਵੀਡੀਓ 'ਚ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਜੀ। ਕੋਈ ਵੀ ਕੁਐਸਚਨ ਹੋਵੇ ਸਤਵਿੰਦਰ ਵੀ ਨਾਲ ਪਾ ਕੇ .insurance@gmail.com 'ਤੇ ਤੁਸੀਂ ਮੈਨੂੰ ਆਪਣੀ ਫੀਡਬੈਕ ਵੀ ਦੇ ਸਕਦੇ ਹੋ, ਤੇ ਜੇ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਪੁੱਛ ਵੀ ਸਕਦੇ ਹੈਗੇ। ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਸੀ ਯੂ ਇਨ ਨੈਕਸਟ ਵੀਡੀਓ। ਥੈਂਕ ਯੂ, ਬਾਏ।